ਦੌੜ ਦੇ ਇਹ ਸੱਜਣ ਜ਼ਿੰਦਗੀ ਦੀ ਕਿਹੜੀ ਮੰਜ਼ਿਲ ਪਾਉਣਾ ਚਾਹੁੰਦੇ ਆ ਜਾਂ ਇਹ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ। ਇਹ ਉਹ ਸ਼ਖਸੀਅਤਾਂ ਨੇ ਜਿਹੜੀਆਂ ਸਮਾਂ ਕੱਢ ਕੇ ਆਉਂਦੀਆਂ ਕਿਉਂਕਿ ਸਿਹਤ ਵੀ ਚੰਗੀ ਰੱਖਣੀ ਹੈ ਤੇ ਰੂਹ ਪੰਜਾਬ ਦੀ ਸਪੋਰਟਸ ਐਂਡ ਕਲਚਰਲ ਕਲੱਬ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਉਹ ਹੋਂਦ ਦੇ ਵਿੱਚ ਆਇਆ। ਦੌੜ ਦੇ ਨਾਲੋਂ ਇਸ ਗਰੁੱਪ ਦੀ ਜਿਹੜੀ ਸਭ ਤੋਂ ਜ਼ਿਆਦਾ ਖੂਬਸੂਰਤੀ ਇਹ ਹੈ ਕਿ ਇਹ ਸਿਰਫ ਫਿਜ਼ੀਕਲ ਨਹੀਂ, ਇਹ ਮੈਂਟਲ ਵੀ, ਉਹ ਸਾਰੇ ਲਾਈਕ ਮਾਈਂਡਡ ਪੀਪਲ ਨੇ, ਇੱਕੋ ਸੋਚ ਵਾਲੇ ਨੇ। ਜਿਹੜੇ ਐਕਸਰਸਾਈਜ਼ ਵੀ ਕਰਦੇ ਆ ਇਹ ਬੜੀ ਸਿਸਟੇਮੈਟਿਕਲੀ ਕਰਦੇ ਆ ਔਰ ਬੜੇ ਦਿਲੋਂ ਕਰਦੇ ਆ ਔਰ ਜਿਹੜੀ ਇਹਨਾਂ ਦਾ ਮਾਹੌਲ ਐਡਾ ਵਧੀਆ, ਜਿਹੜਾ ਵੀ ਇੱਥੇ ਆਉਂਦਾ ਆ ਉਹ ਸਾਰਾ ਵਧੀਆ ਇਨਸਾਨ ਬਣ ਜਾਂਦਾ। ਮੈਂ ਕਹਿੰਦਾ ਕਿਤੇ ਆਹ ਮਾਹੌਲ ਪਿੱਛੇ ਪੰਜਾਬ 'ਚ ਬਣ ਜਾਏ ਨਾ ਕਿਤੇ, ਤੇ ਕਿਆ ਬਾਤ ਹੋਵੇ। ਜਦੋਂ ਕਹਿੰਦੇ ਨੇ ਬਾਹਰ ਜ਼ਿੰਦਗੀ ਬੜੀ ਔਖੀ ਹੈ, ਮੈਂ ਕਿਹਾ ਯਾਰ ਹੋਏਗੀ ਔਖੀ, ਪਰ ਜਿੰਨੇ ਇਹ ਸੌਖੇ ਜੇ ਮੈਂ ਨਹੀਂ ਜੇ ਵੇਖੇ। 3 ਸਾਲ ਪਹਿਲਾਂ ਜਦੋਂ ਇੱਥੇ ਬਲੱਡ ਟੈਸਟ ਕਰਾਇਆ ਸੀ ਡਾਕਟਰਾਂ ਕੋਲ, ਉਹ ਕਹਿੰਦੇ ਜੀ ਤੇਰਾ ਕੋਲੈਸਟਰੋਲ ਵੱਧ ਆ, ਤੂੰ ਆਹ ਨਹੀਂ ਖਾਣਾ, ਤੂੰ ਉਹ ਨਹੀਂ ਖਾਣਾ, ਆਹ ਘਟਾ ਦੇ, ਉਹ ਘਟਾ ਦੇ। ਤੇ ਹੁਣ ਇੰਨਾ ਆ ਤੇ ਮੈਂ ਅੱਗੇ ਨਾਲ ਵੱਧ ਖਾਣਾ ਜੀ। ਤੇ ਡਾਕਟਰ ਕਹਿੰਦੇ ਸਾਰਾ ਕੁਝ ਠੀਕ ਆ। ਰੋਟੀ ਵੀ ਕਮਾ ਰਹੇ ਨੇ, ਖਾ ਵੀ ਰਹੇ ਨੇ, ਬੱਚੇ ਵੀ ਪੜ੍ਹਾ ਰਹੇ ਨੇ, ਕੋਈ ਸ਼ੌਕ ਜ਼ਿੰਦਗੀ ਦੇ ਐਸੇ ਨੇ ਪੂਰੇ ਨਹੀਂ ਕਰ ਰਹੇ ਔਰ ਦੌੜ ਵੀ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਇਸ ਵੇਲੇ ਸਿਡਨੀ ਸ਼ਹਿਰ ਦੇ ਵਿੱਚ ਆ। ਸਿਡਨੀ ਸ਼ਹਿਰ ਜਿਹਦੇ ਬਹੁਤ ਸਾਰੇ ਦ੍ਰਿਸ਼ ਅਸੀਂ ਪੰਜਾਬੀ, ਹਿੰਦੀ, ਇੰਗਲਿਸ਼ ਫਿਲਮਾਂ ਦੇ ਵਿੱਚ ਦੇਖਦੇ ਹਾਂ। ਸੋਹਣਾ ਸੁਨੱਖਾ ਸ਼ਹਿਰ ਹੈ। ਅੱਜ ਕੱਲ੍ਹ ਟ੍ਰੈਫਿਕ ਵੈਸੇ ਬਹੁਤ ਹੋ ਗਈ, ਪਰ ਉਸ ਟ੍ਰੈਫਿਕ ਦੇ ਵਿੱਚੋਂ, ਡਾਲਰਾਂ ਦੀ ਚਕਾਚੌਂਧ ਦੇ ਵਿੱਚੋਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਜ਼ਿੰਦਗੀ ਜਿਹੜੀ ਹੈ ਬੜੀ ਤੇਜ਼ ਤਰਾਰ ਹੈ ਤੇ ਸਮਾਂ ਕਿਸੇ ਕੋਲ ਨਹੀਂ। ਪਰ ਇਹ ਜਿਹੜੀਆਂ ਸ਼ਖਸੀਅਤਾਂ ਮੇਰੇ ਆਲੇ ਦੁਆਲੇ ਖੜੀਆਂ ਨੇ ਜਾਂ ਜਿਨ੍ਹਾਂ ਦੇ ਵਿਚਾਲੇ ਮੈਂ ਖੜਾ, ਇਹ ਉਹ ਸ਼ਖਸੀਅਤਾਂ ਨੇ ਜਿਹੜੀਆਂ ਸਮਾਂ ਕੱਢ ਕੇ ਆਉਂਦੀਆਂ ਕਿਉਂਕਿ ਸਿਹਤ ਵੀ ਚੰਗੀ ਰੱਖਣੀ ਹੈ ਤੇ ਰੂਹ ਪੰਜਾਬ ਦੀ ਸਪੋਰਟਸ ਐਂਡ ਕਲਚਰਲ ਕਲੱਬ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਉਹ ਹੋਂਦ ਦੇ ਵਿੱਚ ਆਇਆ। ਕਿਵੇਂ ਹੋਂਦ 'ਚ ਆਇਆ, ਗਰਾਊਂਡ ਦੇ ਵਿੱਚ ਇਹ ਸੱਜਣ ਕੀ ਕਰਦੇ ਆ, ਕਿਉਂਕਿ ਜਦੋਂ ਜ਼ਮਾਨਾ ਸੋਸ਼ਲ ਮੀਡੀਆ ਦਾ, ਜਦੋਂ ਜ਼ਮਾਨਾ ਇਸ ਗੱਲ ਦਾ ਕਿ ਘਰ 1 ਤੋਂ 2, 2 ਤੋਂ 3, 3 ਤੋਂ 5, 5 ਤੋਂ 7 ਕਿੱਦਾਂ ਹੋਣੇ ਆ, ਪਰ ਉਸ ਸਮੇਂ ਦੇ ਵਿੱਚ ਵੀ ਸਿਡਨੀ ਦੇ ਇਸ ਮੈਦਾਨ ਦੇ ਵਿੱਚ, ਇਸ ਟਰੈਕ ਦੇ ਉੱਤੇ ਦੌੜ ਦੇ ਇਹ ਸੱਜਣ ਜ਼ਿੰਦਗੀ ਦੀ ਕਿਹੜੀ ਮੰਜ਼ਿਲ ਪਾਉਣਾ ਚਾਹੁੰਦੇ ਆ ਜਾਂ ਇਹ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ। ਕਿਉਂਕਿ ਪੰਜਾਬੀ ਕਿਤੇ ਵੀ ਹੋਵੇ, ਅੱਜ ਸਾਡੀ ਸਭ ਤੋਂ ਵੱਡੀ ਸਮੱਸਿਆ ਕੀ ਹੈ, ਕੈਨੇਡਾ ਦੇ ਵਿੱਚ ਚਲ ਜਾਈਏ, ਕਿਤੇ ਵੀ ਚਲ ਜਾਈਏ ਜੀ, ਡਾਕਟਰਾਂ ਦੀ ਅਪਾਇੰਟਮੈਂਟ ਬੜੀ ਲੇਟ ਮਿਲਦੀ ਹੈ। ਇੱਥੇ ਵੈਸੇ ਡਾਕਟਰ ਵੀ ਹੈਗੇ ਆ, ਸਾਨੂੰ ਉੱਥੇ ਜਾਣਾ ਕਿਉਂ ਪੈਂਦਾ। ਦੂਸਰੀ ਗੱਲ, ਪੰਜਾਬ ਦੇ ਵਿੱਚ ਕਿਸੇ ਦਾ ਯੂਰੀਆ ਵਧਿਆ, ਕਿਉਂਕਿ ਯੂਰਿਕ ਐਸਿਡ ਨੂੰ ਆਪਾਂ ਉੱਥੇ ਯੂਰੀਆ ਹੀ ਕਹਿ ਦਿੰਦੇ ਹਾਂ। ਯੂਰੀਆ ਵਧਿਆ, ਸਾਡੇ ਗੋਡੇ ਦੁਖਦੇ ਆ ਜੀ, ਹੁਣ ਭਾਰ ਬਹੁਤ ਹੋ ਗਿਆ ਜੀ, ਭੁੱਖ ਨਹੀਂ ਲੱਗਦੀ ਜੀ, 5-5 ਗੋਲੀਆਂ ਇੱਕ ਦਿਨ ਦੇ ਵਿੱਚ ਅਸੀਂ ਖਾਂਦੇ ਹਾਂ। ਕੀ ਆਹ ਖੇਡ ਮੈਦਾਨ ਕਿਤੇ ਉਹਨਾਂ ਦੇ ਵਿੱਚੋਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਤਾਂ ਨਹੀਂ? ਇੱਕ ਤਾਂ ਆਪਾਂ ਇਹਦੀ ਵੀ ਗੱਲਬਾਤ ਕਰਨੀ ਹੈ। ਦੂਸਰਾ, ਸਿਡਨੀ ਦੇ ਵਿੱਚ ਆ ਕੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਰੂਹ ਪੰਜਾਬ ਦੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਬਣਾਉਣ ਦੀ ਲੋੜ ਕਿਉਂ ਪਈ, ਉਹਦੇ ਟੀਚੇ ਕੀ ਸੀ, ਅੱਜ ਕਿਹੜੀ ਗਤੀਵਿਧੀ ਚੱਲਦੀ ਹੈ, ਕਿਉਂਕਿ ਇਹਨਾਂ ਨੇ ਦੱਸਿਆ ਸੀ ਕਿ ਝਾਫਾ, ਝੂਮਰ, ਲੁੱਡੀਆਂ ਉਹ ਵੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀਆਂ ਸਿਖਾਈਆਂ ਜਾ ਰਹੀਆਂ ਨੇ। ਆਪਾਂ ਸਭ ਤੋਂ ਪਹਿਲਾਂ ਬਾਜਵਾ ਸਾਹਿਬ ਦੇ ਕੋਲ ਚੱਲਦੇ ਹਾਂ। ਬੁੱਧੋ ਬਰਕਤ ਵਾਲੇ ਬਾਜਵਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਬਾਠ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਸਰੋਤਿਆਂ ਤੁਹਾਡਿਆਂ ਨੂੰ। ਬਾਜਵਾ ਸਾਹਿਬ, ਜਿਨ੍ਹਾਂ ਨਾਲ ਵੀ ਸੱਜਣਾਂ ਨੇ ਗੱਲ ਕੀਤੀ, ਤੁਹਾਡੇ ਵਾਲੀ ਉਂਗਲਾਂ ਕਰੀ ਜਾਂਦੇ। ਉਂਗਲਾਂ ਇਹ ਨਹੀਂ ਕਿ ਕੋਈ ਦੋਸ਼ ਲਾਉਂਦੇ ਆ, ਉਹ ਕਹਿੰਦੇ ਜੀ ਉਹੀ ਕਰਤਾ ਧਰਤਾ ਨੇ। ਰੂਹ ਪੰਜਾਬ ਦੀ ਜਿਹੜੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਸਿਡਨੀ ਕਦੋਂ ਬਣੀ, ਕਿਉਂ ਬਣੀ, ਕੀ ਲੋੜ ਸੀ, ਜਾਣੀ ਤਨਖਾਹ ਮਿਲਦੀ ਹੈ ਇਹਦੇ ਵਿੱਚੋਂ ਤਾਂ ਬਣਾਈ ਵੀ 4 ਪੈਸੇ ਬਣ ਜਾਣ, ਜਾਂ ਗੱਲ ਕੀ ਸੀ? ਨਾ ਜੀ ਦੇਖੋ, ਪੈਸੇ ਤੋਂ ਤਾਂ ਅਸੀਂ ਪਰਾਂ ਹੀ ਰਹਿੰਦੇ ਹਾਂ, ਪਰ ਇਹ ਜ਼ਿਆਦਾ ਇਹਦੇ ਬਾਰੇ ਤੁਹਾਨੂੰ ਰਣਜੀਤ ਸਿੰਘ ਜੀ ਜਾਣਨਾ ਪਾਉਣਗੇ। ਪਰ ਜਿਹੜਾ ਰਨਿੰਗ ਦਾ ਪਾਰਟ ਹੈ, ਅਸੀਂ ਕੁਛ, ਮੈਂ, ਰਣਜੀਤ ਸਿੰਘ ਤੇ ਕੁਲਵਿੰਦਰ ਸਿੰਘ, ਅਸੀਂ ਪਿਛਲੇ 23 ਸਾਲ ਤੋਂ ਦੌੜ ਰਹੇ ਸੀ ਤੇ ਹੌਲੀ ਹੌਲੀ ਸਾਡੇ ਨਾਲ ਜੁੜਦੇ ਗਏ ਸੱਜਣ ਮਿੱਤਰ
ਰਵੀ ਆ ਗਿਆ, ਫਿਰ ਸੁਖਵੰਤ, ਤੇ ਫਿਰ ਸਾਡਾ ਗਰੁੱਪ ਵੱਡਾ ਹੋ ਗਿਆ। ਤੇ ਅਸੀਂ ਐਸ ਸੱਚ ਫਾਰਮਲੀ ਤਾਂ ਮੈਂ 12 ਸਾਲ ਹੋ ਗਏ ਨੇ ਜਿਹੜੀ ਰੂਪ ਪੰਜਾਬ ਦੀ ਐਸੋਸੀਏਸ਼ਨ ਹੈ, ਪਰ ਜਿਹੜਾ ਅਸੀਂ ਰਨਿੰਗ ਕਲੱਬ ਹੈ ਤਕਰੀਬਨ ਪਿਛਲੇ 20 ਸਾਲ ਤੋਂ ਉੱਪਰ ਤੋਂ ਚੱਲ ਰਹੇ ਹਾਂ। ਤੇ ਆ ਜਿਹੜੀ ਪੌਂਡਸ ਪਾਰਕ ਰਨ ਸ਼ੁਰੂ ਹੋਈ ਉਹਦੇ ਕਰਕੇ ਸਾਡਾ ਜਿਹੜਾ ਹੋਰ ਇੰਟਰੈਕਸ਼ਨ ਹੋਈ ਆਪਣੇ ਯੂਥ ਦੇ ਨਾਲ, ਯੰਗ ਮੁੰਡੇ ਵੀ ਆ ਗਏ, ਫੈਮਲੀਜ਼ ਆਉਣ ਲੱਗ ਪਈਆਂ, ਤੇ ਹੁਣ ਸਾਡੇ ਤਕਰੀਬਨ ਕਈ ਵਾਰੀ ਤਾਂ 50-50 ਵੀ ਆਪਣੇ ਹੋ ਜਾਂਦੇ ਨੇ ਜਿਹੜੇ ਮੈਂਬਰ। ਅਸੀਂ ਵੀਕਲੀ ਸਾਡੇ ਰਨ ਹੈ ਨੇ, ਡੇਲੀ ਰਨ ਹੁੰਦੀਆਂ ਨੇ, ਤੇ ਜਿਹੜੀ ਸਾਡੀ ਮੰਥਲੀ ਰਨ ਹੈ ਉਹਦੇ ਵਿੱਚ ਅਸੀਂ ਤਕਰੀਬਨ ਹਾਫ ਮੈਰਾਥਨ ਕਰਦੇ ਹਾਂ। ਤੇ ਕੁਝ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਜਾਂ ਫੈਮਲੀਜ਼ ਨੇ, ਲੇਡੀਜ਼ ਨੇ ਜਿਨ੍ਹਾਂ ਨੇ ਕਦੀ ਦੌੜ ਕੀਤੀ ਨਹੀਂ, ਸਕੂਲਾਂ 'ਚ ਜਾਂ ਕਾਲਜਾਂ 'ਚ ਕਦੀ ਦੌੜੇ ਵੀ ਨਹੀਂ ਸੀ, ਪਰ ਉਹ ਵੀ ਹੁਣ ਹਾਫ ਮੈਰਾਥਨ ਕਰ ਲੈਂਦੀਆਂ ਨੇ ਸਾਡੀਆਂ ਭੈਣਾਂ। ਬਾਜਵਾ ਸਾਹਿਬ ਮੈਨੂੰ ਦੱਸਿਓ ਕਿ ਤੁਸੀਂ ਕਿਹਾ ਕਿ ਰੋਜ਼ ਰਨ ਹੁੰਦੀ ਹੈ, ਸਵੇਰ ਸ਼ਾਮ ਦੌੜਦੇ ਹੋ, ਜਿਹਦਾ ਜਦੋਂ ਸਮਾਂ ਹੁੰਦਾ ਆ ਜਾਂਦਾ। ਜਾਣੀ ਸਿਡਨੀ ਦੇ ਆਸ-ਪਾਸ ਕੋਈ ਬੰਦਾ ਰਹਿੰਦਾ ਹੈ, ਕੋਈ ਬੀਬੀ ਰਹਿੰਦੀ, ਉਹਨੂੰ ਲੱਗਦਾ ਕਿ ਭਾਈ ਮੈਂ ਆਉਣਾ। ਕੋਈ ਕਹਿੰਦਾ ਜੀ ਮੇਰੀ ਉਮਰ 60 ਸਾਲ ਹੋ ਗਈ ਹੈ, ਕੋਈ ਮੇਰੇ ਵਰਗਾ ਕਹਿੰਦਾ ਜੀ ਮੈਂ 40 ਦਾ ਹੋ ਗਿਆ, ਮੈਂ ਤਾਂ ਕਦੇ ਦੌੜਿਆ ਨਹੀਂ, ਮੇਰੇ ਤੋਂ ਥੋੜ੍ਹੀ ਦੌੜ ਹੋਊਗਾ। ਕੋਈ ਕਹਿੰਦਾ ਜੀ ਮੈਂ ਤਾਂ ਹੁਣ ਸਾਹ ਬਹੁਤ ਚੜ੍ਹਦਾ, ਮੇਰਾ ਤਾਂ BP ਇੱਦਾਂ ਹੁੰਦਾ। ਜਾਣੀ ਕੌਣ ਆ ਸਕਦਾ ਤੇ ਕੀ ਲਾਹਾ ਉਹਨੂੰ ਕੀ ਹੋ ਸਕਦਾ ਕਿ ਇੱਥੇ ਆਉਣ ਦੇ ਨਾਲ ਕੋਈ ਮਾੜੀ ਮੋਟੀ ਫਿਟਨੈਸ ਹੁਣ ਵੀ ਆ ਸਕਦੀ, ਕਿ ਹੁੰਦਾ ਕਿ ਸ਼ੁਰੂ ਤੋਂ ਜਿਹੜਾ ਦੌੜਦਾ ਉਹੀ ਦੌੜ ਸਕਦਾ? ਨਹੀਂ ਜੀ, ਬਹੁਤ ਸਾਰੇ ਸਾਡੇ ਆ ਹੁਣ ਤੁਸੀਂ ਦੇਖੇ ਹੁਣੇ ਨੇ, ਕਈ ਕਿਸੇ ਨੇ 6 ਮਹੀਨੇ ਪਹਿਲਾਂ, ਸਾਲ 2 ਸਾਲ ਪਹਿਲਾਂ ਸ਼ੁਰੂ ਕੀਤਾ ਹੈ। ਤੇ ਇਹਦੇ 'ਚ ਕੋਈ ਔਖਾ ਨਹੀਂ, ਦਰਅਸਲ ਔਖਾ ਸਿਰਫ ਇਹ ਹੁੰਦਾ ਹੈ, ਮੈਂ ਤਕਰੀਬਨ ਆਮ ਕਹਿਣਾ ਹੁੰਦਾ ਕਿ ਕਹਿੰਦੇ ਜੀ ਦੌੜਨਾ ਔਖਾ ਨਹੀਂ, ਤੇਜ਼ ਦੌੜਨਾ ਔਖਾ ਹੈ। ਅੱਛਾ ਜੀ। ਕਿ ਜੇ ਆਪਾਂ ਤੇਜ਼ ਦੌੜਦੇ ਹਾਂ ਤੇ ਉਹ ਚਾਹੇ ਓਲੰਪੀਅਨ ਵੀ ਹੋਣ, ਕੋਈ ਵੀ ਹੋਣਗੇ, ਉਹ ਕੁਛ ਹੱਦ ਤੋਂ ਬਾਅਦ ਨੂੰ ਰੁਕਣਾ ਪੈਣਾ। ਤੇ ਜੇ ਤੁਸੀਂ ਸਲੋ ਦੌੜਦੇ ਹੋ, ਈਜ਼ੀ ਵਾਕ ਕਰਦੇ ਹੋ, ਤੇ ਚਾਹੇ 2 ਘੰਟੇ ਕਰੀ ਜਾਓ, ਕੋਈ ਸਮੱਸਿਆ ਨਹੀਂ। ਰੌਲਾ ਉੱਥੇ ਪੈਂਦਾ ਜਦੋਂ ਉਹ ਕਹਿੰਦੇ ਪਹਿਲੇ ਦਿਨ ਹੀ ਮੈਂ 2 ਕਿਲੋਮੀਟਰ 10 ਮਿੰਟਾਂ 'ਚ ਲਾ ਦੇਣੇ ਨੇ। ਤੇ ਜੇ ਤੁਸੀਂ ਈਜ਼ੀ ਭੱਜਦੇ ਹੋ, ਤੁਹਾਡਾ ਹਾਰਟ ਰੇਟ ਜਿਹੜਾ ਤੁਸੀਂ ਜਿੰਨਾ ਕੁ ਤੁਹਾਡਾ ਨਾਰਮਲ ਚੱਲਦਾ ਉਹ ਤੋਂ ਦੁੱਗਣੇ 'ਤੇ ਕਰਦੇ ਹੋ, ਤਾਂ ਤੁਸੀਂ ਈਜ਼ੀਲੀ ਅੱਧਾ ਘੰਟਾ, ਪੌਣਾ ਘੰਟਾ ਆਰਾਮ ਨਾਲ ਕਰ ਸਕਦੇ ਹੋ। ਹਾਂ, ਲੱਤਾਂ ਥੱਕਦੀਆਂ, ਕੋਈ ਗੱਲ ਨਹੀਂ, ਅਗਲੇ ਦਿਨ ਹੋਰ ਬੈਟਰ ਹੋ ਜਾਣਗੀਆਂ, ਥੋੜ੍ਹੇ ਦਿਨਾਂ 'ਚ, ਮਹੀਨੇ 'ਚ ਫਰਕ ਪੈਣ ਲੱਗ ਪੈਂਦਾ। ਪਰ ਪੰਗਾ ਉਦੋਂ ਹੀ ਪੈਂਦਾ ਜਦੋਂ ਅਸੀਂ ਇੱਕਦਮ ਹੀ ਚਾਹੁੰਦੇ ਹਾਂ ਕਿ ਅਸੀਂ ਫਿਰ ਦੌੜਨ ਫਰਾਟੇ ਮਾਰਨ ਲੱਗ ਪਈਏ, ਉੱਥੇ ਔਖਾ ਹੁੰਦਾ। ਪਰ ਜੇ ਤੁਸੀਂ ਈਜ਼ੀ ਕਰਦੇ ਹੋ ਤਾਂ ਉਹਦੇ ਨਾਲ ਕੋਈ ਚੱਕਰ ਨਹੀਂ। ਨਾਲੇ ਇੱਕ ਤਾਂ ਕੋਈ ਸੱਟ ਫੇੜ ਲੱਗਣ ਦਾ ਡਰ ਨਹੀਂ ਰਹਿੰਦਾ। ਸੱਟ ਫੇੜ ਤੋਂ ਮਤਲਬ ਜਿਵੇਂ ਮਾਸਪੇਸ਼ੀਆਂ ਜਾਂ ਜਿਹਨੂੰ ਮਸਲ ਕਹਿੰਦੇ ਨੇ, ਉਹ ਖਿੱਚੇ ਜਾਣ ਦਾ ਡਰ ਨਹੀਂ। ਕਿਸੇ ਦਾ ਉਹ ਕਹਿੰਦੇ ਪਿੰਨੀ ਦੁਖਦੀ ਹੈ ਜਾਂ ਮੋਢੇ ਦੁਖਣ ਲੱਗ ਪੈਂਦੇ ਨੇ। ਪਰ ਜਦੋਂ ਈਜ਼ੀ ਕਰਦੇ ਹੋ ਤਾਂ ਉਹ ਹੀ ਸਾਡੇ ਕੋਲ ਐਡਵਾਈਜ਼ਰ ਹੈ, ਤਾਂ ਉਹਦੇ ਲਈ ਕੋਈ ਵੀ ਆ ਸਕਦਾ ਹੈ। ਰਿਹੈਬਿਲੇਸ਼ਨ ਜਿਹੜੇ ਜਿਹਨਾਂ ਨੂੰ ਉਹਨਾਂ ਨੂੰ ਰਿਕਮੈਂਡ ਕਰਦੇ ਨੇ ਕਿ ਭਾਈ ਤੁਸੀਂ ਆਓ ਤੇ ਈਜ਼ੀ ਚੱਲੋ, ਵਾਕ ਕਰੋ, ਜਾਓ। ਫਿਰ ਅਸੀਂ ਯੋਗਾ ਵੀ ਕਰਦੇ ਹਾਂ। ਯੋਗਾ ਲਈ ਵੀ ਸਾਰੇ ਮਤਲਬ ਕੋਈ ਐਡਾ ਫਿਟਨੈਸ ਦੀ ਜ਼ਰੂਰਤ ਨਹੀਂ ਹੁੰਦੀ। ਤੁਸੀਂ ਸਕਰੈਚ ਤੋਂ ਸਟਾਰਟ ਕਰ ਸਕਦੇ ਹੋ, 0 ਤੋਂ ਸਟਾਰਟ ਕਰ ਸਕਦੇ ਹੋ। ਤੁਸੀਂ ਇੱਕ ਵਾਰੀ ਕੈਮਰਾ ਘੁਮਾ ਦਿਓ ਜੀ ਸਾਰੇ ਪਾਸੇ। ਰਣਜੀਤ ਭਾਜੀ ਇੱਥੇ ਆ ਜਾਓ ਜਰਾ, ਹੰਦਿਆਂ ਦੇ ਨੇੜੇ ਆਓ। ਚੂਨਾ ਪਾਤਾ ਆਪਾਂ, ਤੁਸੀਂ ਮਾੜਾ ਜਿਹਾ ਸਾਰਿਆਂ ਦੇ ਉੱਤੇ ਕਰ ਦਿਓ। ਰਣਜੀਤ ਭਾਜੀ ਮੈਨੂੰ ਮੋਟਾ ਸਮਝਾਇਓ। ਮੈਂ ਪਹਿਲਾਂ ਤੇ ਇਹਨਾਂ ਦੇ ਵਿੱਚ ਉਹ ਸੱਜਣ ਮੈਨੂੰ ਇੱਧਰ ਨੇੜੇ ਲਿਆਓ ਜਿਹੜੇ ਸਭ ਤੋਂ ਨਵੇਂ ਨੇ, ਜਿਹੜੇ ਸਭ ਤੋਂ ਨਵੇਂ ਆ। ਸਭ ਤੋਂ ਨਵੇਂ ਮੈਨੂੰ ਲੱਗਦਾ ਵੀ ਰਣਜੀਤ ਭਾਜੀ, ਹਾਂਜੀ, ਸਾਡੇ ਹੈਗੇ ਨੇ ਜੀ। ਭਾਜੀ ਆਓ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਤੁਸੀਂ ਜਾਇਓ ਨਾ। ਹਾਂਜੀ, ਕੀ ਹਾਲ ਚਾਲ ਨੇ? ਠੀਕ ਹੈ ਜੀ, ਵਧੀਆ। ਕਿੰਨਾ ਚਿਰ ਹੋ ਗਿਆ ਦੌੜ ਲਾਉਂਦੇ ਨੂੰ? ਮੈਨੂੰ 3 ਸਾਲ ਹੋ ਗਏ ਜੀ। ਅੱਛਾ, ਜਦੋਂ ਤੁਸੀਂ ਉਹਦੇ ਤੋਂ ਪਹਿਲਾਂ ਕਿੰਨਾ ਕੁ ਦੌੜਦੇ ਸੀ? ਫਿਜ਼ੀਕਲ ਫਿਟਨੈਸ ਜਾਨੀ ਕਿ ਸਰੀਰਕ ਕਸਰਤ ਕਿੰਨੀ ਕਰਦੇ ਸੀ? ਕਸਰਤ ਤਾਂ ਘੱਟ ਹੀ ਸੀਗੀ। ਮਤਲਬ ਅੱਜ 3 ਸਾਲ ਪਹਿਲਾਂ ਮੈਂ 3 ਕਿਲੋਮੀਟਰ ਤੋਂ ਵੱਧ ਨਹੀਂ ਸੀ ਭੱਜਿਆ ਜੀ। 3 ਕਿਲੋਮੀਟਰ ਵੀ ਕਹਿ ਲਓ ਕਿ ਸਾਹ ਚੜ ਜਾਣਾ, ਅੱਧੇ ਘੰਟੇ 'ਚ ਜਾਣਾ, ਉਸ ਤੋਂ ਬਾਅਦ ਬਸ ਹੋ ਜਾਣਾ। ਹਾਂਜੀ। ਪਹਿਲੇ ਦਿਨ ਫਿਰ ਜਦੋਂ ਇੱਥੇ ਲਗਾਤਾਰ ਭੱਜਣ ਲੱਗੇ ਕਿੰਨੀਆਂ ਖੱਲੀਆਂ ਪਈਆਂ? ਕਿਉਂਕਿ ਮੇਰੇ ਵਰਗਾ ਬੰਦਾ ਸ਼ੁਰੂ ਕਰਦਾ ਕਹਿੰਦਾ ਜੀ ਲੱਤ ਹੀ ਨਹੀਂ ਚੱਕ ਹੁੰਦੀ, ਖੱਲੀਆਂ ਪੈ ਗਈਆਂ, ਕੀ ਜਾਣਾ ਉੱਥੇ, ਸਾਰੀ ਦਿਹਾੜੀ ਨੀਂਦ ਆਉਂਦੀ ਰਹਿੰਦੀ। ਕਿੰਨੇ ਕੁ ਦਿਨ 'ਚ ਟਿਕਾ ਹੋ ਜਾਂਦਾ ਜੀ? ਪਹਿਲੇ ਦਿਨ ਕਿਉਂਕਿ ਆਇਆ ਸੀਗਾ ਤੇ ਇਸ ਕਰਕੇ, ਕਿਉਂਕਿ ਮੈਨੂੰ ਪੁਰਾਣਾ ਪਤਾ ਸੀਗਾ ਵੀ 3 ਤੋਂ ਵੱਧ ਨਹੀਂ ਭੱਜਦਾ। ਫਿਰ ਬਾਜਵਾ ਭਾਈ ਨੂੰ ਪੁੱਛਿਆ ਵੀ 5 ਲਾਉਣੇ ਤਾਂ ਮੇਰੇ ਲਈ ਬਹੁਤ ਔਖੇ ਆ। ਉਹ ਕਹਿੰਦੇ ਵੀ ਠੀਕ ਆ, ਮੈਂ ਨਾਲ ਚੱਲਣਾ, ਪਰ 5 ਜੇ ਲਾਉਣੇ ਆ, ਇਹ ਨਹੀਂ ਦੇਖਣਾ ਵੀ ਅੱਧੇ ਘੰਟੇ ਚ ਲਾਉਣੇ ਆ, 40 ਚਲਾਉਣੇ ਆ, ਬਸ ਲਾਉਣੇ ਆ। ਫਿਰ ਉਦੋਂ 50 ਮਿੰਟ ਲੱਗੇ ਸੀਗੇ। ਫਿਰ ਇਹਨਾਂ ਨੇ ਸਟਰੈਚਿੰਗ ਵਗੈਰਾ ਸਿਖਾਈ ਤੇ ਆ ਜਿਹੜੀ ਆਪਾਂ ਹੁਣ ਥੋੜੇ ਚਿਰ ਪਹਿਲਾਂ ਕੀਤੀ, ਤੇ ਉਹਦੇ ਨਾਲ ਥੋੜਾ ਜਿਹਾ ਆਰਾਮ ਰਿਹਾ। ਪਰ 2 ਕੁ ਦਿਨ ਦੁਖੀਆਂ ਸੀਗੀਆਂ, ਪਰ ਇਹ ਕਹਿੰਦੇ ਵੀ ਹਟਣਾ ਨਹੀਂ, ਤੇ ਜੇ ਹਟ ਗਿਆ ਤੇ ਦੁਬਾਰਾ ਪੈਣੀਆਂ। ਤੇ ਫਿਰ ਲੱਗੇ ਰਹੇ ਤੇ ਫਿਰ ਠੀਕ ਹੋ ਗਈਆਂ। 3 ਸਾਲ ਪਹਿਲਾਂ ਜਦੋਂ ਭੱਜਣਾ ਸ਼ੁਰੂ ਕੀਤਾ, ਹੁਣ ਕਿੰਨਾ ਕੁ ਤੁਰ ਲੈਂਦੇ ਹੋ ਜਾਂ ਦੌੜ ਲੈਂਦੇ ਹੋ ਲਗਾਤਾਰ? ਹੁਣ ਤਾਂ ਮੈਂ ਹਾਫ ਮੈਰਾਥਨ ਵੀ ਲਾ ਲੈਣਾ ਜੀ, ਜਿਹੜਾ 21 ਕਿਲੋਮੀਟਰ ਹੁੰਦੀ ਹੈ ਜੀ, ਤੇ ਉਹ 2-3 ਲਾ ਚੁੱਕਾ ਮੈਂ। ਠੀਕ ਹੈ ਜੀ। ਤੇ ਟਾਈਮ ਹੈਗਾ ਮੰਨ ਲਓ 2.25 ਘੰਟੇ ਦੇ ਵਿੱਚ ਉਹ ਕਰ ਲਈਦੀ ਆ। ਠੀਕ ਹੈ ਜੀ। ਫਰਕ ਕੀ ਪਿਆ? ਭੁੱਖ ਲੱਗਣ ਲੱਗ ਪਈ ਕੋਈ? ਜਾਣੀ ਕਿ ਕੀ ਜਾਣੀ ਸਮੱਸਿਆ ਨੂੰ ਕੀ ਲੱਗਾ ਕਿ ਮੈਂ ਹੁਣ ਕੀ ਪ੍ਰਾਪਤ ਕਰ ਲਿਆ ਜੀ? ਕੀ ਕਦੂ 'ਚ ਤੀਰ ਮਾਰਿਆ? ਅੱਛਾ, 3 ਸਾਲ ਪਹਿਲਾਂ ਜਦੋਂ ਇੱਥੇ ਬਲੱਡ ਟੈਸਟ ਕਰਾਇਆ ਸੀ ਡਾਕਟਰਾਂ ਕੋਲ, ਉਹ ਕਹਿੰਦੇ ਜੀ ਤੇਰਾ ਕੋਲੈਸਟਰੋਲ ਵੱਧ ਆ, ਤੂੰ ਆਹ ਨਹੀਂ ਖਾਣਾ, ਤੂੰ ਉਹ ਨਹੀਂ ਖਾਣਾ, ਆਹ ਘਟਾ ਦੇ, ਉਹ ਘਟਾ ਦੇ। ਤੇ ਹੁਣ ਇੰਨਾ ਆ ਵੀ ਮੈਂ ਅੱਗੇ ਨਾਲੋਂ ਵੱਧ ਖਾਣਾ ਜੀ। ਤੇ ਡਾਕਟਰ ਕਹਿੰਦੇ ਸਾਰਾ ਕੁਝ ਠੀਕ ਆ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਖੇੜਾ ਭਾਜੀ,
ਦੱਸਿਆ 12 ਸਾਲ ਪਹਿਲਾਂ ਰਜਿਸਟ੍ਰੇਸ਼ਨ ਹੋਈ ਸੀ, ਜਾਣੀ ਸ਼ੁਰੂਆਤ ਕਿੱਦਾਂ ਹੋ ਗਈ? ਕਿਉਂਕਿ ਮੈਨੂੰ ਤਾਂ ਹੁੰਦਾ ਕਿ ਜਿੱਦਣ ਛੁੱਟੀ ਹੋਵੇ ਮਾੜੇ ਜਿਹਾ ਢਿੱਲਾ ਹੋਵੇ, ਸੌਂ ਲਓ, ਜਾਣੀ ਡੱਬੀਆਂ ਵਾਲੀ ਖੇਸੀ ਘੁੱਟ ਕੇ ਪਏ ਰਹੋ ਵੀ ਘਰ ਦਾ ਵੀ ਕੋਈ ਆਵਾਜ਼ ਨਾ ਮਾਰੇ। ਕਿਉਂ ਕੰਮ ਸ਼ੁਰੂ ਕੀਤਾ, ਕੀ ਮਨ ਚ ਆਈ? ਜਿੱਦੀ ਰੂਹ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਜੀ, ਇਹਦਾ ਜਿਹੜਾ ਪਾਰਟ ਸਾਡਾ ਹੈਗਾ ਆ ਫੋਕ ਵਾਲਾ ਹੈ ਨਾ, ਜਿਹੜਾ ਗਿੱਧੇ ਭੰਗੜੇ ਦਾ, ਉਹ ਜਿਵੇਂ ਇਹਨਾਂ ਦੱਸਿਆ ਅੱਜ ਤੋਂ 13 ਕੁ ਵਰ੍ਹੇ ਪਹਿਲਾਂ ਸਾਡੇ ਸੱਜਣ ਇਕੱਠੇ ਹੋਏ, ਲੋੜ ਮਹਿਸੂਸ ਹੋਈ ਵੀ ਛੋਟੇ ਬੱਚੇ ਆ, ਉਹਨਾਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਕਿੱਦਾਂ ਜੋੜਿਆ ਜਾਵੇ। ਅਤੇ ਸਾਡੇ ਸੁਧਾਰ ਕਾਲਜ ਤੋਂ, ਖਾਲਸਾ ਕਾਲਜ ਜਲੰਧਰ ਤੋਂ, ਅਜੀਤਪਾਲ ਸਿੰਘ ਢਡਵਾਲ ਸੁਧਾਰ ਤੋਂ, ਗੁਰਦੀਪ ਸਿੰਘ ਸਿੱਧੂ ਹੋਰੀ ਔਰ ਕੇਵਲ ਸਿੰਘ ਬਾਸੀ ਜਿਹੜੇ ਕਿ ਨਕੋਦਰ ਤੋਂ, ਉਹਨਾਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਤੇ ਅਸੀਂ ਬੱਚਿਆਂ ਨੂੰ ਇੱਥੇ ਸਿਖਾਉਣਾ ਸ਼ੁਰੂ ਕੀਤਾ। ਤੇ ਉਸ ਗਿੱਧਾ ਔਰ ਭੰਗੜਾ, ਗਿੱਧਾ ਭੰਗੜਾ ਇਹ ਤਕਰੀਬਨ ਅੱਜ ਤੋਂ 14 ਸਾਲ ਪਹਿਲਾਂ ਹੋ ਗਿਆ ਜੀ। ਹਾਂਜੀ, ਮੈਂ ਤੁਹਾਨੂੰ ਰੋਕ ਤਾਂ ਰਿਹਾ ਕਿ ਕਲੀਅਰ ਹੋ ਜਾਵੇ ਕਿ 14 ਸਾਲ ਪਹਿਲਾਂ ਗਿੱਧਾ ਭੰਗੜਾ ਸਿਖਾਉਣਾ ਸ਼ੁਰੂ ਕੀਤਾ ਤਾਂ ਜੋ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਸਿਡਨੀ ਦੇ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ, ਭਾਰਤੀ ਸੱਭਿਆਚਾਰ ਦੇ ਨਾਲ ਜਿਹੜੀ ਜੁੜੀ ਰਹਿ ਸਕੇ। ਫਿਰ ਬੰਦ ਕਰਤਾ? ਨਹੀਂ ਜੀ, ਬਿਲਕੁਲ ਉਹਨੂੰ ਲਗਾਤਾਰ 14 ਸਾਲ ਹੋ ਗਏ ਲਗਾਤਾਰ ਜੀ। ਤੇ ਆ ਜਿਹੜਾ ਮੁੰਡਾ ਰਿਕਾਰਡ ਕਰ ਰਿਹਾ ਜਪਾਲ ਸਿੰਘ, ਇਹ ਉਦੋਂ ਜਿਹੜੇ ਸੀਗੇ ਬੱਚੇ 5 6 7 ਸਾਲ ਦੇ ਸੀਗੇ। ਤੇ ਹੁਣ ਇਹ ਜਦੋਂ ਸ਼ੁਰੂ ਕੀਤਾ ਉਹਦੇ ਵਿੱਚ ਇਹ ਨੇ ਸਾਡੇ 11 ਫੈਮਲੀਆਂ ਰੀਜਨਲੀ ਨੇ, ਤੇ ਉਹਨਾਂ ਦੇ ਵਿੱਚੋਂ ਸਾਡੇ ਇਕਬਾਲ ਕਾਲਕਟ ਭਾਜੀ ਵੀ ਇੱਥੇ ਖੜੇ ਨੇ ਰੂ ਪੰਜਾਬ 'ਚੋਂ। ਤੇ ਇਹ ਜਿਹੜੀ ਅਕੈਡਮੀ ਹੈ ਜੀ, ਇਹ ਸਾਡੇ ਕੁਛ ਚੀਜ਼ਾਂ ਨੇ ਉਹਦੀਆਂ ਵੀ, ਇਹ ਫੈਮਿਲੀ ਰਨ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ। ਤੇ ਇਹਦੇ ਵਿੱਚ ਜਦੋਂ ਸਕੂਲ ਟਰਮ ਹੈ ਉਦੋਂ ਹੀ ਇਹ ਚੱਲਦੀ ਆ। ਸਾਡੇ ਪਾਸ ਅੱਜ ਦੀ ਤਰੀਕ 'ਚ 9 ਹਾਲ ਬੁੱਕ ਨੇ ਮੁੱਖ ਮਿਲ ਵਿਖੇ, ਜਿੱਥੇ ਪਾਸ ਸਾਡੇ ਐਵਰੇਜ 200 ਪਲੱਸ ਬੱਚੇ ਹਰ ਸਾਲ ਜਿਹੜੇ ਉਹਦੇ ਵਿੱਚ ਹੁੰਦੇ ਨੇ। ਔਰ ਅਸੀਂ ਬੱਚਿਆਂ ਨੂੰ ਉੱਥੋਂ ਹਮੇਸ਼ਾ ਫੋਕ ਦਾ ਬੇਸ ਸਿਖਾ ਕੇ ਭੇਜ ਦਿੰਦੇ ਹਾਂ, ਕਦੇ ਉਹਨਾਂ ਨੂੰ ਕੰਪੀਟੀਸ਼ਨ 'ਚ ਨਹੀਂ ਖੜਦੇ ਕਿਸੇ ਦੇ ਨਾਲ, ਔਰ ਬੱਚਿਆਂ ਨੂੰ ਖੁੱਲ੍ਹਾ ਛੱਡਦੇ ਨੇ। ਉਸ ਤੋਂ ਬਾਅਦ ਉਹ ਬੱਚਿਆਂ ਨੇ ਆਪ ਸਿੱਖ ਕੇ ਅੱਜ ਅਗਾਂਹ ਅਕੈਡਮੀਆਂ ਭੰਗੜੇ ਗਿੱਧੇ ਦੇ ਫੋਕ ਦੀਆਂ ਖੋਲ੍ਹੀਆਂ ਹੋਈਆਂ ਨੇ ਸਿਖਾਉਣ ਵਾਲੀਆਂ। ਫਿਰ ਬ੍ਰੇਕ ਲਾਉਣ ਲੱਗਾ ਹਾਂਜੀ, ਕਿਉਂਕਿ ਤੁਸੀਂ ਜਿਹੜੇ ਯੋਧੇ ਦਾ ਨਾਂ ਲਿਆ ਕਿ ਉਹ ਕੈਮਰੇ ਤੇ ਨੇ, ਇਹ ਤੁਸੀਂ ਤਾਂ ਅਸੀਂ ਕਹਿੰਦੇ ਉਹਨੇ ਲੀਡਰ ਟੱਬਰ 'ਚ ਟਿਕਟਾਂ ਬਣਦੇ, ਉਹ ਵੀ ਤਾਂ ਤੁਹਾਡੇ ਬੇਟੇ ਨੇ, ਨਾ ਤੁਸੀਂ ਹੋਰ ਕਿਸੇ ਦਾ ਨਹੀਂ ਲਿਆ, ਘਰਦਿਆਂ ਦਾ ਹੀ ਲਿਆ। ਚਲੋ ਕੰਮ ਕਰਦੇ ਨੇ ਤਾਂ ਲਿਆ। ਮੈਂ ਫਿਰ ਦੱਸ ਦਿਆਂ ਜੀ, ਰੂਹ ਪੰਜਾਬ ਦੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਸਿਡਨੀ 14 ਸਾਲ ਤੋਂ ਜਿਹੜੇ ਛੋਟੇ ਬੱਚੇ ਨੇ, ਜਿਹੜੀ ਸਾਡੀ ਅਗਲੀ ਪੀੜ੍ਹੀ ਹੈ, ਉਹਨਾਂ ਨੂੰ ਸੱਭਿਆਚਾਰ ਦੇ ਨਾਲ ਜੋੜ ਰਹੇ ਨੇ। 9 ਹਾਲ ਬੁੱਕ ਨੇ ਕਹਿੰਦੇ। ਖੇੜਾ ਸਾਹਿਬ ਇਹ ਸਮਝਾ ਦਿਓ ਕੀ ਉਹਨਾਂ ਦਾ ਕਿਰਾਇਆ ਦੇਣਾ ਪੈਂਦਾ? ਉਹ ਕਿਹੜੇ ਦਿਨ ਤੁਸੀਂ ਉਹਨਾਂ ਨੂੰ ਸਿਖਾਉਂਦੇ ਹੋ? ਸਿਖਾਉਂਦਾ ਕੌਣ ਹੈ? ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਨਾ ਕਿ ਜੇ ਤੁਸੀਂ ਕਹੋ ਕਿ 9 ਹਾਲਾਂ ਦੇ ਵਿੱਚ ਰਣਜੀਤ ਸਿੰਘ ਖੇੜਾ ਹੋੜੀ ਜਾ ਕੇ ਕਹਿੰਦੇ ਮੈਂ ਹਰ ਹਾਲ ਦੇ ਵਿੱਚ ਜਾ ਕੇ ਦੱਸਣਾ ਕਿਆ ਸਟੈਪ ਹੋਵੇ, ਉਹ ਸੰਭਵ ਨਹੀਂ। ਇਹ ਜਿਹਦੀ ਸ਼ੁਰੂਆਤ ਸਾਨੂੰ ਸਾਡੇ ਸੀਨੀਅਰ ਕੋਚਾਂ ਤੋਂ ਜਿੱਦਾਂ ਅਸੀਂ ਗੱਲ ਕੀਤੀ ਉਹਨਾਂ ਤੋਂ ਹੋਈ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬੱਚੇ ਤਿਆਰ ਕੀਤੇ ਔਰ ਉਹ ਫਿਰ ਉਹਨਾਂ ਨੂੰ ਸਿਖਾਉਣ ਤੋਂ ਬਾਅਦ ਉਹਨਾਂ ਨੂੰ ਕੋਚ ਬਣਾਇਆ। ਹੁਣ ਸਾਡੇ ਪਾਸ 17 ਜਿਹੜੇ ਇੱਥੋਂ ਦੇ ਜੰਮੇ ਹੋਏ ਬੱਚੇ ਸਿਖਾਉਣ ਵਾਲੇ ਨੇ, ਮੁੰਡੇ ਕੁੜੀਆਂ। ਔਰ ਉਹ ਜਿਹੜੇ 9 ਹਾਲ ਨੇ ਉਹਨਾਂ ਦੇ ਵਿੱਚ ਹਰ ਐਤਵਾਰ 4:30 ਤੋਂ 6:30 ਵਜੇ ਸ਼ਾਮ ਨੂੰ 2 ਘੰਟੇ ਅਸੀਂ ਮਿਲਦੇ ਹਾਂ। ਤੋਂ ਬੱਚਿਆਂ ਨੂੰ ਸਿਖਾਇਆ ਜਾਂਦਾ ਔਰ ਬੇਅਰ ਮਿਨੀਮਮ ਜਿਹੜੀ ਫੀਸ ਹੈ ਸਾਡੇ ਉਹ ਅਸੀਂ ਬੱਚਿਆਂ ਕੋਲ ਲੈਂਦੇ ਹਾਂ। ਔਰ ਜਿਹਨਾਂ ਸਾਡਾ ਖਰਚਾ ਜਿਹੜਾ ਉਸ ਤੋਂ ਵੱਧ ਫਿਰ ਵੀ ਸਾਡਾ ਉਹ ਹੋ ਜਾਂਦਾ ਨਾਲ ਸਾਰਾ ਕੁਛ। ਔਰ ਉਸ ਤੋਂ ਬਾਅਦ ਜਿਹੜੇ ਬੱਚੇ ਨੇ, ਹੁਣ ਇਹ ਬੱਚੇ ਹੀ ਸਿਖਾ ਰਹੇ ਨੇ, ਇੱਥੋਂ ਦੇ ਜੰਮੇ ਹੀ ਬੱਚੇ ਸਿਖਾ ਰਹੇ ਨੇ, ਇੱਥੋਂ ਦੇ ਜੰਮਪੜ ਬੱਚੇ ਸਿਖਾ ਰਹੇ ਨੇ। ਤੇ ਪਰ ਸਾਡੀ ਉਹਦੇ ਵਿੱਚ ਇਹ ਆ ਵੀ ਅਸੀਂ ਉਹਨਾਂ ਬੱਚਿਆਂ ਨੂੰ ਕਦੇ, ਜਿਵੇਂ ਤੁਹਾਨੂੰ ਦੱਸਿਆ, ਕੰਪੀਟੀਸ਼ਨ ਤੋਂ ਇਲਾਵਾ ਕਿਸੇ ਉਹ ਗਾਉਣ ਵਾਲਿਆਂ ਦੀਆਂ ਸਟੇਜਾਂ ਤੇ ਨਹੀਂ ਖੜਦੇ। ਬਟ ਇਹ ਆ ਵੀ ਇਹ ਬੱਚੇ ਜਿਹੜੇ ਸਿੱਖ ਕੇ ਅੱਗੇ ਆਪਣੇ ਹੋਰ ਜਿਹੜੇ ਸਿਖਾ ਰਹੇ ਨੇ। ਤੇ ਇਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਸਾਡਾ, ਜਿਵੇਂ ਤੁਹਾਨੂੰ ਦੱਸਿਆ, ਇੱਕ ਵਾਰੀ ਸਾਲ ਦੇ ਵਿੱਚ ਸਟੇਜ ਦੇ ਕੇ ਅਸੀਂ ਪਿਛਲੇ 30 ਸਾਲਾਂ ਤੋਂ ਇੱਥੇ ਕਦੇ ਬਾਹਰੋਂ ਕਲਾਕਾਰ ਕਦੇ ਨਹੀਂ ਸੱਦਿਆ ਜੀ। ਆਪ ਆਪਣੇ ਬੱਚਿਆਂ ਕੋਲੋਂ ਮਤਲਬ ਪਰਫਾਰਮ ਕਰਵਾਈਦਾ। ਜਦੋਂ ਵੀ ਕਦੇ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਇਹ ਸਾਲਾਨਾ ਪ੍ਰੋਗਰਾਮ ਸੀ, ਇੱਕ ਵਿਰਸਾ ਕਰਕੇ, ਉਹਦਾ ਨਾਮ ਵਿਰਸਾ ਹੈ। ਔਰ ਵਿਰਸਾ ਪ੍ਰੋਗਰਾਮ ਕਰਕੇ ਇਹਨਾਂ ਹੀ ਬੱਚਿਆਂ ਨੂੰ ਸਟੇਜ ਦੇਈ ਦੀ, ਇਹਨਾਂ ਕੋਲੋਂ ਹੀ ਸਟੇਜ ਕਰਵਾਈ ਦੀ, ਇਹਨਾਂ ਕੋਲੋਂ ਹੀ ਗਿੱਧਾ ਭੰਗੜਾ ਪਵਾਈ ਦਾ ਫੋਕ। ਔਰ ਉਹ ਵਿਆਹ ਦਾ ਮਾਹੌਲ ਹੁੰਦਾ ਆ। ਤੇ ਇਸ ਤੋਂ ਇਲਾਵਾ ਜਿਹੜਾ ਆਹ ਗਰੁੱਪ ਹੈ ਸਾਡਾ, ਇਹ ਜਿਵੇਂ ਤੁਹਾਨੂੰ ਸਤਨਾਮ ਸਿੰਘ ਬਾਜਵਾ ਹੁਣ ਦੱਸਿਆ, ਸਾਨੂੰ ਤਕਰੀਬਨ 25 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਇਕੱਠਿਆਂ ਨੂੰ। ਤੇ ਹੌਲੀ ਹੌਲੀ ਇਹ ਜਿਹੜੇ ਸਾਰੇ ਗਰੁੱਪ ਸੀ, ਇਹ ਅਸੀਂ ਇਕੱਠੇ ਹੋ ਕੇ ਇੱਕ ਵੱਡਾ ਪਰਿਵਾਰ ਬਣ ਗਿਆ। ਤੇ ਆਹ ਜਿਹੜਾ ਪਰਿਵਾਰ ਆ, ਇਹ ਸਾਡਾ ਰੋਜ਼ ਮਿਲਦਾ ਜਿਹੜਾ ਸਵੇਰ ਨੂੰ ਪਰਿਵਾਰ। ਉਹ ਬਿਲਕੁਲ ਕਿੰਨਾ ਭੱਜਦੇ ਆ ਸਾਰੇ? ਜਿਵੇਂ ਤੁਹਾਨੂੰ ਦੱਸਿਆ ਜੀ, ਇੱਥੇ ਸਾਡਾ ਸੋਸ਼ਲਾਈਜ਼ਿੰਗ ਜ਼ਿਆਦਾ ਆ। ਤੇ 5 ਤੋਂ ਲੈ ਕੇ 50 ਕਿਲੋਮੀਟਰ ਦੇ ਵਿੱਚ ਕੋਈ ਵੀ ਜਿਹੜਾ ਤੁਹਾਡਾ ਡਿਸਟੈਂਸ ਆ, ਬਲਾਕ ਸੰਮਤੀ ਤੋਂ ਸਭ ਦੀ ਇਲੈਕਸ਼ਨ। ਬਿਲਕੁਲ ਜੀ, ਇਹ ਖੁੱਲ੍ਹਾ ਆ, ਇਹਦੇ 'ਚ ਕੋਈ ਨਹੀਂ ਹੈਗਾ ਵੀ ਕਿਸੇ ਨੂੰ ਕੋਈ ਸ਼ਿਕਾਇਤ ਸ਼ਿਕਵਾ ਨਹੀਂ ਕੋਈ। ਤੇ ਨਾਲ ਦੀ ਨਾਲ ਸਾਈਕਲਿੰਗ ਜੀ, ਇਹ ਰਨਿੰਗ ਦੇ ਨਾਲ ਜਿਹੜਾ ਹੈ ਉਹ ਸਾਈਕਲਿੰਗ ਦਾ ਵੀ ਸਾਡਾ ਇੱਕ ਜਿਹੜਾ ਰੂਹ ਪੰਜਾਬ ਦੀ ਗਰੁੱਪ, ਇਕਬਾਲ ਸਿੰਘ ਕਾਲਕਟ ਸਿੰਘ ਹੁਣੀ ਖੜੇ ਨੇ ਸਾਡੇ। ਇਹ ਸ਼ਨੀਚਰ ਤੇ ਐਤਵਾਰ ਨੂੰ ਉਹ ਵੀ ਮਤਲਬ 50 ਕਿਲੋਮੀਟਰ ਤੋਂ ਲੈ ਕੇ ਤੇ 100 ਕਿਲੋਮੀਟਰ ਤੱਕ ਦੀ ਜਿਹੜੀ ਸਾਈਕਲਿੰਗ ਹੈ ਨਾਲ ਰੂਹ ਪੰਜਾਬ ਦੀ ਅਕੈਡਮੀ ਉਹ ਵੀ ਕਰਦੇ। ਮੈਂ ਦੁਬਾਰਾ ਆਉਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਹਾਂਜੀ। ਤੁਸੀਂ ਕਿੰਨਾ ਚਿਰ ਹੋ ਗਿਆ ਜੁੜਿਆ ਨੂੰ? ਆਹ ਵਾਲੇ ਗਰੁੱਪ ਦੇ ਨਾਲ
3 ਸਾਲ ਤੋਂ ਵੱਧ ਹੋ ਗਿਆ। ਠੀਕ ਹੈ ਜੀ। ਐਂਡ ਕੋਵਿਡ ਦੇ ਟਾਈਮ ਤੇ ਕਾਫੀ ਮੁਸ਼ਕਿਲ ਸੀਗਾ ਕਿਉਂਕਿ ਪਾਕਰਨ ਤੋਂ ਅਸੀਂ ਸ਼ੁਰੂ ਹੋਏ ਸੀਗੇ ਐਕਚੁਅਲੀ ਭਾਜੀ ਉਹਨਾਂ ਨੂੰ ਜਾਣਨਾ, ਜੀ। ਤੇ ਉਸ ਤੋਂ ਬਾਅਦ ਆਪਣੇ ਇੱਕ ਪੰਜਾਬੀ ਕਲਚਰ ਦੇ ਨਾਲ ਜੁੜ ਕੇ ਬਹੁਤ ਵਧੀਆ ਲੱਗਾ, ਤੇ ਉਸ ਤੋਂ ਬਾਅਦ ਰਨਿੰਗ ਸ਼ੁਰੂ ਕੀਤੀ ਇਹਨਾਂ ਦੇ ਨਾਲ ਇਕੱਠੇ ਹੋ ਕੇ। ਰਨਿੰਗ ਕਦੋਂ ਸ਼ੁਰੂ ਕੀਤੀ? ਰਨਿੰਗ ਮੈਂ ਤੇ ਮੇਰਾ ਹਸਬੈਂਡ ਸੁਖਵੰਤ ਅਸੀਂ ਕਾਫੀ 5-6 ਸਾਲ ਹੋ ਗਏ। ਆਵਾਜ਼ ਮਾਰ ਲਈਏ? ਹਾਂਜੀ ਬੁਲਾ ਤੁਹਾਡੇ ਲਓ। ਕਹੇ ਤੇ ਆਉਣਾ, ਮੇਰੇ ਕਹੇ ਤੇ ਤਾਂ ਆਉਣਾ ਨਹੀਂ ਜੀ। ਮਾਰੋ ਆਵਾਜ਼ ਫਿਰ। ਹਾਂਜੀ ਭਾਜੀ ਘਰੇ ਵੀ ਇੰਨੇ ਪਿਆਰ ਨਾਲ ਆਵਾਜ਼ ਮਾਰਦੇ ਆ? ਨਹੀਂ ਜੀ, ਸਾਡਾ ਚੱਲਦਾ ਰਹਿੰਦਾ ਜੀ, ਕਦੀ ਉੱਚੀਆਂ ਕਦੀ ਨੀਵੀਆਂ। ਹਾਂਜੀ ਹਾਂਜੀ ਹਾਂਜੀ। ਅੱਛਾ ਮੈਨੂੰ ਦੱਸਿਓ ਹੁਣ ਕਿੰਨੀ ਦੌੜ ਲਾ ਲੈਂਦੇ ਹੋ ਇੱਕ ਦਿਨ ਦੇ ਵਿੱਚ, ਯਾਨੀ ਇੱਕੋ ਵਾਰੀ 'ਚ ਬਿਨਾਂ ਰੁਕੇ? ਡਿਪੈਂਡ ਕਰਦਾ ਤੁਹਾਡਾ, ਤੁਸੀਂ 5 ਕਿਲੋਮੀਟਰ ਦਾ ਮਿਨੀਮਮ ਆ ਤੇ 5 ਕਿਲੋਮੀਟਰ, ਹਾਂਜੀ ਟਿਊਜ਼ਡੇ ਨੂੰ 5 ਕਿਲੋਮੀਟਰ ਕਰੀਦਾ, ਫਿਰ ਸੈਟਰਡੇ ਨੂੰ ਸਾਰਿਆਂ ਦੇ ਨਾਲ ਪਾਰਕ ਰਨ 5 ਕਿਲੋਮੀਟਰ ਕਰੀਦਾ, ਜਿਹੜੇ ਰਾਊਜ਼ ਹਿਲ ਪਾਰਕ ਰਨ ਰਣਜੀਤ ਤੇ ਬਾਜਵਾ ਭਾਜੀ ਡਾਇਰੈਕਟਰ ਹੈਗੇ ਉਹਨਾਂ ਦੇ। ਤੇ ਉੱਦਾਂ ਨੋਰਮਲੀ ਮੰਥਲੀ ਅਸੀਂ ਕਰਦੇ ਹਾਂ 21 ਕਿਲੋਮੀਟਰਸ। ਹਾਂਜੀ 21 ਕਿਲੋਮੀਟਰ ਦੌੜ ਲੈਂਦੇ ਹਾਂ ਜੀ। ਹੁਣ ਤਾਂ 2 ਸਾਲ ਹੋ ਗਏ 21 ਕਿਲੋਮੀਟਰ ਦੌੜਦੇ ਹਾਂ, ਤੇ ਉਹ ਵੀ ਸਤਨਾਮ ਭਾਜੀ ਦੇ ਮੋਟੀਵੇਸ਼ਨ ਦੇ ਇੰਸਪੀਰੇਸ਼ਨ ਦੇ ਨਾਲ, ਕਿਉਂਕਿ ਸਾਡੇ ਵਰਗੇ ਹੌਸਟਲਾਂ 'ਚ ਪੜ੍ਹੇ ਹਾਂ, ਸਟੈਮਿਨਾ ਤਾਂ ਬਿਲਕੁਲ ਵੀ ਨਹੀਂ ਹੁੰਦਾ, ਤੇ ਬੋਇਜ਼ ਅੱਗੇ ਅੱਗੇ ਭੱਜ ਹੁੰਦੇ ਸੀ, ਪਿੱਛੇ ਪਿੱਛੇ ਭੱਜਦੇ ਹੁੰਦੇ ਸੀ। ਅਸੀਂ ਕਹਿੰਦੇ ਮੁੰਡੇ ਹੌਲੀ ਭੱਜ ਲਓ, ਤੇ ਇੱਥੇ ਆ ਕੇ ਹੁਣ ਪਤਾ ਚੱਲਿਆ ਕਿ ਹਾਂਜੀ ਲਾਈਕ ਪੇਸ ਕਦੀ ਸਾਰੇ ਤੇਜ਼ ਭੱਜਦੇ ਆ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਭਾਜੀ ਹਮੇਸ਼ਾ ਹੀ ਕਹਿੰਦੇ ਆ ਕਿ ਰਨਿੰਗ ਇਜ਼ ਫॉर ਲਾਈਫ ਲੌਂਗ। ਅੱਛਾ ਮੈਨੂੰ ਇਹ ਦੱਸਿਓ ਕਿ ਕੋਈ ਕੰਮ ਤਾਂ ਨਹੀਂ ਕਰਦੇ ਹੋਣੇ, ਨਾ ਰੋਟੀ ਪਕਾਉਣੀ ਪੈਂਦੀ ਹੋਣੀ, ਇੱਥੋਂ ਦੌੜ ਕੇ ਜਾ ਕੇ ਸੌਂ ਜਾਂਦੇ ਹੋਣੇ ਆ, ਨਾ ਕੋਈ ਹੋਰ ਕੰਮ ਕਰਨਾ ਪੈਂਦਾ ਹੋਣਾ? ਜਾਣੀ ਮੇਰੇ ਪੁੱਛਣ ਦਾ ਭਾਵ ਇਹ ਆ ਕਿ ਮੇਰੇ ਵਰਗੇ ਲੱਖਾਂ ਹੀ ਨੇ ਜਿਨ੍ਹਾਂ ਨੇ ਪ੍ਰੋਗਰਾਮ ਦੇਖਣਾ, ਉਹਨਾਂ ਨੂੰ ਇਹ ਆਪਾਂ ਦੱਸਣਾ ਮੈਂ ਇਹ ਚਾਹੁੰਦਾ ਕਿ ਭਾਈ ਦੌੜ ਕੇ ਵੀ ਤੁਸੀਂ ਇੰਨਾ ਨਹੀਂ ਥੱਕਦੇ, ਘਰ ਦੇ ਕੰਮ ਕੀਤੇ ਜਾ ਸਕਦੇ, ਕੋਈ ਨੌਕਰੀ ਕੋਈ ਡਾਲਰ ਵੀ ਕਮਾਉਣਾ ਹੁੰਦਾ ਘਰ ਦੀ ਕਿਸ਼ਤ ਦੇਣ ਨੂੰ, ਉਹ ਸਾਰਾ ਕੁਝ ਨਾਲ ਹੀ ਕਰਦੇ ਹੋ? ਹਾਂਜੀ ਮੈਂ ਫੁੱਲ ਟਾਈਮ ਵਰਕ ਕਰਦੀ ਹਾਂ ਜੀ। 2 ਬੇਟੀਆਂ ਨੇ ਮੇਰੀਆਂ, ਤੇ ਰਨਿੰਗ ਐਨਰਜੀ ਦਿੰਦੀ ਆ। ਇਟਸ ਐਨਰਜੀ ਇਨ ਐਂਡ ਆਊਟ ਵਾਲੀ ਗੱਲ ਹੀ ਕਹਿ ਲਓ ਇੰਗਲਿਸ਼ 'ਚ। ਤੇ ਬਸ ਇੱਥੋਂ ਹੀ ਸ਼ੁਰੂ ਹੋਈਦਾ, ਇੱਥੋਂ ਐਨਰਜੀ ਲੈ ਕੇ ਘਰ ਜਾਈਦਾ, ਬੱਚਿਆਂ ਨੂੰ ਸਕੂਲ ਲਈ ਤਿਆਰ ਹੋਏ ਹੁੰਦੇ ਉਹਨਾਂ ਨੂੰ ਬ੍ਰੈਕਫਾਸਟ ਬਣਾ ਕੇ ਦੇਈਦਾ, ਉਹਨਾਂ ਨੂੰ ਸਕੂਲ ਛੱਡੀਦਾ, ਉਸ ਤੋਂ ਬਾਅਦ ਆਪਣੀ ਰੂਟੀਨ ਸ਼ੁਰੂ ਕਰੀਦੀ ਆ, ਆਪਣੀਆਂ ਮੀਟਿੰਗਸ ਵਗੈਰਾ ਦਿਨ ਦੀਆਂ ਦੇਖੀ ਦੀਆਂ। ਐਂਡ ਕੋਵਿਡ ਕਰਕੇ ਵਰਕ ਫਰੋਮ ਹੋਮ ਆ, ਪਰ ਕਦੀ ਜਾਣਾ ਵੀ ਪੈਂਦਾ, ਤੇ ਜਿਵੇਂ ਅੱਜ ਕੰਮ ਤੇ ਜਾਣਾ। ਜਦੋਂ ਤੁਸੀਂ ਸ਼ੁਰੂ ਕੀਤਾ ਸੀ, ਮੇਰਾ ਆਖਰੀ ਸਵਾਲ ਹੈ, ਸ਼ੁਰੂ ਦੇ ਵਿੱਚ ਬਹੁਤ ਔਖਾ ਲੱਗਾ ਹੋਣਾ, ਤੇ ਨਾਲ ਬਾਕੀ ਬੀਬੀਆਂ ਨੂੰ, ਸਾਡੀਆਂ ਮੁਟਿਆਰਾਂ ਨੂੰ ਕੀ ਸੱਦਾ ਦਿੰਦੇ ਹੋ ਕਿ ਚੰਗੀ ਚੀਜ਼ ਹੈ, ਸਿਹਤ ਵੀ ਠੀਕ ਰਹਿੰਦੀ ਹੈ, ਮੈਨੂੰ ਲੱਗਦਾ ਕਿ ਦਿਮਾਗ ਵੀ ਫਰੈਸ਼ ਰਹਿੰਦਾ ਹੋਊਗਾ, ਕੰਮ ਵੀ ਵੱਧ ਹੁੰਦਾ ਹੋਊਗਾ, ਬੰਦੇ ਦਾ ਕਨਸੈਂਟਰੇਸ਼ਨ ਲੈਵਲ ਵੀ ਵੱਧਦਾ ਹੋਊਗਾ, ਸਾਰਾ ਕੁਝ ਮਾੜਾ ਜਿਹਾ ਸਮਝਾ ਦਿਓ ਕਿ ਹੋਰ ਵੀ ਆਜੂ। ਹਾਂਜੀ ਅਸੀਂ ਮੋਟੀਵੇਟ ਤਾਂ ਕਰੀਦਾ, ਸਾਰੇ ਆਪਾਂ ਇੱਥੇ ਫੈਮਲੀਜ਼ ਵਾਲੇ ਹੀ ਹਾਂ, ਐਂਡ ਉਹ ਆਉਂਦੇ ਵੀ ਨੇ ਟਿਊਜ਼ਡੇ ਰਨ 'ਚ, ਕਾਫੀ ਜੁੜਦੇ ਨੇ ਸਾਡੇ ਨਾਲ, ਮੰਥਲੀ ਰਨ ਵਿੱਚ ਵੀ ਆਉਂਦੇ ਨੇ। ਸੋ ਬਸ ਆਹ ਵਾ ਕਿ ਰੈਗੂਲਰ ਰੋਜ਼ ਵਾਲੇ ਉਹਦੇ 'ਚ ਮੈਂ ਤੇ ਭਾਵਨਾ ਹੀ ਆ, ਅਸੀਂ ਜਿਹੜੇ ਰੈਗੂਲਰਲੀ ਆਉਂਦੇ ਹਾਂ, ਮੇ ਬੀ ਸਾਨੂੰ ਸਾਡੀ ਲਾਈਫ ਸਟਾਈਲ ਨੂੰ ਸੂਟ ਕਰਦਾ, ਬਟ ਆਪਣੇ ਤਰੀਕੇ ਦੇ ਨਾਲ ਹਰ ਕੋਈ, ਕਾਫੀ ਲੇਡੀਜ਼ ਹੈਗੀਆਂ ਨੇ ਸਾਡੇ ਗਰੁੱਪ 'ਚ ਜਿਹੜੀਆਂ ਆਉਂਦੀਆਂ ਰੂਟੀਨ 'ਚ। ਜੀ ਭਾਜੀ ਕੀ ਹਾਲ ਨੇ? ਵਧੀਆ ਜੀ ਵਧੀਆ ਭਾਜੀ। ਤੁਸੀਂ ਤੇਜ਼ ਭੱਜਦੇ ਹੋ ਕਿ ਭੱਜਦੇ? ਨਹੀਂ ਭਾਜੀ, ਅਸੀਂ ਤਾਂ ਪਿੱਛੇ ਰਹਿਣ ਵਾਲੇ ਜੀ, ਅਸੀਂ ਸ਼ੁਰੂ ਕਰਾਉਣ ਵਾਲੇ ਆ, ਸਾਰਿਆਂ ਨੂੰ ਸ਼ੁਰੂ ਕਰਾ ਦਈਦਾ, ਫਿਰ ਆਪਾਂ ਪਿੱਛੇ ਹੋ ਜਾਈਦਾ ਜੀ। ਤੇ ਕਦੋਂ ਸ਼ੁਰੂ ਕੀਤਾ ਤੁਸੀਂ? ਭਾਜੀ ਵੈਸੇ ਤਾਂ ਕਾਲਜ ਟਾਈਮ ਤੋਂ ਹੀ ਮੈਂ ਐਥਲੀਟ ਸੀਗਾ। ਠੀਕ ਹੈ ਜੀ। ਫਿਰ ਉਰੇ ਆ ਕੇ ਜੀ 2-3 ਸਾਲ ਤੇ ਬਸ ਘੁੰਮ ਫਿਰ ਕੇ ਵੇਖ ਲਿਆ, ਖਾ ਖੂ ਲਿਆ, ਵੇਟ ਵੁੱਡ ਵਧਾ ਲਿਆ ਜੀ। ਅੱਛਾ ਵੇਟ ਵਧਾ ਲਿਆ? ਹਾਂਜੀ ਕਾਫੀ। ਜਦ ਮੈਂ ਇੱਥੇ ਆਇਆ ਸੀਗਾ 82 ਕਿਲੋ ਸੀਗਾ, ਫਿਰ ਕੁਝ 97 ਕਿਤੇ ਕੁਇੰਟਲ ਕਿਤੇ ਲਾ ਕੇ ਪਹੁੰਚ ਗਏ ਜੀ ਆਪਾਂ। ਹੁਣ ਕਿੰਨਾ? ਇਸ ਟਾਈਮ 81 ਕਿਲੋ ਜੀ, 81। ਯਾਨੀ 20 ਕਿਲੋ ਭਾਰ ਤੁਸੀਂ ਤਕਰੀਬਨ ਘਟਾ ਲਿਆ? ਹਾਂਜੀ, ਪਰ ਇਹ ਕੰਸਿਸਟੈਂਟ ਆ ਜੀ। ਇਹ ਤਾਂ 2000 ਪਹਿਲਾਂ ਇਦਾਂ ਸੀਗਾ, ਬੂਟ ਕੈਂਪ ਲਾ ਲਏ, ਜਿਮ ਚੱਲ ਗਏ। 2016 ਚ ਸਤਾਮ ਭਾਜੀ ਨੂੰ ਮਿਲੇ ਪਾਕਰਾਨ, ਤੇ ਇਹ ਬਸ 2016 ਤੋਂ ਚੱਲਦਾ ਸਫ਼ਰ ਆ ਜੀ, ਜਿੱਥੇ ਹੁਣ ਤੱਕ ਪਹੁੰਚੇ। ਇੱਕਦਮ ਜੀ 450 ਜੀ। ਇੱਕ ਮਹੀਨੇ ਚ 450 ਕਿਲੋਮੀਟਰ ਦੌੜੇ ਨੇ, ਜਾਣੀ ਜੇ ਤੁਸੀਂ ਜਲੰਧਰੋਂ ਚੱਲੋ ਦਿੱਲੀ ਵੀ ਟੱਪ ਜਾਂਦੇ ਹੋ, ਜਾਣੀ ਇੱਕ ਮਹੀਨੇ ਦੇ ਵਿੱਚ। ਤੇ ਰੋਜ਼ ਥੱਕੇ ਰਹਿੰਦੇ ਸੀ ਕਿ ਠੀਕ ਰਹਿੰਦਾ ਕੰਮ? ਨਹੀਂ ਭਾਜੀ, ਯੂਜ਼ਡ ਹੋ ਚੁੱਕੇ ਆ। ਇਵੇਂ ਹੁੰਦਾ ਜਿੱਦਣ ਨਹੀਂ ਆਈਦਾ ਉਦੋਂ ਦਿਨ ਬਹੁਤ ਬੁਰਾ ਨਿਕਲਦਾ। ਜਿਵੇਂ ਕੱਲ ਮੇਰੇ ਖਿਆਲ ਮੈਂ 1.5 ਮਹੀਨੇ ਤੋਂ ਬਾਅਦ ਹੀ ਪਹਿਲਾ ਡੇ ਆਫ ਲਿਆ ਹੋਣਾ, ਤੇ ਕੱਲ ਇਵੇਂ ਸੀਗਾ ਕਿ ਸਮਥਿੰਗ ਇਜ਼ ਮਿਸਿੰਗ। ਪਰ ਦੌੜਨ ਦੇ ਨਾਲੋਂ ਇਸ ਗਰੁੱਪ ਦੀ ਜਿਹੜੀ ਸਭ ਤੋਂ ਜ਼ਿਆਦਾ ਖੂਬਸੂਰਤੀ ਇਹ ਹੈ ਕਿ ਇਹ ਸਿਰਫ ਫਿਜ਼ੀਕਲ ਨਹੀਂ, ਇਹ ਮੈਂਟਲ ਵੀ, ਔਰ ਸਾਰੇ ਲਾਈਕ ਮਾਈਂਡਡ ਪੀਪਲ ਨੇ, ਇੱਕੋ ਸੋਚ ਵਾਲੇ ਨੇ। ਜਿੱਥੇ ਫਾਈਨੈਂਸ਼ੀਅਲ, ਜਿਵੇਂ ਤੁਸੀਂ ਅੱਗੇ ਮੈਂਸ਼ਨ ਕੀਤਾ, ਫਾਈਨੈਂਸ ਨਾਂ ਦੀ ਕੋਈ ਇੱਥੇ ਨਾ ਤੇ ਕੋਈ ਬੋਲਦਾ ਹੀ ਆ, ਤੇ ਇੱਕ ਦੂਜੇ ਨਾਲ ਮਜ਼ਾਕ ਕਰਕੇ ਘਰੇ ਜਾਈਦਾ,
ਕੌਫੀ ਨਾਲ ਜਿਹੜਾ ਵੀ ਆਏ ਉਹਨੂੰ ਜ਼ਰੂਰ ਪਿਲਾਈ ਦੀ ਆ। ਇੱਕ ਮੈਨੂੰ ਗੱਲ ਤੁਹਾਡੀ ਬਹੁਤ ਚੰਗੀ ਲੱਗੀ ਅੱਜ ਕੱਲ, ਕਿਉਂਕਿ ਘਰਾਂ ਦੀਆਂ ਕੀਮਤਾਂ ਵੱਧ ਗਈਆਂ ਹੋਏ, ਇੰਟਰਸਟ ਰੇਟ ਵੱਧ ਗਿਆ ਹੋਏ, ਜਾਣੀ ਪੰਜਾਬੀ ਜਿੱਥੇ ਇਕੱਠੇ ਹੁੰਦੇ ਆ ਵਿਆਹ ਤੇ ਹੋ ਜਾਣ, ਕਿਤੇ ਵੀ ਚਲੇ ਜਾਣ, ਤੁਸੀਂ ਕਿਤੇ ਪਾਰਕ 'ਚ ਬੈਠੇ, ਆਹੀ ਗੱਲਾਂ ਹੁੰਦੀਆਂ। ਪਰ ਮੈਨੂੰ ਆਹ ਚੰਗਾ ਲੱਗਾ ਕਿ ਭਾਈ ਇੱਥੇ ਡਾਲਰ ਤੇ ਰੁਪਈਆ ਤਾਂ ਚਲ ਗਿਆ ਕਿ ਥੱਲੇ ਚਲ ਗਿਆ, ਬਿਟਕੋਇਨ ਜਿਹਾ ਪਤਾ ਨਹੀਂ ਕੀ ਤੁਰਿਆ ਫਿਰਦਾ, ਬਹੁਤ ਸਾਰੀਆਂ ਚੀਜ਼ਾਂ ਹਵਾ 'ਚ ਹੀ ਨੇ, ਉਹੀ ਵਧੀ ਜਾਂਦੀਆਂ ਘਟੀ ਜਾਂਦੀਆਂ, ਸਾਡਾ ਦਿਲ ਘਟਦਾ ਰਹਿੰਦਾ। ਪਰ ਅਸਲੀ ਜਿਹੜੀ ਜ਼ਿੰਦਗੀ ਹੈ ਉਹ ਇੱਥੇ ਧੜਕਦੀ ਮੈਨੂੰ ਨਜ਼ਰ ਆਈ। ਭਾਜੀ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਇਧਰੋਂ ਕਿੱਧਰੋਂ ਸ਼ੁਰੂ ਕਰਾਂ ਜੀ? ਚਲੋ ਨਹੀਂ, ਸਮਰਪਣ ਭਾਵਨਾ ਦੀ ਤੁਹਾਡੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ। ਬਚਪਨ ਤੋਂ ਹੀ ਫਿਜ਼ੀਕਲੀ ਜਾਣੀ ਭੱਜਦੇ ਦੌੜਦੇ ਐਕਸਰਸਾਈਜ਼ ਕਰਦੇ ਸੀ ਕਿ ਲੇਟ ਸ਼ੁਰੂ ਕੀਤਾ? ਨਹੀਂ ਜੀ ਨਹੀਂ, ਮੈਂ ਤੇ 3 ਸਾਲ ਪਹਿਲੇ ਆਰਪੀਡੀ ਗਰੁੱਪ ਦੇ ਨਾਲ ਜੁਆਇਨ ਹੋਣ ਤੋਂ ਬਾਅਦ ਹੀ ਰਨਿੰਗ ਸਟਾਰਟ ਕੀਤੀ ਹੈ। ਮੈਂ ਕਦੀ ਵੀ ਰਨਿੰਗ ਨਹੀਂ ਕੀਤੀ ਸੀ ਔਰ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਤੇ ਇੱਕ ਚੱਕਰ ਵੀ ਨਹੀਂ ਲਗਾ ਸਕਦੀ 600 ਮੀਟਰ ਵਾਲਾ। ਤੇ ਪਹਿਲੀ ਵਾਰੀ ਜਦੋਂ ਲਗਾਇਆ ਤੇ ਮੈਨੂੰ ਲੱਗਿਆ ਤੇ ਬਹੁਤ ਔਖਾ ਆ, ਬਟ ਧੀਰੇ ਧੀਰੇ ਜਦੋਂ ਬਾਜਵਾ ਜੀ ਦੇ ਨਾਲ ਅਸੀਂ ਜੁਆਇਨ ਹੋਏ ਤੇ ਉਹਨਾਂ ਨੇ ਟੈਕਨੀਕਸ ਦੱਸੀਆਂ ਕਿ ਬਈ ਇੱਦਾਂ ਨਹੀਂ, ਇੱਦਾਂ ਕਰੋ, ਹੌਲੀ ਦੌੜੋ, ਜਿੰਨਾ ਹੁੰਦਾ ਓਨਾ ਕਰੋ, ਸਟੈਪ ਬਾਏ ਸਟੈਪ ਐਡ ਕਰੋ। ਤੇ ਉਹਦੇ ਨਾਲ ਹੁਣ ਅਸੀਂ ਵੀ ਹਾਫ ਮੈਰਾਥਨ ਕਰ ਲੈਂਦੇ ਆ ਰੋਜ਼ 5 ਕਿਲੋਮੀਟਰ। ਹਾਂਜੀ, ਜਿਨ੍ਹਾਂ ਨੂੰ ਲੱਗਦਾ ਸੀ ਕਿ ਇੱਕ ਚੱਕਰ ਵੀ ਨਹੀਂ ਲੱਗਣਾ। ਨਾ ਜੀ, ਹਾਂ, ਬਿਲਕੁਲ ਵੀ ਨਹੀਂ। ਹੁਣ ਤੁਸੀਂ ਤਾਂ ਨਹੀਂ ਕੋਈ ਕੰਮ ਕਰਦੇ, ਹੁਣ ਇੱਥੋਂ 5 ਕਿਲੋਮੀਟਰ ਦੌੜ ਕੇ ਤੁਸੀਂ ਤਾਂ ਜਾ ਕੇ ਇਹਨਾਂ ਨੂੰ ਕਹਿੰਦੇ ਹੋਣੇ ਕਿ ਹੁਣ ਥੋੜਾ ਜਿਹਾ ਨਿੰਬੂ ਪਾਣੀ ਬਣਾ ਦਿਓ, ਕਿ ਆਪ ਕੁਝ ਕੰਮ ਵੀ ਕਰਦੇ ਹੋ? ਨਹੀਂ ਜੀ ਨਹੀਂ, ਮੈਂ ਵੀ IT ਮੈਨੇਜਰ ਹਾਂ, ਸੋ ਪੂਰੀ ਟੀਮ ਨੂੰ ਦੇਖਣਾ ਪੈਂਦਾ ਹੈ। ਸੋ ਫੁੱਲ ਟਾਈਮ ਜੌਬ ਹੈ, 2 ਬੱਚੇ ਹੈ, ਘਰ ਹੈ, ਤੇ ਸਾਰਾ ਕੁਝ ਮੈਨੇਜ ਕਰਦੇ ਹਾਂ। ਔਰਤਾਂ ਨੂੰ, ਮਟਿਆਰਾਂ ਨੂੰ, ਸਾਡੀਆਂ ਬੱਚੀਆਂ ਨੂੰ ਆਉਣਾ ਚਾਹੀਦਾ, ਚੰਗੀ ਚੀਜ਼ ਹੈ। ਹਾਂਜੀ, ਬਹੁਤ ਜ਼ਿਆਦਾ, ਕਿਉਂਕਿ ਤੁਹਾਨੂੰ ਇੱਥੇ ਕੰਮ ਕਰਕੇ ਤੁਸੀਂ ਘਰ ਵੀ ਜ਼ਿਆਦਾ ਪ੍ਰੋਡਕਟਿਵ ਹੁੰਦੇ ਹੋ ਜੇ ਤੁਸੀਂ ਸਵੇਰੇ ਰਨਿੰਗ ਕਰਕੇ ਜਾਂਦੇ ਹੋ। ਜੇ ਤੁਸੀਂ ਨਹੀਂ ਕਰਦੇ ਹੋ ਤੁਹਾਨੂੰ ਘਰ ਵੀ ਫਿਰ ਕੰਮ ਨਹੀਂ ਕਰ ਸਕਦੇ। ਛੁੱਟੀਆਂ ਕਿੰਨੀਆਂ ਕਰਦੇ ਹੋ, ਜਾਨੀ ਕਿੰਨੇ ਦਿਨ ਦੌੜਦੇ ਹੋ ਰੋਜ਼, ਜਾਨੀ ਹਫਤੇ ਦੇ ਵਿੱਚ? 4 ਜਾਂ 5 ਦਿਨ ਇੱਕ ਹਫਤੇ 'ਚ। ਹਾਂਜੀ। ਇਹਨਾਂ ਦੀਆਂ ਸਾਰੀਆਂ ਗੱਲਾਂ ਸਹੀ ਨੇ? 100% ਸਹੀ ਹੈ ਜੀ। ਠੀਕ ਹੈ ਜੀ। ਤੇ ਤੁਸੀਂ ਭਾਰ ਵਧਾਇਆ, ਘਟਾਇਆ, ਫਿੱਟ ਹੋਏ ਹੋ, ਕਿੱਦਾਂ ਜੀ ਮਾਹੌਲ? ਹਾਂਜੀ, ਇੱਦਾਂ ਹੀ ਹੈ ਜੀ। ਮੇਰਾ ਥੋੜਾ ਬੋਡੀ ਇੱਦਾਂ ਹੀ ਰਹਿੰਦੀ ਕਿਉਂਕਿ ਇੰਜਰੀ ਹੋ ਜਾਂਦੀ ਹੈ ਤੇ ਫਿਰ ਥੋੜਾ ਸਟੈਪ ਬੈਕ ਕਰਨਾ ਪੈਂਦਾ ਆ। ਲੇਕਿਨ ਗੱਲ ਇਹ ਹੈ ਕਿ ਇੱਥੇ ਜੋ ਆਉਣ ਦਾ ਜੋ ਰੂਟੀਨ ਹੈਗਾ ਉਹ ਇਹੀ ਹੈ ਕਿ ਇੱਕ ਤੇ એનર્ਜੀ ਮਿਲਦੀ ਹੈ, ਸਾਰਾ ਦਿਨ ਤੁਸੀਂ ਕੰਮ ਕਰਨਾ ਪੈਂਦਾ, ਔਰ ਜੋ ਕਿ ਇੱਥੇ ਦਾ ਜੋ ਮੇਰਾ ਜੋ ਬੀਇੰਗ ਐਜ਼ ਐਨ ਅਕਾਊਂਟੈਂਟ ਤੇ ਕਾਫੀ ਪ੍ਰੈਸ਼ਰ ਰਹਿੰਦਾ ਹੈਗਾ ਹਰ ਰੋਜ਼ ਹੀ ਨਾ, ਤੇ ਉਹਦੇ ਕਰਕੇ ਉਸ ਵਾਸਤੇ ਬੋਡੀ ਔਰ ਮਾਈਂਡ ਨੂੰ ਪ੍ਰਿਪੇਅਰ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਸਵੇਰੇ ਇੱਥੇ ਆ ਕੇ ਐਕਸਰਸਾਈਜ਼ ਕਰਨਾ। ਮੈਨੂੰ ਲੱਗਦਾ ਕਿ ਆ ਜੀ ਨਿਚੋੜ ਕੀ ਕਹਿੰਦੇ, ਕਰਕਸ ਮੇਰੇ ਖਿਆਲ ਕਹਿੰਦੇ ਹੁੰਦੇ ਨਾ ਅੰਗਰੇਜ਼ੀ ਦੇ ਵਿੱਚ, ਨਿਚੋੜ ਇਹੀ ਨਿਕਲਿਆ। ਅਕਾਊਂਟੈਂਟ ਨੇ ਸਾਰੀ ਦਿਹਾੜੀ ਅੰਕੜਿਆਂ ਨਾਲ ਖੇਡਦੇ ਨੇ, ਕਿਹਦਾ ਟੈਕਸ ਕਿੱਧਰਲੇ ਪਾਸੇ ਨੂੰ ਕਿੰਨਾ ਜਾਣਾ, ਜਾਣੀ ਅਗਲੇ ਬੰਦੇ ਨੇ ਵੀ ਕਹਿਣਾ ਯਾਰ ਬਚਾਓ ਕਿੱਦਾਂ, ਜਾਣੀ ਪ੍ਰੈਸ਼ਰ ਸਾਰੀ ਦਿਹਾੜੀ। ਕੋਈ ਉਹ ਕ੍ਰੀਏਟਿਵ ਜਿਹਾ ਕੰਮ ਨਹੀਂ ਹੈਗਾ, ਉਹ ਬੜਾ ਔਖਾ ਜਿਹਾ ਕੰਮ ਆ। ਪਰ ਉਹ ਕਹਿੰਦੇ ਜੀ ਦੌੜਾਂਗੇ ਆਪਾਂ ਤੇ ਮਾਈਂਡ ਰਿਲੈਕਸ ਹੋ ਜਾਂਦਾ, ਦੂਸਰੇ ਦਿਨ ਤੁਸੀਂ ਕੰਮ ਕਰਨ ਦੇ ਲਈ ਤਿਆਰ ਹੋ ਜਾਂਦੇ ਆ। ਤੇ ਇਹ ਮੈਨੂੰ ਲੱਗਦਾ ਕਿ 90% ਲੋਕਾਂ ਦੀ ਜਿਹੜੀ ਉਹ ਸਮੱਸਿਆ। ਡਾਕਟਰ ਸਾਹਿਬ ਇੱਥੇ ਆਇਓ। ਲਓ ਜੀ, ਹੁਣ ਕਿਉਂਕਿ ਆਪਾਂ ਮੈਡੀਕਲ ਸਾਇੰਸ ਕੀ ਕਹਿੰਦੀ ਹੈ, ਇੱਕ ਗੋਲੀ ਖਾ ਕੇ ਅਸੀਂ ਠੀਕ ਰਹਿਣਾ ਜਾਂ ਅਸੀਂ ਬਿਮਾਰ ਹੋਣ ਤੋਂ ਹੀ ਬਚਣਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਤੁਸੀਂ ਤਾਂ ਡਾਕਟਰ ਹੋ, ਤੁਹਾਡੇ ਸਾਹਮਣੇ ਜਾਣ ਤੋਂ ਉਹੀ ਡਰ ਲੱਗਦਾ ਹੁੰਦਾ। ਡਾਕਟਰ ਨੂੰ ਅਸੀਂ ਦੇਖਣਾ ਨਹੀਂ ਚਾਹੁੰਦੇ ਨੇ ਪਰ ਤੁਹਾਨੂੰ ਦੇਖਣਾ ਚਾਹੁੰਦੇ ਆ। ਅੱਛਾ, ਮੈਨੂੰ ਦੱਸਿਓ ਕਿ ਕੀ ਬਿਮਾਰ ਹੋ ਕੇ ਠੀਕ ਹੋਣਾ ਠੀਕ ਹੈ ਜਾਂ ਪਹਿਲੇ ਦੌੜ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਣਾ? ਉਹ ਕਹਿੰਦੇ ਨੇ ਜੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਹੈ ਨਾ ਜੀ। ਸੋ ਪ੍ਰੀਵੈਂਸ਼ਨ ਬੈਸਟ ਆ, ਵੀ ਜੇ ਉਹ ਚੀਜ਼ ਹੋਣ ਹੀ ਨਾ ਦਿੱਤੀ ਜਾਵੇ ਤਾਂ ਉਹ ਮੱਚ ਬੈਟਰ ਹੈ। ਤੁਸੀਂ ਕਿੰਨਾ ਦੌੜਦੇ ਹੋ? ਮੈਂ ਜਿੱਦਾਂ ਸਾਰਿਆਂ ਨੇ ਕਿਹਾ ਹੈ ਨਾ, ਹਾਫ ਮੈਰਾਥਨ ਕਰ ਲਈਦੇ ਆ, ਕਿਸੇ ਦਿਨ 10 ਕਿਲੋਮੀਟਰ 15 ਕਿਲੋਮੀਟਰ। ਹਾਂਜੀ, ਠੀਕ ਹੈ ਜੀ। ਚਾਹੇ ਭਾਰਤ ਹੋਵੇ ਚਾਹੇ ਆਸਟ੍ਰੇਲੀਆ, ਕੈਨੇਡਾ, ਜੇ ਕੋਈ ਬੰਦਾ ਹਫਤੇ 'ਚ 4 ਦਿਨ ਰਨਿੰਗ ਕਰ ਲੈਂਦਾ, ਹੌਲੀ ਹੌਲੀ ਦੌੜ ਲੈਂਦਾ, ਕੀ ਉਹਦੀ ਸਿਹਤ 70% ਠੀਕ ਰਹਿ ਸਕਦੀ ਹੈ? ਹਾਂਜੀ, ਇਹ ਇੰਡੀਵਿਜੂਅਲਸ 'ਤੇ ਵੇਰੀ ਕਰਦਾ, ਪਰ ਮਤਲਬ ਜੇ ਤੁਸੀਂ ਦੇਖੋ ਨਾ, ਇੱਕ ਮੋਟਾ ਜਿਹਾ ਹਿਸਾਬ ਆ ਵੀ ਜੇ ਤੁਸੀਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਤੇ ਹਫਤੇ 4-5 ਦਿਨ ਕਰ ਲੈਂਦੇ ਹੋ, ਤੁਹਾਡੇ ਜਿਹੜੇ ਕਿਸੇ ਵੀ ਬਿਮਾਰੀ ਤੋਂ ਬਚਣ ਦਾ ਜਿਹੜਾ ਤੁਹਾਡਾ ਪ੍ਰੋਬੇਬਿਲਿਟੀ ਹਾਂਜੀ ਕਾਫੀ ਵੱਧ ਜਾਂਦੀ ਹੈ। ਹਾਂਜੀ। ਠੀਕ ਹੈ ਜੀ। ਤੁਹਾਨੂੰ ਕਿੰਨਾ ਚਿਰ ਹੋ ਗਿਆ ਦੌੜਦਿਆਂ ਨੂੰ? ਮੈਂ ਲੱਗਿਆ ਸੀ ਜੀ ਅਰਾਊਂਡ ਕੋਵਿਡ। ਅੱਛਾ, ਕੋਵਿਡ ਤੋਂ ਪਹਿਲਾਂ ਥੋੜਾ ਜਿਹਾ, ਤੇ ਕੋਵਿਡ ਦੇ ਵਿੱਚ ਫਿਰ ਵੱਧ ਗਿਆ ਸੀ। ਹਾਂਜੀ, 3 ਸਾਲ। ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਬੰਦੇ, ਚੰਗੇ ਨੇ ਬੰਦੇ ਰੂਹ ਪੰਜਾਬ ਦੀ ਵਾਲੇ। ਇਹਨਾਂ ਨਾਲ ਵਧੀਆ ਬੰਦੇ ਮੈਨੂੰ ਮਿਲੇ ਨਹੀਂ ਹਜੇ ਤੱਕ। ਕੀ ਬਾਤ ਹੈ। ਠੀਕ ਹੈ ਜੀ, ਮਿਹਰਬਾਨੀ ਡਾਕਟਰ ਸਾਹਿਬ, ਮਿਹਰਬਾਨੀ ਜੀ। ਮੈਂ ਹੁਣ ਇਧਰਲੇ ਪਾਸਿਓਂ ਆਉਣਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਬਿਲਕੁਲ ਵਧੀਆ ਜੀ। ਤੇ ਕਦੋਂ ਦੇ ਜੁੜੇ ਹੋ ਜੀ? ਮੈਨੂੰ ਹੋ ਗਏ 6-7 ਸਾਲ ਜੁੜਿਆਂ ਨੇ ਨਾਲ ਭੱਜਣ ਦੇ ਮਾਮਲੇ ਦੇ ਵਿੱਚ। ਵੈਸੇ ਤਾਂ ਅਜੇ ਤੇ ਮੇਰਾ ਬੇਟਾ ਦੋਨੋਂ ਕਲਾਸ ਫੈਲੋ ਸੀ ਜੀ,
ਤੇ ਇਸ ਕਰਕੇ ਖੇੜਾ ਸਾਹਿਬ ਨੂੰ ਵੀ ਜਾਣਦੇ ਸੀ ਜੀ ਤੇ ਗੱਲ ਉਹੀ ਜਿਹੜੀ ਸਾਰਿਆਂ ਦੀ ਬਾਕੀ ਦੀ ਦੱਸ ਰਹੇ ਸੀਗੇ ਕਿ ਵੀ 80 82 ਤੇ ਆਏ ਸੀਗੇ, ਜੀ ਕੁਇੰਟਲ ਤੇ ਪਹੁੰਚ ਗਏ ਸੀ ਪਹੁੰਚ ਗਏ ਸੀ ਤੇ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਉਹੀ 2 2.5 ਤੇ ਫਸੇ ਸੀ। ਜੀ ਤੇ ਖੇੜਾ ਸਾਹਿਬ ਬਾਜਵਾ ਸਾਹਿਬ ਹਮੇਸ਼ਾ ਕਹਿੰਦੇ ਤੂੰ ਭਾਖੜਨ ਤੇ ਆਇਆ ਕਰ ਤੇ ਸਾਡੇ ਨਾਲ ਚੱਲਿਆ ਕਰ ਤੇ ਭਾਰ ਘਟ ਜਾਊਗਾ ਆਪਣੇ ਆਪ ਹੀ। ਜੀ ਉਹ ਨਹੀਂ ਭਾਜੀ 5 ਜੋਗੇ ਹੋ ਜਾਈਏ, ਹਲੇ ਤਾਂ 2 2.5 ਤੇ ਫਸੇ ਆ, ਨਹੀਂ ਭਾਜੀ 5 ਜੋਗੇ ਹੋ ਜਾਈਏ। ਜੀ ਤੇ ਉਹ ਸਵੇਰ ਨੂੰ ਖੇਸੀ ਸ਼ਿਰਨੀ ਕਿੰਨੀ ਕੁ ਔਖੀ ਲੱਗਦੀ ਹੈ ਦੌੜ ਲਾਉਣ ਵਾਲੀ? ਉਹ ਹੁਣ ਨਹੀਂ ਫਰਕ ਹੁਣ ਨੀ ਪੈਂਦਾ, ਔਖੀ ਲੱਗਦੀ। ਹੁਣ ਨਹੀਂ ਇਹ ਸ਼ੁਰੂ ਦੀ ਗੱਲ ਹੁੰਦੀ ਆ। ਜੀ ਤੇ ਸਾਡੇ ਤਾਇਆ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਕਿ ਵੀ ਉੱਠਣਾ ਔਖਾ ਲੱਗਦਾ, ਜੀ ਤੁਸੀਂ ਚਾਹੇ 9 ਵਜੇ ਉੱਠੋ ਚਾਹੇ ਤੁਸੀਂ 5 ਵਜੇ ਉੱਠੋ ਉਹ ਔਖਾ ਹੀ ਲੱਗਣਾ ਤੇ ਔਖਾ ਹੀ ਲੱਗਣਾ। ਤੇ ਉਹ ਗੱਲ ਹੁਣ ਸਮਝ ਵੀ ਆਉਂਦੀ ਆ ਜੀ ਕਿ ਵੀ ਇਸ ਕਰਕੇ ਆ ਕਿ ਵੀ ਹੁਣ ਮੇਰਾ ਤਾਂ ਵੈਸੇ ਵੀ ਲੱਗ ਗਿਆ, ਮੈਨੂੰ ਤਾਂ ਅੱਧਾ ਘੰਟਾ ਵੈਸੇ ਹੋਰ ਸੌਣ ਨੂੰ ਮਿਲ ਜਾਂਦਾ। ਬਿਲਕੁਲ ਠੀਕ ਹੈ ਜੀ, ਮਿਹਰਬਾਨੀ ਮਿਹਰਬਾਨੀ। ਆਇਓ ਜੀ ਤੁਸੀਂ ਇਧਰਲੇ ਪਾਸੇ ਆਇਓ, ਮੈਂ ਵਿੱਚੋਂ ਜਾਣੀ ਮੈਂ ਨਾ ਥੋੜੇ ਸਾਲ ਪੜਾਉਂਦਾ ਰਿਹਾ ਤੇ ਮੈਨੂੰ ਆਦਤ ਪਈ ਵਿੱਚੋਂ ਠਾਲਣੇ। ਆ ਜਾਓ ਜੀ। ਕਹਿੰਦੇ ਆ ਕਿ ਤੁਸੀਂ ਬਹੁਤ ਤੇਜ਼ ਦੌੜਦੇ ਹੋ, ਪਹਿਲਾਂ ਉਮਰ ਦੱਸਿਓ। ਉਮਰ ਮੇਰੀ 66 ਈਅਰ ਹੈ ਜੀ। ਲਓ ਜੀ 66 ਸਾਲ ਉਮਰ ਹੈ, ਤੁਹਾਡਾ ਸ਼ੁਭ ਨਾਮ ਜੀ? ਗੁਰਚਰਨ ਸਿੰਘ ਹੈ ਜੀ। ਸਰਦਾਰ ਗੁਰਚਰਨ ਸਿੰਘ ਜੀ, ਮੈਨੂੰ ਦੱਸਿਓ ਕਿ 66 ਸਾਲ ਦੀ ਉਮਰ ਦੇ ਵਿੱਚ ਅਸੀਂ ਪੰਜਾਬ 'ਚ ਕਹਿਣ ਲੱਗ ਪਏ ਤਾਂ ਹੁਣ ਦੇਖ ਕੇ ਜਾਇਓ, ਹੈ ਨਾ, ਤਾਂ ਤੁਸੀਂ ਕਿੰਨਾ ਕੁ ਦੌੜ ਲੈਂਦੇ ਹੋ ਰੋਜ਼? ਮੈਂ ਦੌੜ ਤਾਂ ਨਹੀਂ, ਜਿਹੜੀ ਸਾਡੀ ਰੂਟੀਨ ਹੈ ਅਸੀਂ ਇਹ ਫਾਲੋ ਕਰਦੇ ਹਾਂ ਤੇ ਸਾਡਾ ਸਕੇਜੂਲ ਬਣਿਆ ਹੋਇਆ ਹੈ। ਜੀ ਤੇ ਕਿਸੇ ਦਿਨ ਹਿੱਲ ਟ੍ਰੇਨਿੰਗ ਹੁੰਦੀ ਹੈ, ਕਿਸੇ ਦਿਨ ਇੰਟਰਵਲ ਹੁੰਦਾ ਹੈ ਤੇ ਐਵਰੀ ਜਿਹੜਾ ਸੰਡੇ ਆ ਉਦੋਂ ਸਾਡਾ ਲੌਂਗ ਰਨ ਹੁੰਦਾ, ਮਿਨੀਮਮ 15-16 ਕਿਲੋਮੀਟਰ ਹੁੰਦਾ ਹੀ ਹੁੰਦਾ। ਤੇ 3rd ਵੀਕ ਆਫ ਸੰਡੇ ਜਿਹੜਾ ਐਵਰੀ ਮੰਥ ਸਾਡੀ ਹਾਫ ਮੈਰਾਥਨ ਹੁੰਦੀ ਹੈ। ਹਾਂਜੀ ਤੇ ਉਹ ਹਾਂਜੀ ਤੇ ਜੀ ਬਾਕੀ ਹੋਰ ਜਿਹੜੇ ਫਨ ਰਨਸ ਹੁੰਦੇ ਨੇ ਉਰੇ ਇੰਟਰਨੈਸ਼ਨਲ ਲੈਵਲ ਦੇ ਸਿਡਨੀ ਦੇ ਵਿੱਚ ਹੁੰਦੇ ਨੇ, ਉਹਨਾਂ 'ਚ ਵੀ ਅਸੀਂ ਪਾਰਟੀਸਪੇਟ ਕਰਦੇ ਹਾਂ, ਸਾਰੇ ਜਾਂਦੇ ਹਾਂ ਗਰੁੱਪ ਸਾਡਾ ਇਕੱਠਾ ਹੋ ਕੇ। ਕੀ ਲੋੜ ਹੈ ਜੀ, ਜਾਣੀ ਕਿ ਦੌੜਨ ਦੀ ਕੀ ਲੋੜ ਹੈ, ਸਾਨੂੰ ਕਿਉਂ ਦੌੜਨਾ ਚਾਹੀਦਾ? ਮੈਨੂੰ ਜਾਣੀ ਮੋਟਾ ਜਿਹਾ ਸਮਝਾ ਦਿਓ। ਮੈਂ ਕਹਿੰਦਾ ਮੈਨੂੰ ਪੜ੍ਹਨਾ ਚਾਹੀਦਾ, ਮੈਨੂੰ ਕੰਮ ਕਰਨਾ ਚਾਹੀਦਾ, 4 ਪੈਸੇ ਆਉਣਗੇ ਤਾਂ ਅਸੀਂ ਡਾਕਟਰ ਸਾਹਿਬ ਤੋਂ ਦਵਾਈ ਲੈ ਲਾਂਗੇ, ਸਾਨੂੰ ਕੋਈ ਲੋੜ ਪਊ ਤਾਂ। ਜਾਣੀ ਵੀ ਮੈਨੂੰ ਡਿਮਾਂਡ ਦੱਸ ਦਿਓ ਵੀ ਇਹਦੀ ਕੀ ਲੋੜ ਆ ਭਵਿੱਖ ਲਈ। ਮੈਨੂੰ ਜੀ ਮੈਂ ਪਹਿਲਾਂ ਜਦੋਂ ਸ਼ੁਰੂ ਕਰਿਆ ਜੀ ਇਹਨਾਂ ਨਾਲ, ਉਦੋਂ ਇੱਕ ਤਾਂ ਮੈਂ ਟੇਬਲੇਟ ਲੈਣੀ ਪੈਂਦੀ ਤੀ ਸੌਣ ਲਈ, ਟਮੈਜ਼ੀਪਾਮ ਵਗੈਰਾ ਕੋਈ ਵੀ ਨੀਂਦ ਦੀ ਸਲੀਪਿੰਗ ਟੇਬਲੇਟ ਲੈਣੀ ਪੈਂਦੀ। ਹਾਂਜੀ, ਨੀਂਦ ਰਾਤ ਨੂੰ ਬਹੁਤ ਘੱਟ ਆਉਂਦੀ ਸੀ ਤੇ ਵਾਈਫ ਪਾਸ ਅਵੇ ਹੋ ਗਏ ਸੀ ਜਦ ਇਹਨਾਂ ਨੂੰ ਸ਼ੁਰੂ ਕਰਿਆ ਜੀ, ਤੇ ਕਾਫੀ ਸਟ੍ਰੈਸ ਚੱਲ ਰਹੀ ਸੀ ਬਾਡੀ। ਹਾਂਜੀ ਤੇ ਜੀ ਉਸ ਤੋਂ ਬਾਅਦ ਜੀ ਕੋਲੈਸਟਰੋਲ ਲੈਵਲ ਕਾਫੀ ਹਾਈ ਸੀ ਤੇ ਜੀ ਫੇਰ ਨੰਬਰ 2 ਤੇ ਮੇਰੇ ਇੱਥੇ ਸਰਵਾਈਕਲ ਦੀ ਪ੍ਰੋਬਲਮ ਸੀ ਤੇ ਉਹਦੇ ਵਿੱਚ ਜਦ ਮੈਂ ਉਰੇ ਆਇਆ 2 ਵਾਰੀ ਇੰਜੈਕਸ਼ਨ ਵੀ ਲੱਗੇ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਸ਼ੁਰੂ ਕਰਿਆ ਜੀ ਕੋਈ ਕੋਲੈਸਟਰੋਲ ਨਹੀਂ ਜੀ। ਪਹਿਲਾਂ ਨੀ 'ਚ ਪੇਨ ਵੀ ਰਹਿੰਦਾ ਸੀ ਜੀ ਤੇ ਗਿਰ ਵੀ 1-2 ਵਾਰੀ, ਤਾਂ ਕੋਈ ਗੱਲ ਨਹੀਂ, ਦੋਨੇ ਮਨੀਸਕਸ ਟੀਅਰ ਹੋਏ। ਉਸ ਤੋਂ ਬਾਅਦ ਮੈਂ ਪਰਸਨਲ ਬੈਸਟ ਹੀ ਕਰਿਆ। ਉਹ ਕਿਉਂਕਿ ਜੀ ਇਹਨਾਂ ਨਾਲ ਚੰਗੀ ਤਰ੍ਹਾਂ ਸਾਡਾ ਰੂਟੀਨ ਬਣਿਆ ਹੋਇਆ ਤੇ ਜਿਹੜਾ ਫਾਲੋ ਕਰਦੇ ਹਾਂ ਸਕੇਜੂਲ ਜਿਹੜਾ ਬਣਿਆ ਹੈ ਮੇਨ, ਤੇ ਜੀ ਜਦੋਂ ਤੇ ਉਹ ਪੂਰਾ ਕਰਦੇ ਹਾਂ ਜੀ ਤਾਂ ਫਿਰ ਬੈਸਟ ਹੀ ਹੁੰਦਾ ਜੀ। ਤੇ ਜੀ ਸਿਹਤ ਲਈ ਬਹੁਤ ਵਧੀਆ ਜੀ। ਤੇ ਬਾਕੀ ਜਦੋਂ ਕੰਮ ਤੇ ਜਾਈ ਤਾਂ ਕੰਮ ਉਹ ਲੱਗਦਾ ਹੀ ਨਹੀਂ, ਕੰਮ ਇਹੀ ਲੱਗਦਾ। ਹਾਂਜੀ ਹਾਂਜੀ, ਕੰਮ ਨਹੀਂ ਲੱਗਦੇ ਜੀ ਸਾਨੂੰ ਉਹ ਕੰਮ ਜਿਹੜਾ ਮਤਲਬ ਇਹ ਨਹੀਂ ਜੀ, ਉਹਦਾ ਨਹੀਂ ਕੋਈ ਇੰਨਾ ਐਨਰਜੈਟਿਕ ਬਾਡੀ ਹੁੰਦੀ ਹੈ ਕਿ ਉਹ ਤਾਂ ਕੰਮ ਹੀ ਨਹੀਂ ਲੱਗਦੇ ਜੀ, ਉਹ ਤਾਂ ਫਨ ਕਰਨ ਜਾਂਦੇ ਆ ਜੀ। ਅੱਛਾ, ਮੈਂ 3 ਸਵਾਲ, ਹੁਣ ਨੀਂਦ ਆਉਂਦੀ ਹੈ? ਹਾਂਜੀ ਫੁੱਲ ਜੀ। ਹੁਣ ਉਹ ਕੋਲੈਸਟਰੋਲ ਵਾਲੀ ਗੋਲੀ? ਨਾ ਜੀ ਬਿਲਕੁਲ ਨਹੀਂ। ਠੀਕ ਹੈ ਜੀ। ਤੇ ਸਭ ਤੋਂ ਵੱਡੀ ਗੱਲ ਕਿ ਇੱਥੇ ਸੱਜਣ ਮਿਲੇ ਆ ਤੇ ਜਿਹੜੀਆਂ ਮਾਨਸਿਕ ਪਰੇਸ਼ਾਨੀਆਂ ਹੁੰਦੀਆਂ ਉਹ ਵੀ ਦੂਰ ਹੋ ਗਈਆਂ। ਉਹ ਤਾਂ ਜੀ ਉਰੇ ਆ ਕੇ ਬਹੁਤ ਵਧੀਆ, ਇੰਨਾ ਹੁੰਦਾ ਵੀ ਮਤਲਬ ਸਵੇਰੇ ਤਾਂ ਉਰੇ ਆਣਾ ਹੀ ਆਣਾ ਜੀ। ਹਾਂਜੀ ਹਾਂਜੀ, ਜੀ ਕਰਦਾ ਜੀ ਲੈ। ਹਾਂਜੀ, ਠੰਡ ਹੋਵੇ ਕਿੰਨਾ ਮਰਜ਼ੀ ਟੈਂਪਰੇਚਰ ਘੱਟ ਹੋਵੇ ਜ਼ਿਆਦਾ ਹੋਵੇ, ਤਾਂ ਇੱਥੇ ਤਾਂ ਮਾਰਨਿੰਗ ਅਟੈਂਡੈਂਸ ਬਹੁਤ ਜ਼ਰੂਰੀ ਹੈ ਜੀ। ਮਤਲਬ ਬਾਡੀ ਨੂੰ ਐਂ ਹੁੰਦਾ ਵੀ ਪਤਾ ਨਹੀਂ, ਪਹਿਲਾਂ ਫਿਰ ਸਾਰਾ ਦਿਨ ਉਹ ਆਪਣੇ ਆਪ ਨੂੰ ਗਿਲਟੀ ਫੀਲ ਕਰੀਦਾ ਜੇ ਨਹੀਂ ਆਉਂਦੇ। ਹਾਂਜੀ ਹਾਂਜੀ। ਚੀਮਾ ਸਾਹਿਬ ਤੁਸੀਂ ਆਇਓ ਜੀ, ਸ਼ੁਕਰੀਆ ਜੀ। ਚੀਮਾ ਸਾਹਿਬ ਆਇਓ, ਕਿਉਂਕਿ ਮੈਂ ਮਾਈਕ ਇੱਥੋਂ ਇੱਥੇ ਲੈ ਕੇ ਜਾਣਾ। ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ। ਤੁਸੀਂ ਤਾਂ ਖੇਡਾਂ ਦੇ ਵਿੱਚ ਭਾਰਤ ਦੇ ਉਹ ਸਿਖਰ ਤੱਕ ਗਏ, ਤੇ ਜਦੋਂ ਸਿਖਰ ਤੱਕ ਗਏ ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਕਿਉਂਕਿ ਅਸੀਂ ਡਾਕਟਰਾਂ ਨਾਲ ਵੀ ਗੱਲ ਕਰ ਲਈ, ਅਕਾਊਂਟੈਂਟ ਸਾਹਿਬ ਨਾਲ ਵੀ ਗੱਲ ਕਰ ਲਈ, 66 ਸਾਲਾਂ ਨਾਲ ਵੀ ਗੱਲ ਕਰ ਲਈ। ਤੁਸੀਂ ਦੱਸਿਓ ਜੀ ਕਿ ਤੁਸੀਂ ਇੱਥੇ ਕਿਉਂ ਆਉਂਦੇ ਹੋ? ਤੁਸੀਂ ਤਾਂ ਖੇਡਾਂ ਖੇਡ ਲਈਆਂ ਜਿੰਨੀਆਂ ਖੇਡਣੀਆਂ ਸੀ, ਅਵਾਰਡ ਸਾਰਾ ਕੁਝ ਹੋ ਗਿਆ, ਬੱਲੇ ਬੱਲੇ ਹੋ ਗਈ, ਅਖਬਾਰਾਂ 'ਚ ਫੋਟੋਆਂ ਛਪ ਗਈਆਂ, ਯਾਨੀ ਕੋਈ ਘਾਟ ਹੀ ਨਹੀਂ ਸੀ। ਤੁਹਾਨੂੰ ਕਿਉਂ ਆਉਣਾ ਪੈਂਦਾ ਜੀ? ਇੱਥੇ ਮੈਂ ਪਹਿਲਾਂ ਆਇਆ ਸੀਗਾ ਜੀ, ਜਦੋਂ ਮੈਂ ਆਇਆ ਤਾਂ ਮੈਨੂੰ ਰਣਜੀਤ ਸਿੰਘ ਮਿਲੇ ਤੇ ਨਾਲ ਬਾਜਵਾ ਸਾਹਿਬ ਜੀ। ਉੱਤੋਂ ਮਗਰੋਂ ਇਹ ਮੈਨੂੰ ਲੈ ਕੇ ਗਿਆ ਇੱਥੇ ਪਾਰਕ 'ਚ ਦੌੜਦੇ ਹੁੰਦੇ ਸੀ। ਉਦੋਂ ਮੈਂ ਗੇਮ ਛੱਡਤੀ ਸੀ ਵੈਸੇ। ਤਾਂ ਮੈਂ ਇਹਨਾਂ ਦੇ ਜਦੋਂ ਕਾਂਟੈਕਟ 'ਚ ਆਇਆ ਤੇ ਪਹਿਲਾਂ ਤਾਂ ਇਹਨਾਂ ਨਾਲ ਚਲੋ ਪਾਰਕ 'ਚ ਜਾ ਕੇ ਦੇਖਦਾ ਰਿਹਾ, ਪਰ ਜਿਹੜਾ ਸਭ ਤੋਂ ਵਧੀਆ ਚੀਜ਼ ਲੱਗੀ ਆ, ਕਿਉਂਕਿ ਮੈਂ ਬੜੇ ਸਾਲ ਸਪੋਰਟਸ ਕੀਤੀ ਆ,
ਮਤਲਬ ਮੇਰਾ ਜਿਹੜਾ ਕੈਰੀਅਰ ਹੈ 16 ਮੇਰੀਆਂ ਨੈਸ਼ਨਲ, ਫਿਰ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਤਾਂ ਮੈਂ 22 ਸਾਲ ਖੇਡਿਆ। ਪਰ ਜਿਹੜੀ ਇੱਥੇ ਚੀਜ਼ ਮੈਂ ਦੇਖੀ ਆ ਇੰਨੀ ਖੂਬਸੂਰਤੀ, ਇੱਕ ਤਾਂ ਇਹ ਬੜੇ ਮਤਲਬ ਜਿਹੜੇ ਐਕਸਰਸਾਈਜ਼ ਵੀ ਕਰਦੇ ਆ ਇਹ ਬੜੀ ਸਿਸਟੇਮੈਟਿਕਲੀ ਕਰਦੇ ਆ ਔਰ ਬੜੇ ਦਿਲੋਂ ਕਰਦੇ ਆ, ਔਰ ਜਿਹੜੀ ਇਹਨਾਂ ਦਾ ਮਾਹੌਲ ਐਡਾ ਵਧੀਆ, ਜਿਹੜਾ ਵੀ ਇੱਥੇ ਆਉਂਦਾ ਆ ਉਹ ਸਾਰਾ ਵਧੀਆ ਇਨਸਾਨ ਬਣ ਜਾਂਦਾ। ਇਹਨਾਂ ਦੇ ਵਿੱਚ ਕੋਈ ਕਿਸੇ ਦੀ ਚੁਗਲੀ ਨਹੀਂ ਕਰਦਾ, ਕੋਈ ਘਟੀਆ ਲਫ਼ਜ਼ ਨਹੀਂ ਬੋਲਦਾ। ਮਤਲਬ ਐਂ ਲੱਗਦਾ ਕਿ ਨਹੀਂ ਤੇ ਆਪਣੇ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਕਿ ਇਦਾਂ ਦਾ ਮਾਹੌਲ ਬਣਾਉਣਾ ਬੜਾ ਔਖਾ ਆ, ਹੈ ਨਾ, ਐਵੇਂ ਹੀ ਹੁੰਦੇ। ਪਰ ਇਹ ਇਦਾਂ ਦੀ ਖੂਬਸੂਰਤੀ ਆ ਇੱਥੇ ਕਿ ਦੇਖੋ ਹਰ ਫੀਲਡ ਦੇ ਨੇ ਇੱਥੇ ਕਿਸੇ ਨੂੰ ਕੋਈ ਇਹ ਨਹੀਂ ਪੁੱਛਦਾ ਵੀ ਤੂੰ ਕਿੰਨੇ ਪੈਸੇ ਲੈਣਾ, ਕਿੰਨੀ ਕਮਾਈ ਕਰਦਾ, ਕੋਈ ਇਹ ਨਹੀਂ ਪੁੱਛਦਾ ਤੇਰਾ ਧਰਮ ਕਿਹੜਾ ਆ। ਮਤਲਬ ਜਿਹੜੀ ਬਿਊਟੀ ਆ ਸਪੋਰਟਸ ਦੀ ਅਸਲ ਵਿੱਚ ਇੱਥੇ ਆ। ਮਾਹੌਲ ਐਡਾ ਖੂਬਸੂਰਤ ਆ, ਇੱਕ ਦੂਜੇ ਦੇ ਮਤਲਬ ਦੁੱਖ ਦਰਦ ਨੂੰ ਬੜੇ ਵਧੀਆ ਤਰੀਕੇ ਨਾਲ ਹੱਸ ਕੇ ਮਜ਼ਾਕੀਆ ਤੌਰ ਤੇ ਹਲਕਾ ਫੁਲਕਾ। ਜਦੋਂ ਕੌਫੀ ਜਾ ਕੇ ਤੁਸੀਂ ਦੇਖੋਗੇ, ਹੁਣ ਜਦੋਂ ਕੌਫੀ ਪੀਆਂਗੇ, ਬੜਾ ਖੂਬਸੂਰਤ ਮਾਹੌਲ ਆ, ਛੋਟੀਆਂ ਛੋਟੀਆਂ ਮਿੱਠੀਆਂ ਟੀਚਰਾਂ, ਮਤਲਬ ਬਹੁਤ ਖੂਬਸੂਰਤ। ਮੇਰਾ ਤੇ ਹੁਣ ਮੈਂ ਇੱਥੇ ਜਦੋਂ ਆਇਆ, ਮੈਂ 8 ਹਫ਼ਤੇ ਤੇ ਮੈਨੂੰ ਲੱਗਦਾ ਸੀ ਵੀ ਜ਼ਿਆਦਾ ਆ, ਤੇ ਹੁਣ ਮੈਨੂੰ ਐਂ ਲੱਗਦਾ ਵੀ ਮੈਂ ਜਾਣਾ ਆ ਤੇ ਮੈਂ ਇਹਨਾਂ ਨੂੰ ਮਿਸ ਕਰੂੰਗਾ ਰੀਅਲੀ। ਮਤਲਬ ਹਾਂਜੀ ਸਮਝਾਇਓ ਕਿ ਜਿਹੜੇ ਬੰਦੇ ਇੱਥੇ ਨਹੀਂ ਆ ਰਹੇ, ਇੱਥੇ ਜੇ ਕਿਤੇ ਵੀ ਬੈਠੇ ਆ, ਜੇ ਉਹ ਫਿਜ਼ੀਕਲੀ ਐਕਟੀਵਿਟੀ ਨਹੀਂ ਕਰਦੇ, ਕਿਉਂਕਿ ਇਹਦੇ ਲਈ ਕੋਈ ਪੈਸਾ ਨਹੀਂ ਚਾਹੀਦਾ, ਦੌੜਨਾ ਹੀ ਆ, ਪੰਜਭੂਤਕ ਸਰੀਰ ਲੈ ਕੇ ਦੌੜਨਾ, ਉਹਦੇ ਲਈ ਤਾਂ ਕਿਸੇ ਹੋਰ ਬੰਦੇ ਦੀ ਵੀ ਲੋੜ ਨਹੀਂ। ਕੀ ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ ਆਪਣੇ ਭਵਿੱਖ ਦਾ, ਆਪਣੀ ਸਿਹਤ ਦਾ, ਆਪਣੇ ਰੁਪਈਆਂ ਦਾ? ਕਿਉਂਕਿ ਜੇ ਡਾਕਟਰ ਸਾਹਿਬ ਕੋਲ ਜਾਵਾਂਗੇ ਅਗਲੇ ਨੇ ਮੁੱਠ ਰੁਪਈਆਂ ਦੀ ਲੈਣੀ ਆ, ਚਾਹੇ ਗੁਆਂਢ 'ਚ ਹੀ ਖੜੇ ਆ। ਜੀ ਅਸਲ ਵਿੱਚ ਇਹ ਆ ਜੀ ਕਿ ਮੈਂ ਇਹ ਸਮਝਦਾ, ਹੁਣ ਮੈਂ ਬਹੁਤ ਸਾਲ, ਮੇਰੀ ਏਜ ਵੀ ਜੀ 69 ਹੋ ਗਈ ਹੈ, ਤਾਂ ਪਰ ਮੈਨੂੰ ਐਂ ਲੱਗਦਾ ਵੀ ਮੈਂ 6 ਵਜੇ, ਭਾਵੇਂ ਮੈਂ ਰਾਤ ਨੂੰ 3 ਵਜੇ ਸੌਵਾਂ, ਮੈਨੂੰ 6 ਵਜੇ ਜਾਗ ਆ ਜਾਂਦੀ। ਤਾਂ ਮੈਨੂੰ ਜਿਸ ਤਰ੍ਹਾਂ ਕਹਿੰਦੇ ਸੀ ਤੁਸੀਂ ਪੁੱਛ ਰਹੇ ਸੀ ਉੱਠਣਾ ਕਿੱਦਾਂ ਲੱਗਦਾ, ਮੈਨੂੰ ਰਾਤ ਨੂੰ ਕੋਈ 2 ਵਜੇ ਵੀ ਉਠਾ ਦੇ ਤਾਂ ਮੈਨੂੰ ਕਦੇ ਇੱਦਾਂ ਨਹੀਂ ਲੱਗਿਆ ਕਿ ਮੈਂ ਮਤਲਬ ਮੈਨੂੰ ਤਕਲੀਫ ਹੋਊਗੀ। ਮੈਂ ਫਟਾਫਟ ਮੈਂ ਆਪਣੇ ਆਪ ਹੀ ਮੈਂ ਉੱਠ ਕੇ ਤੇ ਮੈਂ ਤੁਰ ਪੈਣਾ ਜਿੱਧਰ ਨੂੰ ਜਾਣਾ। ਪਰ ਜਿਹੜੀਆਂ ਆਪਾਂ ਕਈ ਵਾਰੀ ਗੱਲਾਂ ਬਹੁਤ ਕਰਦੇ ਹਾਂ, ਮੰਨ ਲਿਆ ਪੰਜਾਬ ਦੇ ਵਿੱਚ ਬੜੇ ਬੂਸਟ ਐਵੇਂ ਕਰੀ ਜਾਂਦੇ, ਹੈ ਨਾ, ਚੱਕ ਦਿਆਂਗੇ, ਕਰ ਦਿਆਂਗੇ, ਹੈ ਨਾ, ਪਰ ਫਿਜ਼ੀਕਲ ਫਿਟਨੈਸ ਤੋਂ ਬਿਨਾਂ ਸਾਰਾ ਕੁਝ ਬੇਕਾਰ ਆ। ਇਹ ਤੁਹਾਡੀ ਮੈਡੀਸਿਨ ਵੀ ਹੈ, ਮੈਂਟਲ ਐਂਡ ਫਿਜ਼ੀਕਲ। ਅਸਲੀ ਹੈਲਥ ਇਹ ਆ ਸਪੋਰਟਸ। ਜੇ ਸਪੋਰਟਸ ਕਰੋਗੇ ਤੇ ਈਵਨ ਮੈਂ ਕਹਿੰਦਾ ਕਿ ਤੁਸੀਂ ਕਿਸੇ ਫੀਲਡ ਦੇ ਵਿੱਚ ਜਿਹੜਾ ਸਪੋਰਟਸਮੈਨ ਹੈ, ਇੱਕ ਤੇ ਉਹਦੇ 'ਚ ਕੰਪਲੈਕਸ ਨਹੀਂ ਰਹਿੰਦਾ, ਜਿਹੜਾ ਮਰਜ਼ੀ ਉਹਦੇ ਸਾਹਮਣੇ ਆ ਜਾਏ, ਭਾਵੇਂ ਉਹਨੂੰ ਕੋਈ ਪ੍ਰੋਬਲਮ ਨਹੀਂ ਉਹਦੇ ਨਾਲ ਗੱਲਬਾਤ ਕਰਨੀ। ਇੱਕ ਉਹਦੇ ਵਿੱਚ ਜਿਹੜੀ ਹੁੰਦੀ ਆ ਨਾ, ਆ ਜਿਹੜੀ ਛੋਟੀ ਮੋਟੀ ਨਫ਼ਰਤ, ਉਹ ਫਲਾਣਾ, ਉਹ ਆ ਢੀਂਗੜਾ, ਉਹ ਆ, ਮਤਲਬ ਇਹ ਨਹੀਂ ਹੈਗੀ ਜਿਹੜੇ ਸਪੋਰਟਸ ਕਰਦੇ ਆ ਉਹਨਾਂ ਦਾ। ਕਿਉਂਕਿ ਇੱਕ ਦੂਜੇ ਨੂੰ ਜਦੋਂ ਮਿਲਦੇ ਆ, ਹਰ ਧਰਮ ਦੇ ਵਿੱਚ, ਹਰ ਖਿੱਤੇ ਦੇ ਵਿੱਚ ਬੜੇ ਬੜੇ ਖੂਬਸੂਰਤ ਲੋਕ ਆ। ਅਸੀਂ ਅੰਦਰੇ ਬੈਠ ਕੇ ਤੇ ਉਹਨਾਂ ਦੇ ਵਿਰੁੱਧ ਐਵੇਂ ਬੋਲੀ ਜਾਂਦੇ, ਇੱਕ ਦੂਜੇ ਤੋਂ ਸੁਣੀਆਂ ਸੁਣਾਈਆਂ ਗੱਲਾਂ, ਨਫ਼ਰਤ ਪਾਲਦੇ ਆ। ਇਹ ਹੈ ਨਹੀਂ, ਆਹੋ ਬਿਲਕੁਲ। ਪਰ ਇਹ ਨਾ ਇੱਥੇ ਜਿਹੜਾ ਇਹ ਅਸਲੀ ਉਹਦੀ ਜਿਹੜੀ, ਜੇ ਕਿਸੇ ਨੂੰ ਖੂਬਸੂਰਤੀ ਦੇਖਣੀ ਹੋਵੇ ਤੇ ਸਪੋਰਟਸ 'ਚ ਆਣ ਕੇ ਦੇਖੋ, ਸਟੇਡੀਅਮ 'ਚ ਜਾਓ, ਇੱਕ ਦੂਜੇ ਨਾਲ ਗੱਲਾਂ ਕਰੋ, ਈਵਨ ਕਿਸੇ ਹੋਰ ਸਟੇਟ ਦਾ ਉਹਨੂੰ ਵੀ ਮਿਲੋ, ਤੁਸੀਂ ਬੜੇ ਵਧੀਆ ਲੱਗੂਗਾ ਤੁਹਾਨੂੰ ਮਿਲ ਕੇ। ਸਪੋਰਟਸ ਜਿਹੜੀ ਹੈ ਨਾ ਜੀ, ਇੱਕ ਇਹ ਤੇ ਇੱਕ ਐਜੂਕੇਸ਼ਨ। ਮਤਲਬ ਜੇ ਜਿਸ ਵੀ ਦੇਸ਼, ਜਿਸ ਕਮਿਊਨਿਟੀ 'ਚ ਆ ਗਈ ਤੇ ਉਹ ਸਮਝੋ ਉੱਪਰ ਹੀ ਉੱਪਰ ਜਾਊਗਾ, ਉਹ ਤਰੱਕੀ ਆਟੋਮੈਟਿਕਲੀ। ਚੀਮਾ ਸਾਹਿਬ, ਡਿਟੇਲ ਦੇ ਵਿੱਚ ਗੱਲਾਂ ਬਾਤਾਂ ਫਿਰ ਕਿਸੇ ਦਿਨ ਕਰਾਂਗੇ। ਲਓ ਜੀ, ਚੀਮਿਆਂ ਦੇ ਬਾਰੇ ਦੱਸ ਦਿਓ ਕਿ ਇੱਕੋ ਟੱਬਰ ਦੇ ਉਹ ਕਿਹੜੇ ਬੰਦੇ ਨੇ ਜਿਹੜੇ ਕਿ ਭਾਰਤ ਵੱਲੋਂ ਖੇਡਦੇ ਰਹੇ ਸੀ। ਠੱਕ ਮੈਂ ਬਹੁਤਾ ਨਹੀਂ ਦੱਸਣਾ, ਮੈਂ ਤੁਹਾਡੇ ਤੋਂ ਟਿੱਪਣੀਆਂ ਚਾਹੁੰਦਾ ਕਿ ਉੱਚੇ ਲੰਮੇ ਨੇ ਸਾਰੇ ਬੰਦੇ, ਇੱਕੋ ਪਰਿਵਾਰ ਦੇ ਵਿੱਚੋਂ ਇੰਨੇ ਬੰਦੇ ਭਾਰਤ ਦੀ ਪ੍ਰਤੀਨਿਧਤਾ, ਭਾਰਤ ਦੇ ਵਿੱਚ ਉੱਪਰ ਤੱਕ ਨਹੀਂ ਸੀ ਗਏ। ਮੈਂ ਬਹੁਤੀ ਚੀਜ਼ ਡਿਸਕਲੋਜ਼ ਨਹੀਂ ਕਰਨੀ ਕਿਉਂਕਿ ਕਿਸੇ ਦਿਨ ਇਹਨਾਂ ਡਿਟੇਲ ਦੇ ਵਿੱਚ ਗੱਲਾਂ ਕਰਾਂਗੇ। ਧੰਨਵਾਦ ਜੀ ਚੀਮਾ ਸਾਹਿਬ, ਬਹੁਤ ਮਿਹਰਬਾਨੀ ਜੀ। ਕੀ ਹਾਲ ਚਾਲ ਨੇ ਭਾਜੀ? ਪਹਿਲਾਂ ਤੁਹਾਡੇ ਵੱਲ ਠੀਕ ਠਾਕ ਹੋ? ਹਾਂਜੀ ਵਧੀਆ ਜੀ। ਹਰਮੀਤ ਪੁੱਲਰ ਹੈ ਨਾਮ ਮੇਰਾ। ਪੁੱਲਰ ਸਾਹਿਬ, ਕੀ ਹਾਲ ਚਾਲ ਹੈ? ਬਸ ਬਹੁਤ ਵਧੀਆ ਜੀ। ਜਦੋਂ ਆਉਨੇ ਹੋ ਟੱਬਰ ਰੋਕਦਾ ਤਾਂ ਨਹੀਂ ਕਿ ਉੱਥੇ ਕੀ ਕਰਨਾ? ਨਹੀਂ ਜੀ, ਨਹੀਂ। ਮੈਂ ਤੇ ਉਹ ਇਨਫੈਕਟ ਮੈਂ ਉਹਨਾਂ ਨੂੰ ਇਨਕਰੇਜ ਕਰਤਾ ਵੀ ਤੁਸੀਂ ਵੀ ਦੌੜਿਆ ਕਰੋ। ਠੀਕ ਹੈ ਜੀ। ਹਾਂਜੀ ਵਧੀਆ। ਤੇ ਕਿੰਨਾ ਚਿਰ ਹੋ ਗਿਆ ਆਉਂਦੇ ਨੂੰ? ਇੱਥੇ ਮੈਂ ਕੋਵਿਡ ਦੇ ਦੌਰਾਨ ਸ਼ੁਰੂ ਕੀਤਾ ਸੀ। ਠੀਕ ਹੈ ਜੀ। ਤੇ ਉਸ ਤੋਂ ਪਹਿਲਾਂ ਮੈਂ ਜਿਮ ਜਾਂਦਾ ਹੁੰਦਾ ਸੀ ਤੇ ਮੈਨੂੰ ਕਦੀ ਇਹ ਨਹੀਂ ਲੱਗਾ ਵੀ ਮੈਂ ਦੌੜ ਸਕਾਂਗਾ। ਠੀਕ ਹੈ ਜੀ। ਤੇ ਬਾਅਦ ਚ ਇਹਨਾਂ ਦੇ ਨਾਲ ਰਲ ਕੇ ਇੱਥੇ ਥੋੜਾ ਬਹੁਤ ਮੈਂ ਦੌੜਨਾ ਸ਼ੁਰੂ ਕੀਤਾ ਤੇ ਇਹ ਮੈਨੂੰ ਦੇਖ ਕੇ ਤੇ ਫਿਰ ਥੋੜਾ ਜ਼ਿਆਦਾ ਦੌੜਨਾ ਸ਼ੁਰੂ ਕੀਤਾ ਤੇ 5 10 2 ਵਾਰੀ ਮੈਂ ਹਾਫ ਮੈਰਾਥਨ ਵੀ ਲਾਈਆਂ ਨੇ। ਠੀਕ ਹੈ ਜੀ। ਤੇ ਥੋੜੀ ਜੀ ਮੇਰੀ ਐਕਚੁਅਲੀ ਜੌਬ ਤੇ ਬਿਜ਼ਨਸ ਵੀ ਸੀ, ਜਿਹਦੇ ਕਰਕੇ ਮੈਂ ਸੈਟਰਡੇ ਸੰਡੇ ਥੋੜਾ ਇਨਵੋਲਵ ਹੋ ਜਾਂਦਾ ਸੀ, ਪਰ ਮਤਲਬ ਕੋਈ ਪ੍ਰੋਬਲਮ ਨਹੀਂ। ਔਰ ਹੁਣ ਚੰਗੀ ਆ ਦੌੜਨਾ? ਹਾਂਜੀ, ਦੌੜਨਾ ਸ਼ੁਰੂ ਕੀਤਾ। ਇਨਫੈਕਟ ਮੈਂ ਆਪਣਾ ਬਿਜ਼ਨਸ ਸੈਲ ਕਰਤਾ। ਮੈਂ ਤੇ ਦੌੜਨਾ। ਉਹ ਤੁਹਾਡੀ ਅੱਛਾ, ਉਹ ਇਹਦੇ ਵਿੱਚ ਰੁਕਾਵਟ ਬਣਦਾ? ਉਹ ਰੁਕਾਵਟ ਬਣਦਾ ਸੀ। ਹਾਂਜੀ।
ਤੇ ਕਦੇ ਕਦੇ ਐਂ ਲੱਗਦਾ ਹੁੰਦਾ ਕਿ ਡਾਲਰ ਹੋਣੇ ਚਾਹੀਦੇ ਐਨ, ਬੈਂਕ ਭਰੀ ਹੋਵੇ, 5 ਘਰਾਂ ਤੋਂ ਕਿਰਾਇਆ ਆਉਂਦਾ ਹੋਵੇ ਤਾਂ ਬੰਦਾ ਭਾਵੇਂ ਢਿੱਡ ਇੱਧਰਲੇ ਪਾਸੇ ਨੂੰ ਚੱਲ ਜਾਵੇ, ਉਹ ਜ਼ਰੂਰੀ ਹੈ ਕਿ ਜਾਂ ਡਾਲਰ ਘੱਟ ਵੀ ਹੁਣ ਸਿਹਤ ਵਧੀਆ ਤਾਂ ਉਹ ਜ਼ਰੂਰੀ ਹੈ? ਮੈਂ ਕਹਿੰਦਾ ਜੀ ਡਾਲਰਾਂ ਦਾ ਕੀ ਕਰਨਾ ਜੇ ਸਿਹਤ ਹੀ ਨਹੀਂ ਹੈਗੀ ਤੇ ਠੀਕ ਹੈ ਜੀ। ਤੁਸੀਂ ਮੰਨ ਲਓ ਬੰਦਾ ਜਿੰਦਾ ਵਾ ਤੇ ਤਾਂ ਹੀ ਇੰਜੋਏ ਕਰੂਗਾ ਨਾ ਡਾਲਰਾਂ ਨੂੰ, ਨਹੀਂ ਬਿਲਕੁਲ ਤੇ ਜੇ ਬੰਦਾ ਜਿੰਦਾ ਹੀ ਨਹੀਂ ਤੇ ਫਿਰ ਡਾਲਰਾਂ ਨੂੰ ਕੀ, ਡਾਲਰ ਤਾਂ ਇੱਥੇ ਰਹਿ ਜਾਣੇ। ਨਹੀਂ ਬਿਲਕੁਲ ਠੀਕ ਹੈ ਤੇ ਸਿਹਤ ਤੇ ਸਾਰਿਆਂ ਨਾਲੋਂ ਉੱਪਰ ਚੀਜ਼ ਆ। ਤੁਹਾਡਾ ਸਿਹਤ, ਤੁਹਾਡਾ ਖਾਣਾ ਤੇ ਤੁਹਾਡੀ ਭਗਤੀ। ਬਿਲਕੁਲ ਠੀਕ ਹੈ ਜੀ, ਮਿਹਰਬਾਨੀ ਸਰ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ? ਠੀਕ ਠਾਕ ਹੋ ਜੀ? ਬਿਲਕੁਲ ਠੀਕ ਠਾਕ ਜੀ। ਕੀ ਸ਼ੁਭ ਨਾਮ ਜੀ ਤੁਹਾਡਾ? ਮੇਰਾ ਇੱਕੋ ਹੀ ਨਾਂ ਹੈ ਜੀ, ਸ਼ੋਭ ਵੀ ਤੇ ਦੂਜਾ ਵੀ, ਵਿਗੜਿਆ ਹੋਇਆ ਵੀ, ਜਸਵੰਤ ਸਿੰਘ ਗਿੱਲ। ਕੀ ਬਾਤ ਹੈ ਗਿੱਲ ਸਾਹਿਬ, ਹੁਣੇ ਹੀ ਆਪਣੀ ਮੁਲਾਕਾਤ ਹੋਈ ਹੈ, ਤੁਹਾਡੀ ਉਮਰ ਕਿੰਨੀ ਪਹਿਲਾਂ ਮੈਂ ਪੁੱਛਣਾ ਚਾਹੁੰਦਾ? ਮੈਂ 79 ਦਾ ਹੋ ਗਿਆ ਜੀ। ਮੈਨੂੰ ਲੱਗਦਾ ਕਿ ਸ਼ਾਇਦ ਸਭ ਤੋਂ ਸੀਨੀਅਰ ਤੁਸੀਂ ਹੋਈ ਹੋ। ਇਹਨਾਂ ਨੂੰ ਪਤਾ ਹੋਏਗਾ ਜੀ, ਮੈਨੂੰ ਤਾਂ ਲੱਗਦਾ ਜੀ। ਤਜਰਬੇ ਦੇ ਹਿਸਾਬ ਨਾਲ ਜੀ, ਉਮਰ ਦੇ ਹਿਸਾਬ ਨਾਲ ਨਹੀਂ? ਦੋਵੇਂ ਗੱਲਾਂ ਜੀ। ਤੁਹਾਡਾ ਪਿੱਛੋਂ ਇਲਾਕਾ ਪੰਜਾਬ ਤੋਂ ਕਿਹੜਾ ਜੀ? ਇਹ ਦੱਸਣਾ ਬੜਾ ਔਖਾ ਹੈ। ਅੱਛਾ ਜੀ। ਬੁੱਲਾ ਕੀ ਜਾਣੇ ਮੈਂ ਕੌਣ। ਮੈਂ ਸਿਆਲਕੋਟ ਜ਼ਿਲ੍ਹਾ ਨਾਰੋਵਾਲ 'ਚ ਮੇਰਾ ਜਨਮ ਹੋਇਆ ਸੀ ਜੀ। ਮੈਂ ਹੁਣ ਮਹੀਨਾ ਕੋਈ ਆਪਣੇ ਪਿੰਡ ਜਾ ਕੇ ਆਇਆ ਜੀ। ਉਸ ਤੋਂ ਬਾਅਦ ਪਾਕਿਸਤਾਨ 'ਚੋਂ ਉੱਜੜ ਕੇ ਗੁਰਦਾਸਪੁਰ 'ਚ ਆ ਗਏ ਜੀ। ਰੋਟੀ ਰੋਜ਼ੀ ਪੜ੍ਹਾਈ ਖਿੱਚ ਕੇ ਲੁਧਿਆਣੇ ਲਿਆਈ। ਕੀ ਬਾਤ ਹੈ। 1960 ਤੋਂ ਮੈਂ ਲੁਧਿਆਣੇ ਵਿੱਚ ਹਾਂ ਜੀ। ਉੱਥੇ ਹੀ ਮੈਂ ਪੜ੍ਹਿਆ, ਉੱਥੇ ਹੀ ਮੇਰੇ ਬੱਚੇ ਪੜ੍ਹੇ ਨੇ, ਉੱਥੇ ਬੱਚੇ ਪੜ੍ਹਾਏ ਨੇ, ਜੀ। ਉੱਥੇ ਹੀ ਸਾਡੇ ਵਿਆਹ ਹੋਏ ਨੇ, ਜੀ। ਉੱਥੇ ਹੀ ਅਸੀਂ ਨੌਕਰੀ ਕੀਤੀ ਹੈ ਜੀ। ਤੇ ਮੈਂ ਗੁਰੂ ਨਾਨਕ ਨੈਸ਼ਨਲ ਕਾਲਜ 'ਚ ਪ੍ਰਿੰਸੀਪਲ ਰਿਟਾਇਰ ਹੋਇਆ 2005 ਦੇ ਵਿੱਚ। ਠੀਕ ਹੈ ਜੀ। ਜੀ ਹਾਂ। ਲਓ ਜੀ, ਨਾਰੋਵਾਲ ਤੋਂ ਗੁਰਦਾਸਪੁਰ, ਫਿਰ ਲੁਧਿਆਣਾ ਤੇ ਉਹਦੇ ਤੋਂ ਬਾਅਦ ਸਿਡਨੀ, 4 ਜਗ੍ਹਾ ਦੇ ਉੱਤੇ ਜਿਹੜਾ ਉਹ ਸ਼ਿਫਟ ਹੋਏ ਨੇ। ਮੈਂ ਇੱਕ ਵਾਰ ਫਿਰ ਦੱਸ ਦਿਆਂ ਕਿ ਰੂਹ ਪੰਜਾਬ ਦੀ ਸਪੋਰਟਸ ਐਂਡ ਕਲਚਰਲ ਕਲੱਬ ਸਿਡਨੀ ਆਸਟ੍ਰੇਲੀਆ ਦੇ ਜਿਹੜੇ ਸੱਜਣ ਨੇ, 3 ਪੀੜ੍ਹੀਆਂ ਨੇ ਇੱਥੇ ਸਾਡੇ ਕੋਲੇ, ਕਿਉਂਕਿ ਇੱਕ ਛੋਟਾ ਬੱਚਾ ਵੀ ਆਇਆ ਸੀ, ਉਹਨੇ ਸਕੂਲ ਜਾਣਾ ਸੀ, ਉਹ ਤਿਆਰ ਹੋਣ ਚਲੇ ਗਿਆ, ਬਾਕੀ ਵੀ ਬੰਦੇ ਕਾਹਲੇ ਪਏ ਹੋਏ ਨੇ ਕੌਫੀ ਦੇ ਲਈ, ਪਰ ਮੈਂ 2-4 ਗੱਲਾਂ ਜਿਹੜੀਆਂ ਉਹ ਜ਼ਰੂਰ ਕਰਨੀਆਂ। 79 ਸਾਲ ਦੀ ਉਮਰ ਦੇ ਵਿੱਚ ਤੰਦਰੁਸਤ ਰਹਿ, ਕਿਉਂਕਿ ਸਾਡੇ ਬਹੁਤੇ ਬਜ਼ੁਰਗ ਹੁੰਦੇ ਆ, ਉਹਨਾਂ ਨੂੰ ਅਸੀਂ ਮੰਜੇ ਤੇ ਜਾ ਕੇ ਗੋਡੀਆਂ ਥਲਾ ਕੇ ਮੁੜਿਆ ਉਹ ਕਹਿੰਦੇ ਨਹੀਂ ਹੁਣ ਇਹ ਤਾਂ ਮੰਜੇ ਤੇ ਹੀ ਹੁੰਦੇ ਆ, ਇਹਨਾਂ ਤੋਂ ਬਹੁਤਾ ਹਿੱਲ ਨਹੀਂ ਹੁੰਦਾ। ਸਾਡੇ ਵਰਗਿਆਂ ਲਈ ਕੀ ਸਲਾਹ ਆ ਵੀ ਜੇ ਅਸੀਂ ਮੰਜੇ ਤੇ ਜਾਣ ਦੀ ਜਗ੍ਹਾ ਤੁਹਾਡੇ ਵਾਂਗੂ ਤੰਦਰੁਸਤ ਰਹਿਣਾ ਤਾਂ ਕੀ ਕਰੀਏ? ਇਹ ਗੋਡੇ ਹੱਥ ਲਾਉਣ ਦੀ ਆਦਤ ਇੱਥੇ ਵੀ ਬੜੀ ਹੈ। ਭੱਜੇ ਜਾਂਦੇ ਤੇ ਵੀ ਗੋਡੇ ਲਾ ਜਾਂਦੇ ਨੇ ਵੀ ਇਹ ਗੋਡੇ ਲਈ ਕਿਉਂ ਫਿਰਦਾ, ਇਹ ਮੰਜੇ ਤੇ ਕਿਉਂ ਨਹੀਂ ਪਿਆ ਹੋਇਆ ਹੈ। ਸੋ ਮੇਰੇ ਵਾਸਤੇ ਤਾਂ ਮੈਂ ਸਮਝਦਾ ਕਿ ਮੈਨੂੰ ਇਹ ਤੇ ਕਦੇ ਮਹਿਸੂਸ ਨਹੀਂ ਹੋਇਆ ਜੀ ਕਿ ਮੈਂ ਕਹਿੰਦਾ ਕਿਤੇ ਆਹ ਮਾਹੌਲ ਜੀ ਪਿੱਛੇ ਪੰਜਾਬ 'ਚ ਬਣ ਜਾਏ ਨਾ ਕਿਤੇ, ਕੀ ਬਾਤ ਹੈ, ਤੇ ਕੀ ਬਾਤ ਹੋਵੇ। ਯਾਨੀ ਇੱਥੇ ਆ ਕੇ ਮੁੰਡੇ ਜੀ ਜਦੋਂ ਕਹਿੰਦੇ ਨੇ ਬਾਹਰ ਜ਼ਿੰਦਗੀ ਬੜੀ ਔਖੀ ਹੈ, ਮੈਂ ਕਿਹਾ ਯਾਰ ਹੋਏਗੀ ਔਖੀ, ਪਰ ਜਿੰਨੇ ਇਹ ਸੌਖੇ ਜੇ ਮੈਂ ਨਹੀਂ ਜੇ ਵੇਖੇ। ਕੀ ਬਾਤ ਹੈ। ਰੋਟੀ ਵੀ ਕਮਾ ਰਹੇ ਨੇ, ਖਾ ਵੀ ਰਹੇ ਨੇ, ਬੱਚੇ ਵੀ ਪੜ੍ਹਾ ਰਹੇ ਨੇ, ਕੋਈ ਸ਼ੌਕ ਜ਼ਿੰਦਗੀ ਦਾ ਐਸਾ ਨੇ ਪੂਰੇ ਨਹੀਂ ਕਰ ਰਹੇ ਜੀ, ਔਰ ਦੌੜ ਵੀ ਰਹੇ ਨੇ, ਔਰ ਸਾਡੇ ਵਰਗੇ ਬੁੱਢਿਆਂ ਨੂੰ ਵੀ ਲਾ ਲਿਆ ਨਾਲ। ਠੀਕ ਹੈ ਜੀ। ਮੈਨੂੰ ਇਹਨਾਂ ਨੇ ਪਾਰ ਕਰਾਉਣ ਵਿੱਚ ਇੱਥੇ ਕਿਹੜਾ ਸ਼ਰਾਰਤੀ ਰਣਜੀਤ ਖੇੜਾ ਜੀ, ਇਧਰ ਆਓ ਖੇੜਾ ਸਾਹਿਬ, ਹੈ ਜੀ। 30 ਦਸੰਬਰ ਮੇਰੀ 5ਵੀਂ ਵਰ੍ਹੇਗੰਢ ਆ ਰਹੀ ਹੈ, 30 ਦਸੰਬਰ 2017 ਜੀ। ਠੀਕ ਹੈ ਜੀ। ਉਸ ਦਿਨ हमने ਚੁੱਕ ਚੁਕਾ ਕੇ ਨਾ ਜੀ, ਅੰਕਲ ਜੀ ਤੁਰਿਆ ਕਰੋ, ਸਾਡੇ ਨਾਲ ਆ ਜਾਇਆ ਕਰੋ, ਐਸਾ ਤੋਂ ਚਾਬੀ ਦਿੱਤੀ ਹੈ ਕਿ 30 ਦਸੰਬਰ ਨੂੰ ਮੇਰੇ 5 ਸਾਲ ਪੂਰੇ ਹੋ ਜਾਣੇ ਆ। ਹਾਂਜੀ। ਤੇ ਉਸ ਤੋਂ ਬਾਅਦ ਜੋ ਤੁਸੀਂ ਸਾਰਿਆਂ ਨੂੰ ਸਵਾਲ ਪੁੱਛ ਰਹੇ ਹੋ, ਉਹੀ ਸਵਾਲ ਦਾ ਜਵਾਬ ਹੈ। ਮੂੰਹ ਦਾ ਸਵਾਦ ਬੈਟਰ ਹੋ ਗਿਆ ਜੀ, ਜ਼ਿੰਦਗੀ ਵਿੱਚ ਸੌਣਾ ਉੱਠਣਾ ਬੈਟਰ ਹੋ ਗਿਆ, ਗੱਲ ਪਰ ਕਰਨੀ ਸੌਖੀ ਹੋ ਗਈ ਹੈ। ਇਹਨਾਂ ਬੱਚਿਆਂ ਨੂੰ ਰੋਜ਼ ਮਿਲ ਕੇ ਇੰਝ ਲੱਗਦਾ ਭਈ ਜੇ ਅੱਜ ਮੈਂ ਨਾ ਗਿਆ ਨਾ ਤੇ ਇਹਨਾਂ ਬੱਚਿਆਂ ਦੇ ਕਿਹਦੀ ਗੋਡੀਆਂ ਥਲਾਉਣਗੇ। ਹਾਂਜੀ, ਮੈਂ ਆਪਣੇ ਗੋਡੇ ਨਾਲ ਲੈ ਆਉਣਾ। ਕੀ ਆਈ ਬਾਤਾਂ ਜੀ। ਤੇ ਘਰ ਦੇ ਤਾਂ ਨਹੀਂ ਕਹਿੰਦੇ ਕਿ ਕਾਹਨੂੰ ਉੱਥੇ ਐਵੇਂ? ਨਹੀਂ, ਘਰ ਦੇ ਤਾਂ ਮੈਨੂੰ ਨਾਲ ਲੈ ਕੇ ਆਉਂਦੇ, ਜਾਓ ਮੇਰਾ ਮੁੰਡਾ ਖੜਾ ਜੇ, ਇਹ ਜਦ ਨਾ ਵਾ ਡੈਡੀ ਕੀ ਹੋ ਗਿਆ ਘਰ, ਫਿਰ ਪਏ ਰਹੋਗੇ, ਫਿਰ ਸਾਨੂੰ ਕੋਈ ਬਿਮਾਰ ਹੋ ਗਿਆ ਮੈਂ। ਹਾਂਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਚੰਗਾ ਲੱਗਿਆ ਜੀ। ਮੈਂ ਹੁਣ ਗੋਡੀਆਂ ਹੱਥ ਨਹੀਂ ਲਾਉਣਾ। ਭਾਜੀ ਆਇਓ, ਆਇਓ ਇੱਧਰਲੇ ਪਾਸੇ ਆਇਓ। ਖੇੜਾ ਸਾਹਿਬ ਤੁਸੀਂ ਵੀ ਆ ਜਾਓ। ਮੈਂ ਪਹਿਲਾਂ ਤੁਹਾਡੇ ਤੋਂ ਪੁੱਛ ਲੈਣਾ, ਕਿਉਂਕਿ ਉਹਦੇ ਤੋਂ ਬਾਅਦ ਫਿਰ ਤੁਹਾਡੇ ਬੇਟੇ ਨਾਲ ਵੀ ਗੱਲਾਂ ਕਰਨੀਆਂ, ਕਿਉਂਕਿ ਆਪਾਂ ਉਹਨਾਂ ਨੂੰ ਕੈਮਰੇ ਦੇ ਉੱਤੇ ਡਿਊਟੀ ਦਿੱਤੀ ਆ। ਜੋ ਕੁਝ ਕਹਿ ਕੇ ਗਏ ਸਰਦਾਰ ਸਾਹਿਬ ਠੀਕ ਕਹਿ ਗਏ? ਬਿਲਕੁਲ ਜੀ, ਦਰੁਸਤ ਕਹਿ ਕੇ ਗਏ ਆ, ਪਰ ਬਹੁਤ ਸਾਰਾ ਜਿਹੜਾ ਕਹਿੰਦੇ ਹੁੰਦੇ ਅੱਜ ਨਹੀਂ ਕਿਹਾ, ਸਮੇਂ ਦੀ ਘਾਟ ਕਰਕੇ ਜੀ। ਨਹੀਂ ਚਲੋ, ਤੇ ਮੈਨੂੰ ਇਹ ਜ਼ਰੂਰ ਦੱਸਿਓ ਕਿ ਬਾਕੀਆਂ ਲਈ ਸੱਦਾ, ਜਾਣੀ ਤੁਸੀਂ ਇੱਥੇ ਐਂਟਰੀ ਕਰਨ ਤੋਂ ਪਹਿਲਾਂ ਜਾਣੀ ਮਹੀਨਾ 2 ਮਹੀਨੇ ਉਹਨਾਂ ਨੂੰ ਬਾਹਰ ਬਿਠਾਉਂਦੇ ਹੋ, ਜੇ ਕੋਈ ਤੁਹਾਡੇ ਨਾਲ ਦੌੜਨਾ ਚਾਹੇ, ਸਾਈਕਲ ਚਲਾਉਣਾ ਚਾਹੇ, ਕਿਸੇ ਦੇ ਬੱਚੇ ਭੰਗੜਾ ਗਿੱਧਾ ਸਿੱਖਣਾ ਚਾਹਣ, ਜਾਣੀ ਕਿ ਬਹੁਤ ਔਖਾ ਪ੍ਰੋਸੈਸ ਹੈ ਉਹਨਾਂ ਦੇ ਲਈ। ਜੇ ਕੋਈ ਆਮ ਬੰਦਾ ਥੋੜੇ ਪੈਸੇ ਕਮਾਉਂਦਾ, ਉਹ ਵੀ ਤੁਹਾਡੀ ਮਾੜੀ ਮੋਟੀ ਫੀਸ ਦੇ ਕੇ ਆ ਸਕਦਾ? ਪਹਿਲੀ ਗੱਲ ਇਹ ਆ ਜੀ, ਸਾਡੇ ਜਿਹੜਾ ਫੀਸ ਵਾਲਾ ਕੰਮ ਆ ਜੀ, ਉਹਦੇ ਸਾਡਾ ਕਦੇ ਵੀ ਉਧਰ ਨੂੰ ਮਤਲਬ ਨਹੀਂ ਰਿਹਾ ਖਿਆਲ ਵੀ ਜਿੱਥੋਂ ਤੱਕ ਦਾ ਸਾਡਾ ਰਨਿੰਗ ਵਾਲਾ ਗਰੁੱਪ ਹੈ ਜੀ, ਇਹ ਸਾਰੇ ਫ੍ਰੀ ਨੇ ਤੇ ਸਾਡੀ ਰਲ ਮਿਲ ਕੇ ਸਾਰੇ ਜਣੇ ਚਾਹ ਪਾਣੀ ਦਾ ਪ੍ਰੋਗਰਾਮ ਵੀ ਕਰ ਲਈਦਾ। ਬਾਕੀ ਜਿੱਥੇ ਬੱਚਿਆਂ ਨੂੰ ਭੰਗੜਾ ਗਿੱਧਾ ਆ ਜਿਵੇਂ ਦੱਸਿਓ, ਉੱਥੇ ਮਤਲਬ ਅਸੀਂ ਘੱਟ ਤੋਂ ਘੱਟ ਜਿਹੜੀ ਫੀਸ ਦੇ ਨਾਲ ਅਸੀਂ ਕਰਦੇ ਆ। ਤੇ ਬਾਕੀ
ਮੈਨੂੰ ਲੱਗਦਾ ਵੀ ਕੋਈ ਵੀ ਜਿਹੜਾ ਸਾਨੂੰ ਲੱਗਦਾ ਵੀ ਸਾਨੂੰ ਆਮ ਤੌਰ ਤੇ ਦੌੜਦੇ ਆ ਗਰਾਊਂਡ ਦੇ ਵਿੱਚ ਕੋਈ ਮਿਲ ਜਾਂਦਾ ਤਾਂ ਅਸੀਂ ਆਪ ਹੀ ਜਾ ਕੇ ਉਹਨਾਂ ਨੂੰ ਪੁੱਛ ਲਈਦਾ, ਚਰਨੀ ਹੱਥ ਲੈ ਲਈਦਾ, ਬਿਲਕੁਲ ਜੀ, ਉਹਨਾਂ ਨੂੰ ਨਾਲ ਜੋੜ ਲਈਦਾ। ਹਾਂਜੀ, ਤੇ ਉਸ ਤੋਂ ਜਿੱਦਾਂ ਹੌਲੀ ਹੌਲੀ ਸਾਡੇ ਜੇਪੀ ਜੀ ਨੇ ਇੱਥੇ ਇੱਕ ਦਿਨ ਦੌੜ ਰਹੇ ਸੀ, ਜੇ ਆਏ ਤੇ ਨਾਲ ਜੁੜੇ ਤੇ ਹੌਲੀ ਹੌਲੀ 5 10 20 50 ਕਿਲੋਮੀਟਰ ਤੱਕ ਦੌੜਨ ਲੱਗ ਗਏ। ਤੇ ਇਸ ਤਰ੍ਹਾਂ ਰਵੀ ਨੇ, ਮੈਂ ਸਾਡਾ ਜਿਵੇਂ ਤੁਹਾਨੂੰ ਦੱਸਿਆ ਸਾਡੇ ਫਰੈਂਡ ਨੇ, ਉਹਨਾਂ ਦਾ ਬੇਟਾ ਆ, ਇਹ ਬੱਚੇ ਇੱਥੇ ਵੱਡੇ ਹੋਏ ਨੇ ਜੀ। ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਵੀ ਇਹਨਾਂ ਦੇ ਆਪ ਮੁਖਾਰਬਿੰਦ ਤੋਂ ਸੁਣੋ ਵੀ ਇਹਨਾਂ ਦੇ ਕੀ ਵਿਚਾਰ ਨੇ। ਕੈਮਰੇ ਤੇ ਅਜੇ ਕੋਲ ਚੱਲ ਜਾਓ। ਹਾਂਜੀ, ਠੀਕ ਹੈ ਜੀ। ਕੋਲ ਕੀ ਹਾਲ ਨੇ ਭਾਜੀ? ਸਤਿ ਸ਼੍ਰੀ ਤੁਸੀਂ ਤਾਂ ਇਲਾਕੇ ਦੇ ਬੰਦੇ ਹੋ। ਹਾਂਜੀ ਬਿਲਕੁਲ ਜੀ। ਆਪਣੇ ਇਲਾਕੇ ਦੇ ਵੀ ਦੌੜ ਲੈਂਦੇ ਆ? ਨਹੀਂ ਜੀ, ਨਹੀਂ ਦੌੜਦੇ ਚੱਕ ਕੇ ਕੁਛ। ਠੀਕ ਹੈ ਜੀ। ਤਾਂ 5 ਕਿਲੋਮੀਟਰ ਕਦੀ ਪੂਰੇ ਕੀਤੇ? ਹਾਂਜੀ, ਮੈਂ ਇਹਨਾਂ ਨਾਲ ਸਟਾਰਟਿੰਗ ਇਹਨਾਂ ਨਾਲ ਹੀ ਕੀਤੀ ਸੀ ਇੱਥੇ ਪੌਂਡ ਰਨ ਵਿੱਚ, ਪਰ ਫਿਰ ਮੇਰਾ ਗੋਡਾ ਖਰਾਬ ਹੋਣ ਕਰਕੇ ਤਾਂ ਫਿਰ ਮੈਂ ਛੱਡਣਾ ਪਿਆ। ਨਹੀਂ, ਮੈਨੂੰ ਤੁਸੀਂ ਇੱਕ ਗੱਲ ਦੱਸੋ, ਤੁਸੀਂ ਸਾਰੇ ਕਹਿੰਦੇ ਜੀ ਸਾਈਕਲ ਬਹੁਤ ਚਲਾਉਂਦੇ ਆ। ਮਹਾਰਾਜ, ਜਿਹੜਾ ਬੰਦਾ ਆਸਟ੍ਰੇਲੀਆ ਚ ਆਇਆ ਹੋਵੇ, 50 ਤੋਂ ਉੱਪਰ ਦਾ ਡਾਲਰ ਹੈ, ਸਾਈਕਲ ਚਲਾਉਂਦੇ ਚੰਗੇ ਲੱਗਦੇ ਹੋ? ਕਿਉਂ ਨਹੀਂ ਜੀ, ਜੇ ਸਿਹਤ ਹੈ ਤਾਂ ਸਾਰਾ ਕੁਝ ਹੀ ਆ। ਅਸੀਂ ਪੰਜਾਬ ਚ ਇੱਦਾਂ ਕਹੀਦਾ ਨਾ, ਯਾਰ ਤੂੰ ਅਜੇ ਵੀ ਸਾਈਕਲ ਤੇ ਹੀ ਨਾ, ਬਸ। ਸਾਈਕਲ ਚਲਾਉਣਾ ਕਿੰਨੀ ਕੁ ਚੰਗੀ ਐਕਸਰਸਾਈਜ਼ ਹੈ? ਬਹੁਤ ਵਧੀਆ ਜੀ, ਬਹੁਤ ਹੀ ਵਧੀਆ। ਭੱਜਣ ਨਾਲੋਂ ਵੀ ਬੈਟਰ ਹੈ। ਇਹਦਾ ਆਪਣਾ ਸਮਾਨ ਵੇਚਣ ਵਾਲਾ ਪਿਆ ਭੱਜਣ ਨਾਲ। ਬਿਲਕੁਲ ਜੀ। ਪਹਿਲਾਂ ਮੈਂ ਭੱਜਦਾ ਹੁੰਦਾ ਸੀ, ਫਿਰ ਮੇਰਾ ਗੋਡਾ ਮਾੜਾ ਪ੍ਰੋਬਲਮ ਹੋਣ ਕਰਦੇ ਉਸ ਤੋਂ ਬਾਅਦ ਫਿਰ ਮੈਂ ਵਾਕ ਸ਼ੁਰੂ ਕਰਤੀ। ਰਣਜੀਤ ਪਰ ਕਹਿੰਦੇ ਵਾਕ ਕਰਿਆ ਕਰ, ਵਾਕ ਵੀ ਮੈਂ ਕਹਿੰਦਾ 42 ਕਿਲੋਮੀਟਰ ਕਰਿਆ। 42 ਕਿਲੋਮੀਟਰ? ਹਾਂਜੀ। ਤੇ ਫਿਰ ਘਰ ਦੇ ਲੱਭਣ ਕਿੱਥੇ ਗਿਆ ਬੰਦਾ, ਮੈਂ ਕਿਹਾ ਹੁਣ ਨਾ ਮੁੜਿਆ। ਫਿਰ ਉਹ ਫਿਰ ਡਾਕਟਰ ਸਾਹਿਬ ਕਹਿੰਦੇ ਨਹੀਂ, ਸਾਈਕਲਿੰਗ ਇਜ਼ ਬੈਟਰ। ਅੱਛਾ, ਵੱਧ ਤੋਂ ਵੱਧ ਕਿੰਨਾ ਸਾਈਕਲ ਚਲਾਇਆ ਇੱਕ ਦਿਨ 'ਚ? 122 ਕਿਲੋਮੀਟਰ। ਲਓ ਜੀ, 122 ਕਿਲੋਮੀਟਰ ਸਾਈਕਲ ਜਿਹੜਾ ਇੱਕ ਦਿਨ ਦੇ ਵਿੱਚ ਇਹਨਾਂ ਨੇ ਚਲਾਇਆ, ਤੇ ਉਹਦੇ ਤੋਂ ਬਾਅਦ 3 ਦਿਨ ਸੁੱਤੇ ਰਹੇ? ਨਾ ਜੀ, ਨਾ ਜੀ, ਦੂਜੇ ਦਿਨ ਫਿਰ 45 46 ਕਿਲੋਮੀਟਰ ਰਿਲੈਕਸ ਹੋਣ ਲਈ ਕਰਕੇ। ਨਹੀਂ ਹੁੰਦੀ ਰਿਲੈਕਸ ਹੋਣ ਲਈ? ਰਿਲੈਕਸ ਹੋਣ ਲਈ। ਲਓ ਜੀ, 42 ਕਿਲੋਮੀਟਰ ਮੈਂ ਆਪਣੇ ਪਿੰਡੋਂ ਜਲੰਧਰ ਜਾਣਾ ਹੋਵੇ, ਟੱਪ ਜੀ ਦਾ ਫਗਵਾੜੇ ਦੇ ਅੱਧ ਦੇ ਵਿੱਚ ਚੱਲ ਜੀ ਦਾ ਲਵਲੀ ਯੂਨੀਵਰਸਿਟੀ ਦੇ ਕੋਲ 42 ਕਿਲੋਮੀਟਰ। ਇਹ ਉਹ ਪੰਜਾਬੀ ਨੇ ਜਿਹੜੇ ਰਿਲੈਕਸ ਹੋਣ ਲਈ ਸਾਈਕਲ ਚਲਾ ਲੈਂਦੇ ਆ। ਤੇ ਮੈਂ ਸਾਰਿਆਂ ਦਾ, ਮੈਂ 7 ਕਿਲੋਮੀਟਰ ਨਾ ਸਾਈਕਲ ਚਲਾ ਕੇ ਪਹਿਲਾਂ ਪੜਨ ਜਾਂਦਾ ਹੁੰਦਾ, ਫਿਰ ਬੱਸ ਲੈਣੀ। ਮੈਂ ਐਵੇਂ ਮਾਣ ਨਾਲ ਦੱਸ ਰਿਹਾ, ਮੈਂ ਆਪਣੇ ਸ਼ਬਦ ਵਾਪਸ ਲੈਣੇ। ਠੀਕ ਹੈ ਜੀ। ਸਾਈਕਲ ਲਿਆ ਜੀ, ਉਹਦੀ ਕੀਮਤ ਪੁੱਛਿਓ। ਸਾਈਕਲ ਕਿੰਨੇ ਦਾ ਜਿਹੜਾ ਲਿਆ? $9,000 ਦਾ ਜੀ। ਲਓ ਜੀ ਮਹਾਰਾਜ, ਡਾਊਨ ਪੇਮੈਂਟ ਦਿੰਦੇ ਇੱਕ ਕਮਰੇ ਦਾ ਘਰ ਆ ਜਾਣਾ ਸੀ ਤੁਸੀਂ। $9,000 ਦਾ, ਯਾਨੀ 4 ਉਹ ਆਪੇ ਹੀ ਚੱਲਦਾ? ਨਹੀਂ ਜੀ, ਚਲਾਉਣਾ ਵੀ ਪੈਂਦਾ। ਨਹੀਂ, ਆਪੇ $9,000 ਦਾ ਤਾਂ ਆਪੇ ਹੀ ਚੱਲਦਾ। ਮਾਰੇ 17,000 ਦੇ ਸਾਈਕਲ, 22,000 ਦੇ ਸਾਈਕਲ। ਹਾਂਜੀ। ਨਹੀਂ, ਪਰ ਇਹ ਮੈਂ ਨਾ ਹੁਣ ਇੱਥੇ ਥੋੜਾ ਜਿਹਾ ਖੇੜਾ ਸਾਹਿਬ ਨੇ ਮੈਨੂੰ ਗਦੀ ਗੇੜ ਚ ਪਾਤਾ ਹੀ। ਮੈਂ ਪੁੱਛਣਾ ਇਹ ਚਾਹੁੰਦਾ ਕਿ ਮਾੜੇ ਸਾਈਕਲ ਨਾਲ, ਘੱਟ ਕੀਮਤ ਵਾਲੇ ਸਾਈਕਲ ਨਾਲ ਵੀ ਸ਼ੁਰੂ ਕੀਤਾ ਜਾ ਸਕਦਾ। ਇਹ ਨਾ ਹੋਵੇ ਕੋਈ ਚਲਾਉਣਾ ਚਾਹੇ 9,000 ਦੇਖ ਕੇ ਡਰ ਜਾਏ। ਨਹੀਂ, ਪਹਿਲਾਂ ਸ਼ੁਰੂਆਤ ਤਾਂ 300-400 ਵਾਲੇ ਨੇ ਕੀਤੀ ਸੀ। ਇਦਾਂ ਤਾਂ ਨਹੀਂ, ਹੌਲੀ ਸਟੈਪ ਬਾਈ ਸਟੈਪ ਜਦੋਂ ਦੇਖਿਆ ਠੀਕ ਹੈ, ਹੁਣ ਕਹਿੰਦੇ ਇਹਨਾਂ ਬੈਟਰ ਚਾਹੀਦਾ, ਫਿਰ 1500 ਦਾ ਲੈ ਲਿਆ ਸੈਕਿੰਡ ਹੈਂਡ। ਫਿਰ ਉਸ ਤੋਂ ਸਾਲ ਚਲਾ ਕੇ ਦੇਖਿਆ ਵੀ ਨਹੀਂ, ਹੁਣ ਇਸ ਤੋਂ ਬੈਟਰ ਚਾਹੀਦਾ, ਤੇ ਫਿਰ ਬਸ ਤਰੱਕੀ ਹੌਲੀ ਕਰਾਂਗੇ ਤਰੱਕੀਆਂ। ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜੀ? ਤੁਹਾਡਾ ਇਲਾਕਾ ਕਿਹੜਾ ਪੰਜਾਬ ਤੋਂ? ਮੁਕੇਰੀਆਂ ਜੀ। ਕਿਆ ਹੀ ਬਾਤਾਂ। ਅੱਛਾ, ਦਸੂਏ ਵੀ ਮਿਲ, ਮੁਕੇਰੀਆਂ ਵੀ ਮਿਲ, ਫਗਵਾੜੇ ਵੀ ਮਿਲ। ਠੀਕ ਹੈ ਜੀ, ਠੀਕ ਹੈ ਜੀ। ਤੇ ਕਦੋਂ ਦੇ ਦੌੜਦੇ ਹੋ ਜੀ? ਮੈਨੂੰ ਹੋ ਗਏ 4 ਸਾਲ ਇੱਥੇ ਨੇ। 4 ਸਾਲ? ਹਾਂਜੀ। ਪਹਿਲਾਂ ਪੰਜਾਬ 'ਚ ਵੀ ਕਦੇ ਐਕਸਰਸਾਈਜ਼ ਮਾੜੀ ਮੋਟੀ ਕੀਤੀ ਸੀ? ਨਹੀਂ ਜੀ, ਕਦੀ ਪੈਰ ਨਹੀਂ ਪੱਟਿਆ ਸੀ। ਹੁਣ ਕਿਵੇਂ ਲੱਗਦਾ? ਵਧੀਆ ਲੱਗਦਾ ਜਿੱਥੇ। ਤੇ ਕਈ ਵਾਰੀ ਮੈਂ ਇਹ ਸੋਚਦਾ ਹੁੰਦਾ ਕਿ ਜਿਹੜਾ ਬੰਦਾ ਰਨਿੰਗ ਕਰਦਾ ਜਾਂ ਕੋਈ ਖੇਡਦਾ ਨਾ, ਉਹਦਾ ਜੇ ਸੁਭਾਅ ਪਹਿਲਾਂ ਮਾੜਾ ਮੋਟਾ ਚਿੜਚਿੜਾ ਵੀ ਹੋਵੇ, ਖਿਝ ਗੁੱਸਾ ਆਉਂਦਾ ਹੋਵੇ, ਉਹ ਠੀਕ ਹੋ ਜਾਂਦਾ। ਤੁਹਾਡੇ ਸੁਭਾਅ 'ਚ ਵੀ ਕੋਈ ਤਬਦੀਲੀ ਆਈ? ਹਾਂਜੀ, ਬਹੁਤ ਵਧੀਆ ਜੀ। ਪਹਿਲਾਂ ਨਾਲੋਂ ਇਰੀਟੇਸ਼ਨ ਘੱਟ ਹੁੰਦੀ ਹੈ, ਸਟ੍ਰੈਸ ਘੱਟ ਹੁੰਦੀ ਹੈ। ਸਟ੍ਰੈਸ ਘੱਟ ਹੁੰਦੀ ਹੈ। ਠੀਕ ਹੈ ਜੀ। ਤੇ ਸਭ ਤੋਂ ਵੱਡੀ ਗੱਲ ਹੈ, ਡਾਕਟਰਾਂ ਦੇ ਗੇੜੇ ਘੱਟ ਗਏ, ਇੱਥੇ ਦੇ ਗੇੜੇ ਵੱਧ ਗਏ। ਕਿਆ ਹੀ ਬਾਤ ਆ। ਲਓ ਜੀ, ਡਾਕਟਰਾਂ ਦੇ ਗੇੜੇ ਘੱਟ ਗਿਆ, ਇੱਥੇ ਦੇ ਵੱਧ ਗਿਆ। ਭਾਜੀ ਕੀ ਹਾਲ ਨੇ? ਖੇੜਾ ਸਾਹਿਬ ਕਹਿੰਦੇ ਸੀ ਕਿ ਭਤੀਜਾ ਹੀ ਸਾਡਾ। ਹਾਂਜੀ, ਜਾਣੀ ਕਿ ਇਹਨਾਂ ਤੁਹਾਡੇ ਫਾਦਰ ਸਾਹਿਬ ਇਹਨਾਂ ਦੇ ਦੋਸਤ ਨੇ? ਹਾਂਜੀ। ਕਿਆ ਹੀ ਬਾਤ ਆ। ਤੇ ਤੁਸੀਂ ਫਿਰ ਨਵੀਂ ਪੀੜ੍ਹੀ, ਮਹਾਰਾਜ, ਕਲੱਬਾਂ, ਸੋਸ਼ਲ ਮੀਡੀਆ, ਭੰਗੜੇ ਗਿੱਧੇ ਉਵੇਂ, ਜਾਣੀ ਕਿ ਇੱਧਰ ਨੂੰ ਤੁਰ ਜਾਓ, ਹੋਰ ਨਹੀਂ ਕੁਛ, ਤਾਂ ਸੋਸ਼ਲ ਮੀਡੀਆ ਤੇ ਭਾਰ ਪਾ ਰੱਖੀ ਆਪਾਂ। ਤੁਸੀਂ ਗਰਾਊਂਡ 'ਚ ਭਾਰ ਪਾਇਆ ਮਾਰਾ, ਇਹ ਕੀ ਗੱਲ? ਜੀ ਮੇਰਾ ਵੀ ਭਾਰ ਬਹੁਤ ਵੱਧ ਗਿਆ ਸੀ ਇੱਕ ਟਾਈਮ ਤੇ। ਮੇਰੀ ਜਦੋਂ ਮੇਰੀ ਬੇਟੀ ਹੋਈ ਆ, ਭਾਰ ਬਹੁਤ ਵੱਧ ਗਿਆ ਸੀਗਾ, ਤੇ ਨਾਲ ਕੋਲੇਸਟ੍ਰੋਲ ਹਰ ਇੱਕ ਚੀਜ਼ ਹੋਣ ਲੱਗ ਗਈ। ਮੇਰੇ ਤਕਰੀਬਨ ਮੈਨੂੰ ਲੱਗਦਾ 27-28 ਸਾਲਾਂ ਦਾ ਸੀ ਉਦੋਂ। ਹੁਣ ਕਿੰਨੀ ਉਮਰ ਹੈ? ਹੁਣ ਮੇਰੀ 35 ਉਮਰ ਹੈ। ਅੱਛਾ, ਜਾਨੀ ਤੁਹਾਡਾ ਭਾਰ ਵੱਧ ਗਿਆ ਸੀ? ਹਾਂਜੀ। ਸਮੱਸਿਆਵਾਂ, ਗੋਲੀ ਵੀ ਖਾਂਦੇ ਕੋਈ? ਨਹੀਂ, ਉਹ ਹਾਲ ਨਹੀਂ ਸੀ ਹੋਇਆ ਹਾਲੇ, ਬਟ ਉਹੀ ਰੀਜ਼ਨ ਬਣ ਗਿਆ ਕਿ ਤੁਸੀਂ ਕਰੋ ਕੁਝ ਆਪਣੀ ਸਿਹਤ ਬਾਰੇ। ਹਾਂਜੀ। ਤੇ ਬਾਅਦ ਚੋਂ ਇਹ ਵੀ ਲੱਗਦਾ ਸੀਗਾ ਕਿ ਬੱਚਿਆਂ ਨੂੰ ਕਿੱਦਾਂ ਖੜਾਵਾਂਗੇ, ਜੇ ਆਪ ਨਹੀਂ ਤੁਹਾਡੇ ਕੋਲ ਖੜੇ ਨਾ ਹੋਇਆ। ਤੇ ਮੇਰੇ ਕੋਲ ਤਾਂ 100 ਮੀਟਰ ਭੱਜ ਵੀ ਨਹੀਂ ਸੀ ਹੁੰਦਾ ਪਹਿਲਾਂ। 100 ਮੀਟਰ ਵੀ ਨਹੀਂ ਸੀ? ਹਾਂਜੀ। ਤੇ ਮੈਂ ਹੌਲੀ ਭੱਜਣਾ ਸ਼ੁਰੂ ਕੀਤਾ, ਧੱਕਾ ਕੀਤਾ ਆਪਣੇ ਆਪ ਨਾਲ।
ਫਿਰ ਮੈਨੂੰ ਸਤਨਾਮ ਬਾਜਵਾ ਜੀ ਮਿਲੇ ਜੀ ਤੇ ਉਹਨਾਂ ਨੇ ਟ੍ਰੇਨਿੰਗ ਦਿੱਤੀ ਜੀ ਤੇ ਹੁਣ ਦੇਖ ਲਓ ਜੀ, ਹੁਣ ਤਾਂ ਭੱਜਣੋਂ ਹਟੀਦਾ ਨਹੀਂਗਾ। ਤੇ ਹੁਣ ਤੁਹਾਡਾ ਮਤਲਬ ਕਿ ਕੰਮ ਤੇ ਵੀ ਧਿਆਨ ਜਦੋਂ ਦਿੰਦੇ ਹੋ, ਆਪਣੀ ਫੈਮਿਲੀ ਲਾਈਫ ਤੇ ਵੀ ਧਿਆਨ ਦਿੰਦੇ ਹੋ, ਅਟੈਂਸ਼ਨ ਤੁਹਾਡੀ ਜ਼ਿਆਦਾ ਵਧੀ ਹੈ। ਕਿੰਨੇ ਕਿਲੋਮੀਟਰ ਦੂਰ ਤੁਰ ਲੈਂਦੇ ਹੋ ਜੇ ਦੌੜ ਲੈਂਦੇ ਹੋ? ਹੁਣ ਤਾਂ ਜੀ 5 ਘੱਟ ਤੋਂ ਘੱਟ ਕਰ ਲਈਦੇ ਰੋਜ਼ ਦੇ, ਬਾਕੀ ਤਕਰੀਬਨ 20-25 ਕਰ ਲਈਦੇ ਨੇ ਵੀਕਐਂਡ ਦੇ ਵੀ। ਕੀ ਆਈ ਬਾਤ। ਹਾਂਜੀ। ਹੁਣ ਕੋਲੇਸਟ੍ਰੋਲ ਵਾਲਾ ਮਸਲਾ? ਕੁਛ ਨਹੀਂ, ਸਭ ਕੁਝ ਕਲੀਅਰ ਹੋ ਗਿਆ ਜੀ। ਭਾਰ ਕਿੰਨਾ ਘਟਿਆ? ਭਾਰ ਮੈਂ 18 ਕਿਲੋ ਭਾਰ ਘਟਾਇਆ ਸੀ ਜੀ 3 ਮਹੀਨਿਆਂ 'ਚ। ਸਿਰਫ ਦੌੜ ਕੇ ਕਿ ਕੁਝ ਹੋਰ ਵੀ? ਨਹੀਂ, ਦੌੜ ਕੇ ਤੇ ਡਾਈਟਿੰਗ ਕਰਕੇ ਮਾੜੀ ਮੋਟੀ ਨਾਲ ਠੀਕ ਹੈ ਹਾਂਜੀ। ਯਾਨੀ ਭਾਰ ਵੀ ਘਟ ਸਕਦਾ। ਹੁਣ ਘਰ ਦੇ ਖੁਸ਼ ਨੇ? ਸਾਰੇ ਖੁਸ਼ ਨੇ ਜੀ। ਨਿਆਣੇ ਚੱਕ ਲੈਂਦੇ ਨਹੀਂ, ਹੋ? ਐਕਚੁਅਲੀ ਘਰ ਦੇ ਇੰਨੇ ਖੁਸ਼ ਨਹੀਂ ਹੈਗੇ, ਕਹਿੰਦੇ ਕਿ ਹੁਣ ਸਵੇਰੇ ਨਹੀਂ ਘਰੇ ਹੁੰਦਾ, ਕਦੀ ਸ਼ਾਮ ਨੂੰ ਭੱਜਣ ਚੱਲ ਜਾਣਾ, ਬਟ ਓਵਰਆਲ ਸਾਰਿਆਂ ਲਈ ਵਧੀਆ ਰਿਹਾ। ਘਰ ਦੇ ਕਦੇ ਵੀ ਨਹੀਂ ਖੁਸ਼ ਹੁੰਦੇ ਭਾਜੀ, ਉਹ ਨਹੀਂ ਘਬਰਾਉਣਾ, ਤੁਸੀਂ ਦੌੜਦੇ ਰਹੋ ਬਸ ਨਾ। ਤੇ ਘਰਦਿਆਂ ਨੇ ਕਿਹੜਾ ਪ੍ਰੋਗਰਾਮ ਸੁਣਨਾ, ਨਾਲੇ ਉਹਨਾਂ ਨੇ ਜੇ ਸੁਣ ਵੀ ਲਿਆ ਕਿਹੜਾ ਕੁਝ ਕਹਿਣਾ। ਚਲੋ ਨਿਆਣੇ ਵੀ ਚੱਕ ਲੈਨੇ ਹੁਣ? ਹਾਂਜੀ ਹਾਂਜੀ, ਮੌਜਾਂ ਕਰ ਨਿਆਣੇ ਨਾਲ ਖੇਡਦੇ ਹੋ? ਨਿਆਣੇ ਚੱਕ ਕੇ ਭੰਗੜਾ ਵੀ ਪਾ ਲਈਦਾ ਜੀ। ਕੀ ਆਈ ਬਾਤ ਹੈ, ਕੀ ਆਈ ਬਾਤ ਹੈ। ਆਜੋ ਬਾਲ ਜੀ ਆਇਓ। ਕੀ ਹਾਲ ਨੇ? ਠੀਕ ਠਾਕ ਹੋ? ਹਾਂਜੀ ਵਧੀਆ। ਪਹਿਲੀ ਗੱਲ ਤੁਹਾਡਾ ਧੰਨਵਾਦ, ਬਹੁਤਾ ਕੈਮਰਾ ਤੁਸੀਂ ਚਲਾਇਆ, ਹੁਣ ਪਾਪਾ ਚਲਾ ਰਿਹਾ ਤੁਹਾਡਾ। ਹਾਂਜੀ ਠੀਕ ਹੈ ਜੀ। ਬਸ ਠੀਕ ਹੈ। ਤੇ ਤੁਸੀਂ ਇਹ ਦੱਸੋ ਕਿ ਦੋ ਪੀੜ੍ਹੀਆਂ ਇੱਕੋ ਹੀ ਗਰਾਊਂਡ ਦੇ ਵਿੱਚ, ਰਣਜੀਤ ਖੇੜਾ ਭਾਜੀ ਤੇ ਤੁਸੀਂ, ਯਾਨੀ ਤੁਸੀਂ, ਤੁਹਾਡਾ ਜਨਮ ਇੱਥੇ ਦਾ? ਹਾਂਜੀ ਮੇਰਾ ਜਨਮ ਇੱਥੇ ਦਾ ਹੈ। ਤੇ ਪੰਜਾਬੀ ਵੀ ਵਧੀਆ ਬੋਲਦੇ ਹੋ, ਯਾਨੀ ਇਹ ਕੀ ਮਸਲਾ ਹੋਇਆ ਸੀ? ਤਾਂ ਵਿਦੇਸ਼ੀ ਨਿਆਣਿਆਂ ਨੂੰ ਕਦੀ ਉਮੀਦ ਨਹੀਂ ਕਰਦੇ ਕਿ ਰੌਲਾ ਹੀ ਇਹ ਹੁੰਦਾ ਜੀ, ਘਰ ਬਹਿੰਦੇ ਨਹੀਂ ਜੀ, ਪਾਣੀ ਦਾ ਘੁੱਟ ਨਹੀਂ ਪਿਲਾਉਂਦੇ ਜੀ, ਸਾਡੇ ਨਾਲ ਗੱਲਾਂ ਨਹੀਂ ਕਰਦੇ। ਤੁਸੀਂ ਭਾਪੇ ਨਾਲ ਦੌੜਨ ਵੀ ਆਏ ਹੋ? ਨਹੀਂ, ਇਹ ਤਾਂ ਇਹਨਾਂ ਕਰਕੇ ਹੀ ਸ਼ੁਰੂ ਤੋਂ ਘਰੇ ਪੰਜਾਬੀ ਬੋਲਦੇ ਰਹੇ ਤੇ ਹੁਣ ਇਹਨਾਂ ਨੂੰ ਦੇਖ ਕੇ ਅਸੀਂ ਵੀ ਦੌੜਨ ਲੱਗ ਪਏ। ਕਿੰਨੀ ਦੌੜ ਲਾ ਲੈਂਦੇ ਹੋ ਇੱਕ ਦਿਨ? 5 ਤੇ ਕਰੀਦਾ ਹੀ ਆ, 5 ਕਰ ਕਿੰਨੀ ਲਾਈ ਅੱਜ ਤੱਕ? ਵੱਧ ਤੋਂ ਵੱਧ 12-13 ਕਿਲੋਮੀਟਰ। ਠੀਕ ਹੈ ਜੀ। ਹਾਂਜੀ। ਭੰਗੜਾ ਆਉਂਦਾ? ਰੂ ਪੰਜਾਬ ਦੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਦੇ ਮੈਂਬਰ ਹੋ? ਹਾਂਜੀ। ਇੱਕ ਸਟੈਪ ਕਰਕੇ ਦਿਖਾਓ, ਮੈਂ ਇਦਾਂ ਨਹੀਂ ਮੰਨਦਾ। ਕੋਈ ਇੱਕ ਸਟੈਪ, ਜਾਨੀ ਮਿਊਜ਼ਿਕ ਤਾਂ ਲਾਉਣਾ ਲਾਓ, ਨਹੀਂ ਲਾਉਣਾ ਨਾ ਲਾਓ, ਕੋਈ ਝਾਫਾ ਕਰ ਦਿਓ। ਹਾਂਜੀ। ਨਹੀਂ ਮੈਂ ਤਾਂ ਮਹਾਰਾਜ ਮਾਸਟਰ ਬੰਦਾ ਰਿਹਾ, ਪੇਪਰ ਤਾਂ ਲੈਣਾ ਹੀ ਆ। ਫਿਰ ਇਹ ਆ ਲਓ ਜੀ, ਬਸ ਮੈਨੂੰ ਇਹ ਸੀਗਾ ਵੀ ਪਤਾ ਇੱਥੇ ਪ੍ਰੈਕਟੀਕਲੀ ਆਪਾਂ ਕਰਾ ਕੇ ਦੇਖ ਲੈਣਾ। ਕਿਉਂਕਿ ਚਲੋ ਮੈਨੂੰ ਹੁਣ ਇਹ ਦੱਸਿਓ ਕਿ ਜਿਹੜੇ ਇੱਥੇ ਦੀ ਨੌਜਵਾਨ ਪੀੜ੍ਹੀ ਤੁਹਾਡੇ ਨਾਲ ਦੇ ਨੇ, ਹਾਂਜੀ, ਉਹਨਾਂ ਦਾ ਇੰਟਰਸਟ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਕਿ ਆਪਾਂ ਫਿਜ਼ੀਕਲੀ ਜਾਨੀ ਐਕਟਿਵ ਰਹੀਏ, ਫਾਸਟ ਫੂਡ ਤੋਂ ਥੋੜ੍ਹਾ ਜਿਹਾ ਦੂਰ ਰਹੀਏ? ਕਿਉਂਕਿ ਮੈਂ ਦੇਖਦਾ ਸੀ ਢਿੱਡ ਹੈ ਨਹੀਂ ਨਿਕਲਿਆ ਬਾਹਰ ਨੂੰ, ਨਹੀਂ ਤਾਂ ਹੁਣ ਅੱਜ ਕੱਲ੍ਹ ਤਾਂ ਇੱਥੋਂ ਐ ਲਰਾਂ ਜੀਆਂ ਬਾਹਰ ਨੂੰ ਨਿਕਲੀਆਂ ਹੁੰਦੀਆਂ। ਚੰਗਾ ਧਿਆਨ ਦਿੰਦੇ ਆ ਫਿਜ਼ੀਕਲੀ ਫਿੱਟ ਹੋਣ ਤੇ? ਹਾਂਜੀ, ਇੱਥੇ ਦੇ ਕਾਫੀ ਜਿਹੜੇ ਮੇਰੇ ਨਾਲ ਦੇ ਦੋਸਤ ਮਿੱਤਰ ਉਹ ਵੀ ਆਉਂਦੇ ਤੇ ਦੌੜਨ, ਹੁਣ ਉਹ ਕੰਮ ਤੇ ਗਿਆ, ਬਟ ਸਾਡਾ ਇੱਧਰ ਨੂੰ ਹੈਗਾ ਭੰਗੜੇ ਵੱਲ ਫਿਟਨੈਸ ਵੱਲ। ਹਾਂਜੀ ਠੀਕ ਹੈ ਜੀ। ਨਹੀਂ ਚਲੋ ਬਹੁਤ ਚੰਗਾ ਜੀ, ਤੁਸੀਂ ਡਟੇ ਰਹੋ। ਥੈਂਕ ਯੂ। ਤੇ ਭੰਗੜਾ ਸਿਖਾਉਂਦੇ ਵੀ ਹੋ ਕਿਸੇ ਨੂੰ ਕਿ ਨਹੀਂ ਸਿਖਾਉਂਦੇ? ਹਾਂਜੀ, ਭੰਗੜਾ ਸਿਖਾਉਂਦੇ ਵੀ ਆ ਬੱਚਿਆਂ ਨੂੰ ਤੁਸੀਂ ਆਪ ਸਿਖਾਉਂਦੇ ਹੋ? ਹਾਂਜੀ ਹਾਂਜੀ, ਕਿਹੜੇ ਦਿਨ ਜਾਂਦੇ ਹੋ? ਅਸੀਂ ਸੰਡੇ ਨੂੰ ਸਿਖਾਉਂਦੇ ਹੁੰਦੇ ਅਕੈਡਮੀ ਸਿਖਾਉਂਦੇ। ਹਾਂਜੀ। ਲਓ ਜੀ, ਇੱਥੇ ਦਾ ਜੰਪਲ ਹੈ ਤੇ ਆਪ ਪਹਿਲਾਂ ਗਿੱਧਾ ਭੰਗੜਾ ਇਹਨੂੰ ਸਿਖਾਇਆ ਗਿਆ, ਹੁਣ ਆਪ ਟ੍ਰੇਨਰ ਬਣ ਗਿਆ ਰੂ ਪੰਜਾਬ ਦੀ ਵਾਲਿਆਂ ਵੱਲੋਂ। ਤੇ ਨਾਲ ਦੀ ਨਾਲ ਡੈਡੀ ਨਾਲ ਵੀ ਗੱਲਾਂ ਬਾਤਾਂ ਕਰਦਾ ਹੈ, ਘਰੇ ਚਾਹ ਦੁੱਧ ਜਿਹੜਾ ਉਹ ਵੀ ਪੀ ਲੈਂਦਾ। ਕਿਉਂਕਿ ਮੈਂ ਰਾਤੀ ਇਹਦੇ ਵਾਲਾ ਸਰਾਣਾ ਲੈ ਕੇ ਸੁੱਤਾ ਸੀ ਤੇ ਮੈਨੂੰ ਕੁਝ ਕਿਹਾ ਵੀ ਨਹੀਂ ਤਾਂ ਆਮ ਤੌਰ ਤੇ ਹੁੰਦਾ ਨਹੀਂ, ਮੇਰੇ ਵਾਲਾ ਤਕੀਆ ਯੂਜ਼ ਨਹੀਂ ਕਰਨਾ, ਪਿੱਲੋ ਜੋ ਹੈ ਨਾ। ਭਾਜੀ ਕੀ ਹਾਲ ਨੇ? ਠੀਕ ਠਾਕ ਹੋ? ਇਹਦਾ ਕੀ ਕੰਮ ਹੈ ਜੀ? ਇਹ ਤਾਂ ਫੋਨ ਨਾਲ ਰੱਖਿਆ ਜੀ, ਗਾਣੇ ਗੁਣੇ ਸੁਣ ਲਈ ਤੇ ਕਦੇ ਰੁਕ ਕੇ ਫੋਟੋ ਖਿੱਚ ਲਈਦੀ ਆਪਣੇ ਗਰੁੱਪ ਦੀ ਨਾਲ, ਕਿ ਗਰੁੱਪ ਜਦੋਂ ਦੌੜਦੇ ਆ ਸਾਰੇ ਤੇ ਨਾਲ ਕਿਤੇ ਮੈਮਰੀਜ਼ ਵਾਸਤੇ। ਹਾਂਜੀ ਹਾਂਜੀ, ਬਹੁਤ ਵਧੀਆ ਜੀ। RPD ਇਹ ਕੀ ਹੈ ਜੀ? ਇਹ ਰੂਹ ਪੰਜਾਬ ਦੀ ਜੀ। ਯਾਨੀ ਹੁਣ ਰੂਹ ਪੰਜਾਬ ਦੀ ਤੁਹਾਡੀ ਰੂਹ ਵਸਦੀ ਹੈ? ਹਾਂਜੀ ਬਿਲਕੁਲ ਵਸਦੀ ਹੈ ਜੀ। ਹਾਂਜੀ ਬਿਲਕੁਲ। ਹਾਂਜੀ, ਜਦੋਂ ਮੈਨੂੰ ਵੀ 4 ਸਾਲ ਹੋ ਗਏ ਆਲਮੋਸਟ ਇੱਥੇ ਇਹਨਾਂ ਦੇ ਨਾਲ। ਤੇ ਜਦੋਂ ਮੈਂ ਸ਼ੁਰੂ ਕੀਤਾ ਸੀ ਤੇ ਇੱਕ ਦਿਨ ਮੈਂ ਕਾਰ 'ਚ ਜਾ ਰਿਹਾ ਸੀ ਤੇ ਮੈਂ ਦੇਖਿਆ ਬੰਦੇ ਦੌੜਦੇ ਜਾ ਰਹੇ ਆ। ਅੱਛਾ। ਤੇ ਮੇਰਾ ਫਰੈਂਡ ਕਹਿੰਦਾ ਯਾਰ ਆ ਨਾ ਕਾਫੀ ਹੁੰਦੇ ਸੈਟਰਡੇ ਨੂੰ ਬੰਦੇ। ਮੈਂ ਕਿਹਾ ਯਾਰ ਇਹ ਕੌਣ ਆ ਵੀ ਲੱਗੇ ਹੋਏ ਆ ਕੌਣਿਆਂ ਵਾਂਗੂ ਦੌੜਨ? ਕਹਿੰਦਾ ਆਪਾਂ ਵੀ ਚੱਲਿਆ ਕਰਾਂਗੇ ਨਾ, ਕੋਈ ਪਾਰਕ ਰਨ ਹੁੰਦੀ ਹੈ, ਕੋਈ ਸੈਟਰਡੇ ਨੂੰ ਹੁੰਦੀ ਹੈ ਪਾਰਕ ਰਨ। ਅਸੀਂ ਗਏ ਤੇ ਉੱਥੇ ਕਾਫੀ ਰਸ਼ ਸੀਗਾ, 300-400 ਬੰਦਾ ਸੀ ਉੱਥੇ ਹੀ। ਸਤਨਾਮ ਭਾਜੀ ਹੁਣਾਂ ਨਾਲ ਮੇਲ ਹੋਇਆ ਤੇ ਮੇਰੇ ਕੋਲ ਵੀ ਕਹਿ ਲਓ 500 ਮੀਟਰ ਵੀ ਦੌੜ ਨਹੀਂ ਹੁੰਦਾ ਸੀ ਜਦੋਂ ਸ਼ੁਰੂ ਕੀਤਾ ਮੈਂ। ਤੇ ਪਹਿਲੀ ਪਾਰਕ ਰਨ ਮੈਂ ਕੀਤੀ ਤੇ ਤੁਰ ਕੇ ਬਸ ਔਖੇ ਸੌਖੇ ਬਸ ਕਿਸੇ ਤਰੀਕੇ ਪੂਰੀ ਕਰ ਲਈ। ਹਾਂਜੀ। ਫਿਰ ਹੌਲੀ ਹੌਲੀ ਰੂਟੀਨ ਬਣ ਗਿਆ ਫਿਰ ਰੈਗੂਲਰ ਦੌੜਨ ਦਾ। ਤੇ ਫਿਰ ਜਦੋਂ ਕੋਵਿਡ ਆਇਆ ਤੇ ਉਸ ਤੋਂ ਪਹਿਲਾਂ ਮੇਰੇ ਡੈਡ ਇੱਥੇ ਆਏ ਸੀਗੇ ਤੇ ਉਹ ਬਿਮਾਰ ਹੋ ਗਏ ਇੱਥੇ ਆ ਕੇ ਕਾਫੀ ਨਾ। ਤੇ ਉਸ ਤੋਂ ਬਾਅਦ ਉਹ ਹਸਪੀਟਲਾਈਜ਼ ਸੀਗੇ, ਆਲਮੋਸਟ 1.5 ਸਾਲ ਹਸਪੀਟਲਾਈਜ਼ ਰਹੇ। ਤੇ ਉਹਦੇ ਵਿੱਚ ਫਿਰ ਸਟ੍ਰੈਸ ਲੈਵਲ, ਤੁਹਾਡੀ ਰੂਟੀਨ ਸਾਰੀ ਗੜਬੜ। ਫਿਰ ਉਦੋਂ ਫਿਰ ਮੇਰਾ ਥੋੜਾ ਹੋਰ ਵੀ ਰੂਟੀਨ ਹੋ ਗਿਆ ਕਿ ਸਟ੍ਰੈਸ ਬਸਟ ਕਰਨ ਲਈ ਮੈਂ ਦੌੜਨ ਜਾਣ ਲੱਗ ਪਿਆ। ਤੇ ਫਿਰ ਰੈਗੂਲਰ ਹੁਣ ਤਾਂ ਬਣ ਗਈ ਰੂਟੀਨ ਜੀ ਇੱਦਾਂ ਕਿ ਹੁਣ ਸਵੇਰੇ 6 ਵਜੇ ਇੱਥੇ ਟਰੈਕ ਤੇ ਆ ਜਾਈਦਾ ਐਵਰੀ ਡੇ। ਤੇ ਬਾਅਦ ਚ ਥੱਕੇ ਤਾਂ ਨਹੀਂ ਮਹਿਸੂਸ ਕਰਦੇ? ਨਹੀਂ ਜੀ, ਨਹੀਂ ਥੱਕੇ ਤਾਂ ਹੁਣ ਬਿਲਕੁਲ ਹੀ ਮਹਿਸੂਸ ਕਰਦੇ। ਹੁਣ ਮੈਂ ਪਿਛਲੇ ਸਾਲ ਪਹਿਲੀ ਹਾਫ ਮੈਰਾਥਨ ਕੀਤੀ ਸੀਗੀ, ਪਿਛਲੇ ਸਾਲ ਪਹਿਲੀ। ਇਸ ਸਾਲ 'ਚ ਹੁਣ ਮੈਂ 20 ਕੀਤੀਆਂ ਨੇ। ਇਹ ਤੁਹਾਡੇ ਤੋਂ ਵੱਧ ਉਮਰ ਦੇ ਨੇ ਬਹੁਤ ਸਾਰੇ ਸੱਜਣ, ਸਲਾਹ ਵੀ ਚੱਜ ਦੀ ਦਿੰਦੇ ਹੋਰ ਕਈ ਮਸਲਿਆਂ ਤੇ। ਕਈ ਵਾਰੀ ਉਹ ਬੰਦਾ
ਮੈਂ ਨਹੀਂ ਕਹਿਣਾ ਕਿ ਯਾਰ ਘਰੋਂ ਹੀ ਬੰਦੇ ਹੁੰਦੇ ਕਿ ਯਾਰ ਆਹ ਕਰੀਏ, ਹੁਣ ਘਰ ਲਈਏ ਜਾਂ ਬਿਜ਼ਨਸ ਵਧਾਈਏ ਜਾਂ ਪਰਿਵਾਰ ਨੂੰ ਸਮਾਂ ਦਈਏ, ਇਹਨਾਂ ਨਾਲ ਸਲਾਹ ਬਲਾ ਕਰ ਲੈਂਦੇ ਹੋ? ਹਾਂਜੀ ਹਾਂਜੀ ਬਿਲਕੁਲ ਜੀ, ਸਾਰੀ ਤਰ੍ਹਾਂ ਦੀ ਸਲਾਹ, ਕਿਉਂਕਿ ਜਿਹੜਾ ਸਾਡਾ ਗਰੁੱਪ ਹੈ ਇਹ ਬਣਿਆ ਜਿੱਦਾਂ ਬਹੁਤ ਸਟ੍ਰੈਸ ਬਸਟਿੰਗ ਗਰੁੱਪ ਹੈ। ਠੀਕ ਹੈ ਜੀ। ਤੇ ਤੁਸੀਂ ਆਓ ਇੱਥੇ, ਜੇ ਕੋਈ ਤੁਹਾਨੂੰ ਕੋਈ ਤਕਲੀਫ ਹੈ ਜਾਂ ਕੋਈ ਤੁਸੀਂ ਸਲਾਹ ਵੀ ਲੈਣੀ ਹੈ ਤਾਂ ਤੁਸੀਂ ਮਤਲਬ ਇਹਨਾਂ ਨਾਲ ਗੱਲ ਕਰੋ, ਤਾਂ ਬੜੇ ਖੁੱਲੇ ਦਿਲ ਦਾ ਸਾਰਾ ਮਾਹੌਲ ਹੁੰਦਾ ਜੀ। ਤੇ ਐਵੇਂ ਨਹੀਂ ਕਿ ਕੋਈ ਉੱਦਾਂ ਦੀ ਗੱਲ ਨਹੀਂ ਤੁਹਾਨੂੰ ਕੋਈ ਉੱਪਰ ਥੱਲੇ, ਪਰ ਹਾਂਜੀ ਬਹੁਤ ਵਧੀਆ ਸਾਰਾ ਮਾਹੌਲ ਹੈ। ਬਹੁਤ ਧੰਨਵਾਦ ਜੀ। ਤੁਸੀਂ ਕਹਿ ਰਹੇ ਸੀ ਸਲਾਹ, ਇਹ ਸਲਾਹ ਇਹ ਦਿੰਦੇ ਸਾਨੂੰ ਵੀ ਕਿਹੜੇ ਸ਼ੂ ਵਧੀਆ ਨੇ, ਕਿਹੜੀ ਘੜੀ ਵਧੀਆ ਹੈ ਰਨਿੰਗ ਲਈ, ਕਿਹੜਾ ਪੌਡ ਵਧੀਆ ਹੈ, ਜਾਂ ਕਿਹੜੇ ਜੋ ਜਿੰਨੇ ਗੈਜਟਸ ਨੇ ਸਾਰੇ ਇਹ ਰਿਸਰਚ ਕਰਦੇ ਨੇ, ਸਾਨੂੰ ਸਲਾਹ ਦਿੰਦੇ ਨੇ, ਅਸੀਂ ਇਹਨਾਂ ਦੀ ਸਲਾਹਾਂ ਸੁਣੀ ਦੀਆਂ। ਤੁਸੀਂ ਜਾਇਓ ਨਾ ਜੀ ਭਾਜੀ, ਆਇਓ। ਇਹ ਗੱਲਾਂ ਠੀਕ ਕਰਦੇ ਬਾਜਵਾ ਸਾਹਿਬ, ਤੁਸੀਂ ਮੇਰੇ ਲਾਗੇ ਰਹੋ ਭਾਈ। ਬਿਲਕੁਲ ਸਹੀ ਗੱਲਾਂ ਕਰ ਰਹੇ ਨੇ, ਬਿਲਕੁਲ। ਹਾਂਜੀ ਹਾਂਜੀ ਹਾਂਜੀ, ਇਹਨਾਂ ਕਰਕੇ ਅਸੀਂ ਇਸ ਗਰੁੱਪ 'ਚ ਆ, ਇਹਨਾਂ ਕਰਕੇ ਰਣਜੀਤ ਭਾਜੀ ਹੋਰਾਂ ਕਰਕੇ, ਇਹਨਾਂ ਕਰਕੇ ਆਹੀ ਕਾਰਨ ਨੇ ਜੀ ਕਿ ਅਸੀਂ ਕਿਵੇਂ ਇੰਨਾ ਜ਼ਿਆਦਾ ਦੌੜ ਸਕਦੇ ਹਾਂ। ਮੈਂ ਆਪਣੀ ਗੱਲ ਕਰਾਂ ਕਿ ਮੈਨੂੰ 3 ਸਾਲ ਨਹੀਂ ਹੋਏ ਤਾਂ ਦੌੜਦਿਆਂ ਨੂੰ। ਠੀਕ ਹੈ ਜੀ। ਅਗਲੇ ਸਾਲ 3 ਸਾਲ ਹੋਣੇ ਆ। ਠੀਕ ਹੈ ਜੀ। ਤੇ ਮੈਂ ਬੜਾ ਮੋਡੈਸਟ 'ਚ ਥੋੜ੍ਹਾ ਜਿਹਾ ਦੌੜਨਾ ਸ਼ੁਰੂ ਕੀਤਾ ਸੀ ਹੌਲੀ ਹੌਲੀ, ਪਰ ਹੁਣ ਮੈਂ ਬਹੁਤਿਆਂ ਨਾਲੋਂ ਬਹੁਤਾ ਦੌੜਦਾ। ਜਿਵੇਂ ਹਾਂਜੀ ਹਾਂਜੀ, ਜਿਵੇਂ ਮੈਂ ਪਿਛਲੇ ਸਾਲ ਤਕਰੀਬਨ 300 ਹਰ ਮਹੀਨੇ 3600 ਕਿਲੋਮੀਟਰ ਦੌੜਿਆ ਪਿਛਲੇ ਸਾਲ। ਠੀਕ ਹੈ ਜੀ। ਐਵਰੇਜ ਜਿਹੜੀ ਮਹੀਨੇ ਦੀ ਐਵਰੇਜ 300 ਹਾਂਜੀ। ਤੇ ਇਸ ਸਾਲ ਵੀ ਮੈਂ ਹੁਣ 2500 ਦਾ ਮੇਰਾ ਟਾਰਗੇਟ ਸੀ, ਉਹ ਮੇਰਾ ਪੂਰਾ ਹੋ ਗਿਆ। ਮੈਂ 20-25 ਕਿਲੋਮੀਟਰ ਰਹਿ ਗਏ ਇਸ ਮਹੀਨੇ, ਆਖਰੀ ਮਹੀਨਾ ਜੀ। ਤੇ ਉਸ ਤੋਂ ਇਲਾਵਾ ਮੇਰਾ ਹੁੰਦਾ ਕਿ ਜਿਵੇਂ ਨਵੰਬਰ ਨਸਲ ਖੁਸ਼ੀ ਦਾ ਮਹੀਨਾ, ਤੇ ਮੈਂ ਪਿਛਲੇ ਸਾਲ 37 ਕਿਲੋਮੀਟਰ ਕੀਤੇ ਸੀ, ਇਸ ਸਾਲ ਮੈਂ 38 ਕੀਤੇ, ਤੇ 42 ਕਿਲੋਮੀਟਰ ਵੈਸੇ ਅਸੀਂ ਕਰ ਚੁੱਕੇ ਹਾਂ। ਇੱਕ ਵਾਰੀ ਫੁੱਲ ਮੈਰਾਥਨ ਵੀ ਕਰ ਚੁੱਕੇ ਹਾਂ। ਉਸ ਤੋਂ ਇਲਾਵਾ ਅਸੀਂ ਹਾਫ ਮੈਰਾਥਨ ਜਿਹੜੇ 20 ਕਿਲੋਮੀਟਰ ਹੁੰਦੇ ਨੇ, ਉਹ ਅਸੀਂ ਸਾਲ ਦੀਆਂ ਪਤਾ ਨਹੀਂ ਕਿੰਨੀਆਂ ਮਤਲਬ ਹਫ਼ਤੇ 'ਚ ਇੱਕ ਵਾਰੀ ਕਰ ਫੁੱਲ ਸਰੀਰ ਭਾਈ ਇੱਕਦਮ ਵਧੀਆ। ਮੈਂ ਤਾਂ ਇਹ ਤੋਂ ਵਧੀਆ ਨਹੀਂ ਹੋ ਸਕਦਾ। ਲਓ ਜੀ, ਹਾਂਜੀ, ਕੀ ਬਾਤ ਹੈ, ਬਹੁਤ ਮਿਹਰਬਾਨੀ ਜੀ। ਬਜ਼ੁਰਗੋ ਆਓ ਆਓ ਜੀ, ਇੱਧਰ ਆਓ ਮਹਾਰਾਜ, ਉਡੀਕਦੇ ਤੁਹਾਨੂੰ। ਕੀ ਹਾਲ ਚਾਲ ਨੇ? ਠੀਕ ਠਾਕ ਹੋ? ਸ਼ੁਭ ਨਾਮ ਕੀ ਜੀ ਤੁਹਾਡਾ? ਕੇਵਲ ਸਿੰਘ। ਸਰਦਾਰ ਕੇਵਲ ਸਿੰਘ ਜੀ, ਜਦੋਂ ਪੰਜਾਬ ਤੋਂ ਆਏ ਸੀ ਉਦੋਂ ਸੋਚਿਆ ਸੀ ਕਿ ਕਿਤੇ ਇਦਾਂ ਰੌਣਕਾਂ ਲੱਗਣਗੀਆਂ, 3 ਪੀੜ੍ਹੀਆਂ ਇੱਕ ਥਾਂ ਹੋਣਗੀਆਂ, ਦੌੜਾਂ ਲੱਗਣਗੀਆਂ, ਸਾਰੇ ਵਧੀਆ ਗੱਲਾਂ ਬਾਤਾਂ ਚਰਚਾ ਕਰਨਗੇ? ਸੋਚਿਆ ਸੀ ਕਿ ਨਹੀਂ? ਹਾਂਜੀ, ਵੈਸੇ ਇੱਥੇ ਆਣ ਕੇ ਫਿਰ ਪਤਾ ਲੱਗਾ ਜੀ। ਆਪਣੇ ਪੰਜਾਬ 'ਚ ਜੇ ਕਿਤੇ ਇਦਾਂ ਹੋ ਜਾਵੇ ਕਿ ਬੱਚੇ ਬਜ਼ੁਰਗ ਸਾਰੇ ਜਣੇ ਇਕੱਠੇ ਹੋ ਕੇ ਸਰੀਰਕ ਤੌਰ ਦੇ ਉੱਤੇ ਇਦਾਂ ਮਿਹਨਤ ਕਰਨ ਤਾਂ ਵਧੀਆ ਹੋ ਜੂ ਉੱਥੇ? ਬਹੁਤ ਵਧੀਆ ਜੀ, ਹੋ ਸਕਦਾ ਵਾ, ਪਰ ਉੱਥੇ ਇੰਨੀ ਲੋਕੀ ਇੰਟਰਸਟ ਨਹੀਂ ਲੈਂਦੇ, ਜਾਂ ਸਾਡੇ ਕੋਲ ਉੱਥੇ ਗਰਾਊਂਡਾਂ ਹੀ ਇੰਨੀਆਂ ਨਹੀਂ ਜਿੰਨੀਆਂ ਫੈਸਿਲਿਟੀ ਇੱਥੇ ਨੇ। ਸਾਡੇ ਪੰਜਾਬ 'ਚ ਇੰਨੀਆਂ ਨਹੀਂ ਹੈਗੀਆਂ, ਕਿਉਂਕਿ ਸਾਡੇ ਕੋਲ ਜਗ੍ਹਾ ਹੀ ਹੈ ਨਹੀਂ ਉੱਥੇ ਫਿਰਨ। ਜੇ ਸੈਰ ਕਰਨ ਹੀ ਜਾਂਦੇ ਸਵੇਰੇ ਸੜਕ ਤੇ, ਸਾਨੂੰ ਕੋਈ ਕਾਰ ਵਾਲਾ ਫੇਟ ਮਾਰ ਜਾਂਦਾ ਜਾਂ ਟਰੱਕ ਵਾਲਾ ਮਾਰ ਜਾਂਦਾ, ਅਸੀਂ ਡਰਦੇ ਹੀ ਨਹੀਂ ਉੱਥੇ ਸੈਰ ਕਰਦੇ। ਹਾਂਜੀ, ਤੇ ਜੇ ਕਿਤੇ ਇਹ ਕੰਮ ਕਰ ਦੇਣ ਸਰਕਾਰਾਂ, ਹਾਂਜੀ, ਜਾਂ ਪਿੰਡ ਵਾਲੇ ਇਕੱਠੇ ਹੋ ਕੇ ਇੱਕ ਟਰੈਕ ਹੀ ਬਣਾ ਲੈਣ, ਕਿਉਂਕਿ ਬਹੁਤਾ ਮਹਿੰਗਾ ਤਾਂ ਬਣਨਾ ਨਹੀਂ, ਤਾਂ ਕੰਮ ਸੂਤਰ ਆ ਸਕਦਾ ਸਿਹਤ ਵਾਲਾ। ਹਾਂਜੀ ਬਿਲਕੁਲ ਜੀ। ਸਾਡੇ ਹੁਣ ਸਾਡਾ ਪਿੰਡ ਹੈ ਜੀ, ਅੰਮ੍ਰਿਤਸਰ ਜ਼ਿਲ੍ਹੇ 'ਚ ਜਹਾਂਗੀਰ ਪਿੰਡ ਹੈ। ਉਹਦੇ ਵਿੱਚ ਸਰਪੰਚ ਨੇ ਕੀਤਾ ਕਿ ਉੱਥੇ ਟੈਂਕੀ ਲੱਗੀ ਸੀ, ਉਹਦੇ ਵਿੱਚ ਜਗ੍ਹਾ ਵਾਵਾ ਕਿੱਲਾ ਕੁ ਹੈਗੀ ਸੀ। ਉਹਨੇ ਕੀ ਕੀਤਾ, ਉਹਦੇ ਵਿੱਚ ਸੜਕਾਂ ਬਣਾ ਦਿੱਤੀਆਂ ਨੇ, ਔਰ ਲੇਡੀਜ਼ ਜਿਹੜੀਆਂ ਨੇ ਉਹ ਜਾ ਕੇ ਉੱਥੇ ਸਾਰੀ ਮਤਲਬ ਸ਼ਾਮ ਨੂੰ ਰਾਤ ਨੂੰ ਨਾਲ ਉਹਨੇ ਲਾਈਟਾਂ ਲਾਤੀਆਂ ਨੇ, ਤੇ ਉਹ ਮਤਲਬ ਉੱਥੇ ਜਾ ਕੇ ਉਹ ਸੈਰ ਕਰਦੀਆਂ। ਇੱਕ ਤੇ ਉਹਨਾਂ ਨੂੰ ਹੁਣ ਜੇ ਅਸੀਂ ਉਹ ਲਿੰਕ ਰੋਡ ਤੇ ਸੈਰ ਕਰਨ ਜਾਂਦੇ, ਕਦੀ ਮੋਟਰਸਾਈਕਲ ਆ ਗਿਆ, ਕਦੀ ਟਰਾਲੀ ਆ ਗਈ, ਉੱਥੇ ਸਾਨੂੰ ਖਤਰਾ ਬਣਿਆ ਰਹਿੰਦਾ। ਹੁਣ ਉੱਥੇ ਵਧੀਆ ਹੋ ਗਿਆ। ਠੀਕ ਹੈ ਜੀ, ਬਹੁਤ ਮਿਹਰਬਾਨੀ। ਮਿਹਰਬਾਨੀ ਜੀ, ਥੈਂਕ ਯੂ। ਅੱਛਾ ਬਾਜਵਾ ਸਾਹਿਬ, ਰੂਹ ਪੰਜਾਬ ਦੀ ਬਣੀ ਨੂੰ ਬਹੁਤ ਸਾਲ ਹੋ ਗਿਆ। ਕਿਹੜਾ ਭਾਜੀ ਇੱਥੇ ਨੇੜੇ ਆ ਜਾਓ, ਇੱਧਰ ਮੇਰੇ ਵਾਲ ਇੱਧਰ ਆ ਜਾਓ ਤੁਸੀਂ। ਬਹੁਤ ਜਾਣੀ ਲਾਲਾ ਹੋ ਜਾਂਦੀ ਹਰ ਸਾਲ ਕੇ ਪ੍ਰਧਾਨ ਮੈਂ ਬਣਨਾ, ਸੈਕਟਰੀ ਮੈਂ ਬਣਨਾ, ਜਾਣੀ ਜੋੜ ਤੋੜ ਪੂਰੇ ਐਨ ਰੌਲੇ ਰੱਪੇ ਪੈ ਜਾਂਦੇ ਆ। ਪਤਾ ਹੀ ਨਹੀਂ ਲੱਗਦਾ ਜੀ ਪ੍ਰਧਾਨ ਕੌਣ ਹੈ। ਪੁੱਛਣਾ ਪੈਂਦਾ ਬਾਈ ਗੋਡ। ਹਾਂਜੀ, ਸਾਰੇ ਲੋਕ ਨਾ ਜੀ ਪੰਜਾਬੀ ਜੁੜਦੇ ਬਾਅਦ ਚ ਟੁੱਟ ਸੀ ਪਹਿਲਾਂ ਜਾਈਦਾ, ਸਾਨੂੰ ਜਹੇਦਾਰੀ ਦਾ ਬੜਾ ਸ਼ੌਂਕ ਹੁੰਦਾ ਪ੍ਰਧਾਨਗੀ ਦਾ। ਨਾ ਜੀ, ਇੱਥੇ ਸਾਰੇ ਲੁਕਦੇ ਫਿਰਦੇ ਹੁੰਦੇ, ਕਿਤੇ ਪ੍ਰਧਾਨ ਨਾ ਬਣਾ ਦੇਣ। ਠੀਕ ਹੈ ਜੀ। ਹਾਂਜੀ, ਅੱਛਾ ਮੈਂ ਖੇੜਾ ਸਾਹਿਬ, ਮਾੜਾ ਮੋਟਾ ਤਾਂ ਰੌਲਾ ਰੱਪਾ ਪੈਂਦਾ ਹੋਣਾ, ਜਾਣੀ ਕਿੱਦਾਂ ਚੱਲਦਾ ਫਿਰ ਕੰਮ ਕਰ ਜੇ ਕੋਈ ਪ੍ਰਧਾਨ ਨਹੀਂ, ਜਾਣੀ ਜਦੋਂ ਪ੍ਰਧਾਨ ਬਣਦਾ ਕੋਈ ਰਾਤ ਨੂੰ ਟੈਲੀਫੋਨ ਯਾਰ ਕਿ ਮੇਰਾ ਨਾਂ ਲੈ ਦਿਓ ਮੈਂ ਬਣਨਾ ਹੀ ਪ੍ਰਧਾਨ, ਇਦਾਂ ਕੰਮ ਚੱਲਦਾ? ਤੁਸੀਂ ਇਹ ਗੱਲ ਹੋਈ, ਸਾਡੇ ਗਰੁੱਪ ਸਾਰੇ ਫਨੀਅਰ ਆ ਜੀ। ਦੂਸਰੀ ਗੱਲ ਇਹ ਆ ਵੀ ਸਾਡੀ ਕਹਿ ਲਓ ਵੀ ਖੁਸ਼ਕਿਸਮਤੀ ਹੈ ਇਸ ਗੱਲ 'ਚ ਵੀ ਸਾਡੇ ਸਾਰੇ ਬੱਚਿਆਂ ਵਾਂਗੂ ਨੇ, ਭਰਾਵਾਂ ਵਾਂਗੂ ਨੇ, ਮਾਪਿਆਂ ਵਾਂਗੂ ਵੀ ਨੇ ਵਿੱਚੋਂ। ਪਰ ਇਸ ਗੱਲ ਦੀ ਕਦੇ ਮੁਸ਼ਕਿਲ ਨਹੀਂ ਆਈ, ਕਿਉਂਕਿ ਸਾਰੇ ਜ਼ਿੰਮੇਵਾਰੀ ਜਿਹੜੀ ਹੱਥ ਖੜੀ ਕਰਕੇ ਲੈਂਦੇ ਨੇ ਜੀ। ਔਰ ਉਹ ਜਿਹੜੀ ਜ਼ਿੰਮੇਵਾਰੀ ਦਾ ਅਹਿਸਾਸ ਆ, ਮੈਨੂੰ ਲੱਗਦਾ ਪਤਾ ਨਹੀਂ ਕਿੱਥੋਂ ਆਉਂਦਾ, ਪਰ ਆਉਂਦਾ ਜਿੱਦਾਂ ਆ ਵੀ ਇਹ ਇਸ ਕਰਕੇ ਸਾਨੂੰ ਕਦੇ ਮੁਸ਼ਕਿਲ ਨਹੀਂ ਆਈ ਇਸ ਕੰਮ ਬਾਰੇ ਵੀ ਕਿਸੇ ਵੀ ਜ਼ਿੰਮੇਵਾਰੀ ਦੇਣ ਲਈ। ਔਰ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਲੈ ਕੇ ਤੇ ਆਪਣਾ ਕੰਮ ਕਰਦੇ ਨੇ। ਬਾਕੀ ਜਿਹੜੀ ਤੁਸੀਂ ਪ੍ਰਧਾਨਗੀ ਦੀ ਬਾਤ ਕੀਤੀ ਆ ਵੀ ਸਾਡਾ ਪਿਛਲੇ 30 ਸਾਲ ਦਾ ਜਿਹੜਾ ਸਫ਼ਰ ਹੈ ਇੱਥੋਂ ਦਾ,
ਉਹ ਕੁਛ ਇੱਕ ਥੋੜਾ ਜਿਹਾ ਵੱਖਰਾ ਆ। ਠੀਕ ਹੈ ਔਰ ਸਾਡਾ ਤਜਰਬਾ ਹੀ ਇਦਾਂ ਦਾ ਰਿਹਾ ਜ਼ਿੰਦਗੀ ਦਾ, ਜਿਹਦੇ ਵਿੱਚ ਸਾਨੂੰ ਕਦੇ ਇਹੋ ਜਿਹੀ ਮੁਸ਼ਕਲ ਨਹੀਂ ਆਈ ਵੀ ਸਾਨੂੰ ਕੋਈ ਕਿਸੇ ਦੇ ਨਾਲ ਕਰਨਾ ਪਵੇ। ਤੇ ਜਿਹੜਾ ਸਭ ਬਾਕੀ ਸਰੀਰ ਤਾਂ ਫਿੱਟ ਹੋ ਗਏ, ਹਾਂਜੀ। ਬੰਦੇ ਵੀ ਜੁੜ ਗਏ। ਹਾਂਜੀ, ਇਹਦੇ ਤੋਂ ਇਲਾਵਾ ਵਿਦੇਸ਼ ਚ ਆਏ ਹੋ, ਬਹੁਤੇ ਬੰਦਿਆਂ ਨੂੰ ਇੱਥੇ ਆ ਕੇ ਮਿਲੇ ਹੋਣੇ ਹੋ, ਭਾਈਚਾਰਾ ਵੀ ਮਿਲਿਆ, ਚੰਗੇ ਸੱਜਣ ਵੀ ਮਿਲੇ, ਗਾਹਾਂ ਨਿਆਣੇ ਨਿੱਕੇ ਜਿਹੜੇ ਨੇ ਉਹਨਾਂ ਦੇ ਨਿਆਣੇ ਨਿੱਕਿਆਂ ਨੂੰ ਵੀ ਮਿਲਦੇ ਆ, ਹੋਰ ਵੀ ਕਈ ਫਾਇਦੇ ਹੋ ਜਾਂਦੇ ਆ। ਹਾਂਜੀ, ਜ਼ਿੰਦਗੀ ਦਾ ਜਿਹੜਾ ਤਜਰਬੇ ਨੇ ਉਹ ਇਸ ਮੁਲਕ ਦੇ ਪਿਛਲੇ 3 ਦਹਾਕਿਆਂ ਦੇ ਬਹੁਤ ਵਧੀਆ ਨੇ ਜੀ। ਔਰ ਬਹੁਤ ਵਧੀਆ ਇਨਸਾਨ, ਬਹੁਤ ਵਧੀਆ ਪਰਿਵਾਰ, ਬਹੁਤ ਵਧੀਆ ਜਥੇਬੰਦੀਆਂ, ਬਹੁਤ ਹੀ ਵਧੀਆ ਕੀ ਕਹੀਏ। ਮੈਂ ਕਹਿੰਦਾ ਵੀ ਸਵਰਗ ਹੈ ਜੀ, ਜ਼ਿੰਦਗੀ ਇਸ ਤੋਂ ਵਧੀਆ ਹੋ ਨਹੀਂ ਸਕਦੀ। ਮੈਂ ਕਹਿੰਦਾ ਹੁੰਦਾ ਵੀ ਜਿਹੜੇ ਦੋਸਤ ਆ ਸਾਡੇ, ਰੱਬ ਵਸਦਾ ਜਾਂ ਰੱਬ ਹੀ ਇਹਨਾਂ 'ਚ ਵਸਦਾ। ਔਰ ਮੇਰੇ ਕੋਲ ਸ਼ਬਦ ਹੀ ਨਹੀਂ ਕਹਿਣ ਨੂੰ, ਕਹਿ ਲਓ ਵੀ ਇਸ ਤੋਂ ਵਧੀਆ ਹੋ ਹੀ ਨਹੀਂ ਸਕਦਾ ਜੀ। ਹਾਂਜੀ, ਲਓ ਜੀ, ਮੈਂ ਸਮਾਪਤੀ ਵਾਲੇ ਪਾਸੇ ਨੂੰ ਜਾਣਾ ਹੈ ਜੀ, ਤੇ ਮੈਂ ਇੰਨੀ ਗੱਲ ਜਿਹੜੀ ਉਹ ਜ਼ਰੂਰ ਦੱਸ ਦਿੰਨਾ ਕਿ ਰੂਹ ਪੰਜਾਬ ਦੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਸਿਡਨੀ ਆਸਟ੍ਰੇਲੀਆ, ਦੁਨੀਆ ਭਰ 'ਚ ਜਿੱਥੇ ਵੀ ਕਿਤੇ ਤੁਸੀਂ ਪੰਜਾਬੀ ਭਾਸ਼ਾ ਸਮਝਦੇ ਹੋ, ਬੋਲਦੇ ਹੋ, ਲਿਖਦੇ ਹੋ, ਪੜ੍ਹਦੇ ਹੋ, ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਕਿ ਸਭ ਤੋਂ ਵੱਡੀ ਗੱਲ ਤੰਗੀ ਬਹੁਤ ਹੈ ਜੀ, ਸਟਰੈਸ ਬੜੀ ਹੈ ਜੀ, ਪਰੇਸ਼ਾਨੀ ਬਹੁਤ ਹੈ ਜੀ, ਤਾਂ ਉਹਦੇ ਤੋਂ ਜੇ ਬਾਹਰ ਨਿਕਲਣਾ ਤਾਂ ਖੇਡਣਾ ਸ਼ੁਰੂ ਕਰੀਏ। ਤੇ ਖੇਡਣ ਦੇ ਲਈ ਰੁਪਈਏ ਚਾਹੀਦੇ, ਗਰਾਊਂਡਾਂ ਚਾਹੀਦੀਆਂ, ਪਰ ਭੱਜਣ ਲਈ ਰੁਪਈਏ ਨਹੀਂ ਚਾਹੀਦੇ। ਤੁਹਾਡੇ ਕੋਲੇ ਬੂਟ ਹੋਣ, ਤੁਹਾਡੇ ਕੋਲੇ ਪੀਣ ਨੂੰ ਪਾਣੀ ਵਾਲੀ ਬੋਤਲ ਹੋਵੇ, ਤਾਂ ਮੈਨੂੰ ਲੱਗਦਾ ਕਿ ਕੰਮ ਤੁਰ ਪਊਗਾ। ਥੋੜ੍ਹਾ ਬਹੁਤ ਥਾਂ ਥੂ ਆਪਾਂ ਜੁਗਾੜ ਜਿਹਾ ਪੱਧਰਾ ਕਰਕੇ ਕਰ ਲਈਦਾ। ਤੇ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਪਾਂ ਨੂੰ ਆਉਂਦੀ ਆ ਕਿ ਬਹੁਤੇ ਪੈਸੇ ਦਾ ਡਾਕਟਰਾਂ ਦੀਆਂ ਜੇਬਾਂ ਦੇ ਵਿੱਚ ਜਾਂਦੇ ਆ, ਕਿਉਂਕਿ ਅਸੀਂ ਸਰੀਰ ਹੀ ਨਹੀਂ ਚੱਜ ਦੇ ਰੱਖਦੇ, ਗੋਲੀਆਂ ਖਾਈ ਜਾਂਦੇ ਆ। ਉਹਦੇ ਤੋਂ ਬਾਅਦ ਮੋਟਾਪਾ ਆ ਗਿਆ ਜੀ, ਨਿਆਣੇ ਕਹਿੰਦੇ ਆ ਪਾਪਾ ਸਾਡੇ ਨਾਲ ਦੌੜ, ਤੇ ਪਾਪੇ ਨੂੰ ਸਾਹ ਚੜ੍ਹ ਗਿਆ। ਤੇ ਉਹ ਜੇ ਉਸ ਚੀਜ਼ ਤੋਂ ਬਚਣਾ ਹੈ ਤਾਂ ਫਿਰ ਵੀ ਥੋੜ੍ਹਾ ਜਿਹਾ ਸਾਨੂੰ ਇਧਰਲੇ ਪਾਸੇ ਆਉਣਾ ਪਊਗਾ। ਭਾਈਚਾਰਕ ਸਾਂਝ ਦੀਆਂ ਤੰਦਾਂ ਤਾਂ ਭਾਈ ਇੱਥੇ ਆ ਕੇ ਜੁੜਨੀਆਂ, ਕਿਉਂਕਿ ਇੱਥੇ ਕੋਈ ਕਾਰੋਬਾਰ ਨਹੀਂ, ਕੁਛ ਹੋਰ ਨਹੀਂ ਤਾਂ ਆਪਣਾ ਪੰਜਾਬੀ ਭਾਈਚਾਰਾ, ਮਜਬੂਰੀ ਲਾ ਲਓ, ਕੁਛ ਵੀ ਲਾ ਲਓ, ਅਸੀਂ ਸਾਰੀ ਦਿਹਾੜੀ ਗਿਣਤੀ ਮਿਣਤੀ ਇਹ ਕਰੀ ਜਾਂਦੇ ਆ ਕਿ 7 ਦਾ ਲਿਆ ਸੀ 11 ਦਾ ਹੋ ਗਿਆ, 11 ਦਾ ਲਿਆ ਸੀ 18 ਦਾ ਹੋ ਗਿਆ। ਉਹ ਭਾਈ ਜੇ 18 ਵਾਲਾ ਵੇਚਿਆ ਤਾਂ 25 ਵਾਲਾ ਹੀ ਮਿਲਣਾ, 18 ਵਾਲਾ ਵੇਚ ਕੇ ਕਿਹੜਾ 2 ਦਾ ਮਿਲ ਜਾਣਾ। ਇਸ ਕਰਕੇ ਠੀਕ ਹੈ, ਉਹ ਜੋੜ ਤੋੜ ਵੀ ਕਰਨੇ ਜ਼ਰੂਰੀ ਨੇ, ਪਰ ਇਹ ਗੱਲ ਬੜੀ ਇੰਪੋਰਟੈਂਟ ਹੈ ਭਾਈ ਕਿ ਆਪਾਂ ਘਰੋਂ ਬਾਹਰ ਨਿਕਲੀਏ, ਖੇਡ ਮੈਦਾਨ ਦੇ ਵਿੱਚ ਆਈਏ, ਸਰੀਰਕ ਤੌਰ ਦੇ ਉੱਤੇ ਤੰਦਰੁਸਤੀ ਸਾਡੀ ਹੋਵੇ। ਬਾਜਵਾ ਸਾਹਿਬ ਮੇਰੇ ਲਾਗੇ ਆਇਓ ਜੀ ਇੱਧਰਲੇ ਪਾਸੇ, ਕਿਉਂਕਿ 2 ਬਾਜਵੇ ਨੇ ਜੀ ਸਾਡੇ ਕੋਲੇ। ਹਾਂਜੀ, ਕੁਲਵਿੰਦਰ ਭਾਜੀ ਆ ਜਾਓ ਇੱਥੇ ਮੇਰੇ ਕੋਲ ਆਓ ਜੀ। ਹਾਂਜੀ, ਮੈਂ ਤਾਂ ਕੋਲ ਸੱਦੇ ਆ ਕਿ ਇੱਧਰਲੇ ਪਾਸੇ ਧੁੱਪ ਪੈਂਦੀ ਆ, ਮੇਰਾ ਰੰਗ ਨਹੀਂ ਤਾਂ ਗਾੜਾ ਜਿਹਾ ਆ ਵੀ ਇੱਥੋਂ ਠੀਕ ਹੋ ਜਾਂਦਾ। ਹੋਰ ਸੁਣਾਓ ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਬਹੁਤ ਠੀਕ ਠਾਕ, ਤੇ ਤੁਹਾਡਾ ਬਹੁਤ ਧੰਨਵਾਦ, ਤੁਸੀਂ ਕਵਰੇਜ ਕਰ ਰਹੇ ਹੋ। ਕਲੱਬ ਨਾਲ ਕਦੋਂ ਦੇ ਜੁੜੇ? ਕਲੱਬ ਤੁਹਾਡੇ ਨਾਲ ਜੁੜੀ? ਅਸੀਂ 3 ਜਣੇ, ਮੈਂ ਸਤਨਾਮ ਭਾਜੀ, ਰਣਜੀਤ ਭਾਜੀ, ਸਾਨੂੰ 23 ਸਾਲ ਹੋ ਗਏ ਨੇ ਜੀ। ਠੀਕ ਹੈ ਜੀ। ਹਾਂ, 23 ਸਾਲ ਸਾਨੂੰ ਦੌੜਦਿਆਂ ਨੂੰ। ਔਰ ਇਹ ਜਿਹੜਾ ਬਾਕੀ ਪਰਿਵਾਰ ਹੈ ਜੀ, 2015-16 ਤੋਂ ਸਾਡੇ ਨਾਲ ਮਿਲਣਾ ਸ਼ੁਰੂ ਹੋਇਆ ਜੀ। ਔਰ ਹੁਣ ਹੌਲੀ ਹੌਲੀ ਚਲੋ ਸਾਡੇ 3 ਜਨਰੇਸ਼ਨਾਂ ਜਿਹੜੀਆਂ ਸਾਡੇ ਨਾਲ ਸੈਟਰਡੇ ਅਸੀਂ ਇਕੱਠੇ ਹੁੰਦੇ ਹਾਂ, ਬਾਕੀ ਦਿਨਾਂ 'ਚ ਇੱਥੇ ਇਕੱਠੇ ਹੁੰਦੇ ਹਾਂ। ਕੁਲਵਿੰਦਰ ਭਾਜੀ ਮੈਨੂੰ ਦੱਸਿਓ ਕਿ ਜਿਹੜੀ ਮੈਂ ਮੰਨ ਲਓ ਰਨਿੰਗ ਸ਼ੁਰੂ ਕਰਨੀ, ਮੈਨੂੰ ਕਿਹੜਾ ਤੁਸੀਂ ਸਿਡਨੀ ਰੱਖਣਾ, ਮੈਂ ਤਾਂ ਆਪਣੇ ਘਰ ਨੂੰ ਜਾਣਾ ਪੈਣਾ ਮੈਨੂੰ ਨਾ, ਜਿੱਥੇ ਕੰਮ ਕਰਦਾ ਦਿਹਾੜੀ ਦਾ ਆਪਾਂ ਜਿਹੜਾ ਕਰਨਾ ਹੁੰਦਾ। ਜਾਣੀ ਕਿਹੜੀ ਚੀਜ਼ ਆ ਜਿਹਦੀ ਲੋੜ ਹੈ, ਜਾਣੀ ਕਿ ਸਾਨੂੰ ਪਹਿਲਾਂ ਵਾਰਮ ਅਪ ਹੋਣਾ ਚਾਹੀਦਾ, ਜਾਂ ਤੁਸੀਂ ਬਾਅਦ 'ਚ ਟੇਢੇ ਮੇਢੇ ਜਾਂ ਐਂ ਕਰਕੇ ਹੁੰਦੇ ਸੀ, ਅਸੀਂ ਸ਼ਾਰਟ ਨਾਲ ਦਿਖਾਈ ਜਾਂਦੇ ਹਾਂ, ਕਿੰਨਾ ਕੁ ਜ਼ਰੂਰੀ ਹੈ ਉਹ ਸਾਰੀਆਂ ਚੀਜ਼ਾਂ ਵੀ? ਸਭ ਤੋਂ ਪਹਿਲਾਂ ਤੇ ਮੇਰੇ ਖਿਆਲ ਜੀ ਤੁਹਾਡਾ ਜਿਹੜਾ ਮਨ ਬਣ ਜਾਏ, ਕਿਤੇ ਮੋਟੀਵੇਸ਼ਨ ਆ ਜਾਏ। ਅੱਜ ਮੇਰੇ ਖਿਆਲ ਤੁਸੀਂ ਆਏ ਹੋ ਤੇ ਘਰ ਜਾ ਕੇ ਤੁਸੀਂ ਜ਼ਰੂਰ ਸੋਚੋਗੇ ਵੀ ਮੈਂ ਵੀ ਉਹਨਾਂ ਵਾਂਗੂ ਥੋੜ੍ਹਾ ਬਹੁਤਾ ਕਰ ਲਾਂ। ਸੋ ਉਹ ਆ ਜਾਂਦੀ। ਉਸ ਤੋਂ ਬਾਅਦ ਫਿਰ ਜਿਵੇਂ ਪਹਿਲਾਂ ਆਪਾਂ ਕਿਹਾ ਵੀ ਤੁਹਾਡੇ ਕੋਲ ਇੱਕ ਪੇਅਰ ਆਫ ਸ਼ੂਜ਼, ਤੇ ਬਸ ਚੱਲ ਪੋ, ਸ਼ੁਰੂ ਕਰ ਲਓ ਹੌਲੀ ਹੌਲੀ। ਇਹਦੇ ਵਿੱਚ ਸਭ ਤੋਂ ਮੇਰੇ ਖਿਆਲ ਕੋਈ ਇਹਦੇ 'ਚ ਖਰਚਾ ਨਹੀਂ ਹੈਗਾ, ਤੇ ਮਿਨੀਮਮ ਤੁਹਾਡੇ ਕੋਲ ਗੇਅਰ ਚਾਹੀਦਾ ਇਹਦੇ ਵਾਸਤੇ। ਤੇ ਬਸ ਇਹ ਹੈ ਕਿ ਘਰੋਂ ਇੱਕ ਵਾਰੀ ਸ਼ੁਰੂ ਹੋ ਜਾਓ ਤੇ ਇਹਨੂੰ ਮੇਨਟੇਨ ਕਰੋ, ਤੇ ਬਾਅਦ 'ਚ ਛੱਡਣਾ ਔਖਾ ਹੋ ਜਾਂਦਾ, ਇਹਨੂੰ ਛੱਡਣਾ ਔਖਾ ਹੋ ਜਾਂਦਾ। ਹਾਂਜੀ, ਤੇ ਇਹ ਜਿਹੜੇ ਸਾਰੇ ਸੱਜਣ ਨੇ, ਇਹ ਜਦੋਂ ਦੂਜਿਆਂ ਨੂੰ ਮੋਟੀਵੇਟ ਕਰਦੇ, ਕਿਉਂਕਿ ਨਾ ਤੇ ਇਹ 'ਚੋਂ ਕਮਿਸ਼ਨ ਆਉਂਦਾ, ਨਾ ਇਹ 'ਚੋਂ ਪੈਸੇ ਆਉਂਦੇ, ਕਿਉਂ ਇੱਕ ਦੂਜੇ ਦੇ ਮਗਰ ਪਏ? ਉਹਨਾਂ ਨੂੰ ਲੱਗਦਾ ਕਿ ਚੰਗੀ ਚੀਜ਼ ਹੈ? ਚੰਗੀ ਮੇਰੇ ਖਿਆਲ 'ਚ ਉਹੀ ਹੈ ਜੀ, ਜਦੋਂ ਮਹੀਨਾ 10 ਦਿਨ ਕੋਈ ਵੀ ਸਾਡੇ ਇੱਥੇ ਆਉਂਦਾ, ਕੋਈ ਵੀ ਰਨਿੰਗ ਕਰਦਾ, ਉਹਦੇ ਬੈਨੀਫਿਟ ਜਿਹੜੇ ਨੇ ਤੁਹਾਨੂੰ ਆਪਣੇ ਅੰਦਰੋਂ ਆਪ ਹੀ ਬੰਦਾ ਮਹਿਸੂਸ ਕਰਨਾ ਸ਼ੁਰੂ ਕਰਦਾ। ਇੱਕ ਤੇ ਆ ਜਿਹੜਾ ਗਰੁੱਪ ਹੈ, এনवायरमेंट ਹੈ, ਐਡਾ ਪੋਜ਼ਿਟਿਵ এনवायरमेंट ਹੈ ਵੀ ਇਹਦੇ ਵਿੱਚ ਹੋਰ ਕੋਈ ਗੱਲ ਹੀ ਨਹੀਂ ਹੈਗੀ। ਕਿਸੇ ਦਾ ਦੁੱਖ ਸੁੱਖ ਆਪਾਂ ਚਲੋ ਵੰਡਾ ਸਕਦੇ ਹਾਂ, ਸ਼ੇਅਰ ਕਰ ਸਕਦੇ ਹਾਂ, ਕੋਈ ਸਲਾਹ ਦੇ ਸਕਦੇ ਹਾਂ, ਉਹ ਠੀਕ ਹੈ। ਬਾਕੀ ਕੋਈ ਇਹਦੇ 'ਚ ਫਾਈਨੈਂਸ਼ੀਅਲ ਗੇਨ ਨਹੀਂ ਕਿਸੇ ਦਾ, ਕੋਈ ਕਿਸੇ ਦੀ ਕੋਈ ਨਿੰਦਾ ਚੁਗਲੀ ਨਹੀਂ, ਜਿਵੇਂ ਆਪਾਂ ਪਹਿਲਾਂ ਕਿਹਾ। ਔਰ ਇੰਨਾ ਪੋਜ਼ਿਟਿਵ ਗਰੁੱਪ ਮੇਰੇ ਖਿਆਲ 'ਚ ਨਹੀਂ ਕਿ ਆਪੇ ਹੋਰ ਭਾਈਚਾਰੇ 'ਚ ਜਾਂ ਹੋਰ ਕਿਤੇ ਆਪਾਂ ਨੂੰ ਮਿਲ ਸਕਦਾ, ਫਿਜ਼ੀਕਲ ਤੇ ਮੈਂਟਲੀ ਦੋਵਾਂ ਵਾਸਤੇ ਹੀ। ਹਾਂਜੀ ਹਾਂਜੀ। ਮੈਂ 2 ਚੀਜ਼ਾਂ ਪੁੱਛਣੀਆਂ ਸੀ। ਤੁਸੀਂ ਨਾ ਸਾਰਿਆਂ ਨੂੰ ਸਿਖਾਉਂਦੇ ਸੀ ਕਿ ਇੱਦਾਂ ਟੇਢੇ ਹੋ ਜਾਓ, ਕਦੀ ਐਂ ਹੋ ਜਾਓ, ਹੈ ਨਾ?
ਰਨਿੰਗ ਖਤਮ ਕਰਨ ਤੋਂ ਬਾਅਦ ਉਹ ਚੀਜ਼ਾਂ ਜ਼ਰੂਰੀ ਨੇ ਰਿਲੈਕਸ ਹੋਣ ਲਈ? ਹਾਂਜੀ ਜਦੋਂ ਰਨਿੰਗ ਵਿੱਚ ਜਾਂ ਕੋਈ ਵੀ ਦੇਖੋ ਤੁਸੀਂ ਵੀ ਜਿਹੜੇ ਮਸਲਸ ਯੂਜ਼ ਹੁੰਦੇ ਨੇ ਤੇ ਉਹ ਜਦੋਂ ਟੁੱਟਦੇ ਭੱਜਦੇ ਨੇ ਤੇ ਫਿਰ ਉਹ ਜਦੋਂ ਵਾਰ-ਵਾਰ ਯੂਜ਼ ਹੁੰਦੇ ਨੇ ਮਸਲ ਤਾਂ ਉਹ ਟਾਈਟ ਹੋ ਜਾਂਦੇ ਨੇ, ਇਕੱਠੇ ਹੋ ਜਾਂਦੇ ਨੇ। ਤੁਸੀਂ ਦੇਖੋ ਨਾ ਭਲਵਾਨ ਜਿਹੜੇ ਸੀ ਉਹ ਐਂ ਕਰਕੇ ਤੁਰਦੇ, ਉਹ ਮਤਲਬ ਉਹ ਐਂ ਕਰਕੇ ਜਾਣ ਕੇ ਨਹੀਂ ਤੁਰਦੇ, ਕਿਉਂਕਿ ਉਹ ਡੰਡ ਮਾਰ ਕੇ ਉਹਨਾਂ ਦੀ ਬਾਹਾਂ ਜਿਹੜੀਆਂ ਛੋਟੀਆਂ ਹੋ ਜਾਂਦੀਆਂ ਅੰਦਰਲੇ ਮਸਲ, ਉਹ ਸਿੱਧੀਆਂ ਹੀ ਨਹੀਂ ਹੁੰਦੀਆਂ। ਸੋ ਇਹ ਵੇਖ ਕੇ ਜਦੋਂ ਤੁਸੀਂ ਕੋਈ ਵੀ ਐਕਸਰਸਾਈਜ਼ ਕਰਦੇ ਹੋ, ਉਹਨੂੰ ਜਿਹੜੇ ਮਸਲ ਤੁਹਾਡੇ ਯੂਜ਼ ਹੋਏ ਉਹਨਾਂ ਨੂੰ ਬਾਅਦ 'ਚ ਰਿਲੈਕਸ ਕਰਨ ਦੇ ਲਈ, ਉਹਨਾਂ ਨੂੰ ਸਟਰੈਚ ਕਰਨ ਦੇ ਲਈ, ਉਹਨਾਂ ਨੂੰ ਆਪਣੀ ਪੋਜੀਸ਼ਨ 'ਤੇ ਲਿਆਉਣ ਲਈ ਤੁਹਾਨੂੰ ਇਹ ਜ਼ਰੂਰੀ ਹੈ। ਸੋ ਬਾਅਦ ਦੇ ਵਿੱਚ ਰਨਿੰਗ ਤੋਂ ਬਾਅਦ ਕੋਈ ਵੀ ਐਕਸਰਸਾਈਜ਼ ਕਰਨ ਤੋਂ ਬਾਅਦ ਥੋੜ੍ਹਾ ਬਹੁਤ ਸਟਰੈਚ ਜਿਹੜੇ ਨੇ ਕਰੋ, ਤਾਂ ਕਿ ਉਹ ਤੁਹਾਡੇ ਮਸਲ ਨੇ ਉਸ ਜਗ੍ਹਾ 'ਤੇ ਜਿੱਥੇ ਪਹਿਲਾਂ ਸੀ ਉੱਥੇ ਆ ਜਾਣ, ਅਤੇ ਨਾਲੇ ਰਿਕਵਰੀ ਛੇਤੀ ਹੁੰਦੀ ਹੈ। ਸੋ ਇਸ ਤਰ੍ਹਾਂ ਪਹਿਲਾਂ ਵੀ ਜਿਹੜੇ ਤੁਸੀਂ ਉਹਦੇ 'ਚ ਲਾਈਟ, ਉਹਨੂੰ ਸਟੈਟਿਕ ਸਟਰੈਚਿੰਗ ਕਹਿੰਦੇ ਨੇ, ਅਤੇ ਉਹ ਵੀ ਥੋੜ੍ਹੀ ਬਹੁਤੀ ਸਟਰੈਚਿੰਗ ਸ਼ੁਰੂ 'ਚ ਅਤੇ ਥੋੜ੍ਹੀ ਜਿਹੜੀ ਬਾਅਦ ਦੇ ਵਿੱਚ ਹੈ ਉਹ ਵੀ ਜ਼ਰੂਰੀ ਹੈ। ਹਾਂਜੀ, ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਮਿਹਰਬਾਨੀ। ਸੋ ਸਿਡਨੀ ਦੀ ਧਰਤੀ ਤੋਂ, ਸਿਡਨੀ ਦੇ ਖੇਡ ਮੈਦਾਨ ਤੋਂ, ਸਿਡਨੀ ਦੇ ਟਰੈਕ ਤੋਂ ਰੂਹ ਪੰਜਾਬ ਦੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਜਿਹੜੀ ਹੈ ਉਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ। ਤੁਸੀਂ ਉਹ ਕਿਵੇਂ ਭੱਜਦੇ ਨੇ, ਕਿਵੇਂ ਦੌੜਦੇ ਨੇ, ਕਿਹਨੇ ਕਦੋਂ ਕੰਮ ਸ਼ੁਰੂ ਕੀਤਾ ਅਤੇ ਕਿੰਨਾ ਕੁ ਸਾਡੇ ਲਈ ਜ਼ਰੂਰੀ ਹੈ। ਸੋ ਅੱਜ ਦੇ ਸਮੇਂ 'ਚ ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਸਰੀਰ ਫਿੱਟ ਨਹੀਂ, ਥਕਾਵਟ ਛੇਤੀ ਹੋ ਜਾਂਦੀ ਹੈ, ਮਾਨਸਿਕ ਤੌਰ 'ਤੇ ਪਰੇਸ਼ਾਨੀ ਰਹਿੰਦੀ ਹੈ, ਭਾਈ ਕੰਮ ਦਾ ਹੀ ਸਟ੍ਰੈਸ ਇੰਨਾ ਹੁੰਦਾ, ਕਈ ਵਾਰੀ ਘਰ ਆ ਕੇ ਬੰਦਾ ਵਗਾਹ ਕੇ ਰੋਟੀ ਵਾਲਾ ਡੱਬਾ ਮਾਰਦਾ ਕਿ ਸਾਰੀ ਦਿਹਾੜੀ ਇੱਲਣੀ ਹੋ ਗਏ। ਬੀਬੀਆਂ ਕਹਿੰਦੀਆਂ ਸਾਰੀ ਦਿਹਾੜੀ ਰਸੋਈ ਦੇ ਵਿੱਚੋਂ ਵੇਲ ਨਹੀਂ ਮਿਲਦਾ, ਨਿਆਣੇ ਜਿਹੜੇ ਆ ਉਹ ਤੰਗ ਕਰੀ ਰੱਖਦੇ ਆ, ਮੈਂ ਕਰਾਂ ਕੀ, ਘਰ ਦੇ ਵਿੱਚ ਝਗੜਾ ਵੀ ਭਾਈ ਰਹਿਣ ਲੱਗ। ਮੈਂ ਇਹ ਨਹੀਂ ਕਹਿਣ ਲੱਗਾ ਕਿ ਭਾਈ ਸਾਡੇ ਕੋਲੋਂ ਉਪਾਅ ਕਰਾ ਲਓ, ਉਪਾਅ ਤਾਂ ਆਹੀ ਹੈ ਕਿ ਭਾਈ ਆਪਾਂ ਮੈਦਾਨ ਦੇ ਵਿੱਚ ਆਈਏ, ਇੱਕ ਤਾਂ ਐਸੋਸੀਏਸ਼ਨ ਵਧੀਆ ਬਣੂ, ਚੰਗੇ ਲੋਕਾਂ ਦੇ ਨਾਲ ਮੇਲ ਜੋਲ ਹੋਊ, ਪਰ ਜੇ ਪੰਜਾਬ ਨੂੰ, ਪੰਜਾਬੀਅਤ ਨੂੰ ਅਤੇ ਪੰਜਾਬੀਆਂ ਨੂੰ ਬਚਾਉਣਾ ਤੇ ਜਿਹੜੀ, ਕਿਉਂਕਿ ਸਾਡੇ ਤਾਂ ਗੁਰੂ ਸਾਹਿਬ ਵੀ ਖੇਡਾਂ ਵੱਲ ਬਹੁਤ ਧਿਆਨ ਦਿੰਦੇ ਸੀ, ਕੁਸ਼ਤੀਆਂ ਕਰਾਉਂਦੇ ਸੀ ਨਾ, ਸ਼ਾਇਦ ਜੇ ਚੇਤੇ ਆ ਗਿਆ ਹੋਵੇ, ਪਰ ਅਸੀਂ ਹੌਲੀ ਹੌਲੀ ਛੱਡ ਦਿੱਤਾ ਕੰਮ। ਅਸੀਂ ਸੋਸ਼ਲ ਮੀਡੀਆ ਦੇ ਉਹਨਾਂ ਖੰਭਾਂ ਦੇ ਵਿੱਚ ਫਸ ਗਏ। ਵਰਤਣੀ ਚਾਹੀਦੀ ਹਰ ਇੱਕ ਚੀਜ਼, ਐਸੀ ਗੱਲ ਨਹੀਂ, ਪਰ ਇਹਦੇ ਨਾਲ ਫਿਜ਼ੀਕਲੀ ਫਿੱਟ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਰੂਹ ਪੰਜਾਬ ਦੀ ਦਾ ਉਪਰਾਲਾ ਕਿੱਦਾਂ ਦਾ ਲੱਗਾ? ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਵੱਸਦੇ ਹੋ ਤਾਂ ਇੱਦਾਂ ਦਾ ਕੰਮ ਜਿਹੜਾ ਆਪੋ ਆਪਣੀ ਪੱਧਰ 'ਤੇ ਸ਼ੁਰੂ ਕਰ ਲਓ। ਜਿੰਨੇ ਵੀ ਦਿਨ ਹਫ਼ਤੇ 'ਚ ਨਿਕਲਦੇ ਨੇ, ਮੈਂ ਵੀ ਕੋਸ਼ਿਸ਼ ਕਰੂੰਗਾ, ਟਰਾਈ ਆਪਾਂ ਕਰਾਂਗੇ ਸਾਰੇ। ਅਤੇ ਜੇ ਤੁਹਾਨੂੰ ਇਹਨਾਂ ਦਾ ਉਪਰਾਲਾ ਚੰਗਾ ਲੱਗਾ ਕਿ ਇੱਕ ਪਾਸੇ ਤਾਂ ਨੌਜਵਾਨ ਬੱਚੇ ਬੱਚੀਆਂ ਨੂੰ, ਜਿਹੜੇ ਛੋਟੇ ਬੱਚੇ ਬੱਚੀਆਂ ਅਗਲੀ ਪੀੜ੍ਹੀ ਦੇ, ਉਹਨਾਂ ਨੂੰ ਹਰ ਐਤਵਾਰ 9 ਹਾਲ ਬੁੱਕ ਕਰਾਏ ਆ, ਗਿੱਧੇ ਤੇ ਭੰਗੜੇ ਦੇ ਨਾਲ ਜੋੜਦੇ ਆ। ਅਤੇ ਜਿੱਦਾਂ ਕਬੱਡੀ ਦੇ ਵਿੱਚ ਕਲੱਬਾਂ ਦੇ ਮੈਚ ਹੋਣ ਲੱਗ ਪਏ ਨਾ, 35 ਕਿਲੋ 48 ਕਿਲੋ ਅਸੀਂ ਛੱਡ ਹੀ ਦਿੱਤਾ। ਇੱਦਾਂ ਹੀ ਬਹੁਤ ਸਾਰੇ ਥਾਵਾਂ 'ਤੇ ਵੱਡੇ ਤੋਂ ਵੱਡਾ ਕਲਾਕਾਰ ਸੱਦ ਲਓ, ਉਹਨਾਂ ਨੂੰ ਸਟੇਜ ਦੇ ਦਿਓ, ਆਪਦੇ ਨਿਆਣੇ ਥੱਲੇ ਭੰਗੜੇ ਪਾਉਣ ਜੋਗੇ ਰਹਿ ਗਏ। ਪਰ ਇਹ ਸਟੇਜ ਉਹਨਾਂ ਨੂੰ ਦਿੰਦੇ ਆ 35 ਕਿਲੋ 48 ਕਿਲੋ 56 ਕਿਲੋ 72 ਕਿਲੋ 81 ਕਿਲੋ ਪਿੰਡ ਪੱਧਰ ਓਪਨ ਕਬੱਡੀ। ਉਹ ਸਾਰੀਆਂ ਚੀਜ਼ਾਂ ਜ਼ਰੂਰੀ ਸੀ ਕਿ ਅਗਲੀ ਪਨੀਰੀ ਆਪਾਂ ਤਿਆਰ ਕਰੀਏ। ਚੰਗੀਆਂ ਚੀਜ਼ਾਂ ਪਤਾ ਲੱਗੀਆਂ, ਉਮੀਦ ਹੈ ਕਿ ਤੁਹਾਨੂੰ ਵੀ ਹੁਲਾਰਾ ਜ਼ਰੂਰ ਮਿਲੂਗਾ, ਅਤੇ ਜੇ ਹੁਲਾਰਾ ਮਿਲਿਆ ਤਾਂ ਇਹਨਾਂ ਨੂੰ ਹੁੰਗਾਰਾ ਦਿਓ। ਤੁਹਾਡੀਆਂ ਟਿੱਪਣੀਆਂ ਦੀ ਆਸ ਤੇ ਉਮੀਦ ਦੇ ਵਿੱਚ ਸਿਡਨੀ ਦੇ ਇਸ ਖੇਡ ਮੈਦਾਨ ਤੋਂ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।